गुड आफ्टरनून स्टूडेंट्स, वेलकम टू SRS IAS एंड लॉ अकैडमी। ਅੱਜ ਆਪਾਂ ਵਰਲਡ ਹਿਸਟਰੀ ਜਿਹੜੀ ਹੈਗੀ ਆਪਣਾ ਮੋਡਿਊਲ ਵਰਲਡ ਹਿਸਟਰੀ ਦਾ ਮੋਡਿਊਲ ਉਹ ਸਟਾਰਟ ਕਰਨ ਜਾ ਰਹੇ ਹਾਂ। ਜਿੱਦਾਂ ਆਪਾਂ ਮਾਡਰਨ ਹਿਸਟਰੀ ਸਟਾਰਟ ਕੀਤੀ ਸੀਗੀ ਕਿ ਪਹਿਲੇ ਮੈਂ ਤੁਹਾਨੂੰ ਪੂਰੀ ਸਟੋਰੀ ਲਾਈਨ ਦੱਸੀ ਸੀਗੀ ਕਿ ਕਿਸ ਤਰੀਕੇ ਨਾਲ ਮਾਡਰਨ ਹਿਸਟਰੀ ਦੇ ਜਿਹੜੇ ਇਵੈਂਟਸ ਜਿਹੜੇ ਹੈਗੇ ਉਹ ਕਿਸ ਤਰੀਕੇ ਨਾਲ ਚੱਲਦੇ ਆ, ਉਸੇ ਦੇ ਅਕੋਰਡਿੰਗ ਆਪਾਂ ਵਰਲਡ ਹਿਸਟਰੀ ਜਿਹੜੀ ਹੈਗੀ ਉਹ ਸਟਾਰਟ ਕਰਾਂਗੇ। ਆ ਸਾਰੀ ਜਿਹੜੀ ਵਰਲਡ ਹਿਸਟਰੀ ਤੁਹਾਡੀ ਹੈਗੀ ਹੈ ਪੰਜਾਬੀ ਦੇ ਵਿੱਚ ਹੀ ਚੱਲੇਗੀ ਤੇ ਇਸ ਦੇ ਵਿੱਚ ਪਹਿਲੇ ਮੈਂ ਤੁਹਾਨੂੰ ਸਟੋਰੀ ਸੁਣਾਇਆ ਕਰਾਂਗਾ। ਜਿਹੜੀ ਉਹ ਸਟੋਰੀ ਹੋਇਆ ਕਰੇਗੀ ਉਹ ਕੱਟ ਕੇ ਸਾਰਿਆਂ ਵਾਸਤੇ YouTube ਤੇ ਜਿਹੜੀ ਹੈਗੀ ਉਹ ਪੋਸਟ ਕਰ ਦਿੱਤੀ ਜਾਇਆ ਕਰੇਗੀ। ਦੈਨ ਉਸ ਤੋਂ ਬਾਅਦ ਜਿਹੜੇ ਹੈਗੇ ਆ ਘੰਟੇ ਡੇਢ ਘੰਟੇ ਦੀ ਅੱਜ ਵਾਲੀ ਜਿਹੜੀ ਕਲਾਸ ਹੋਏਗੀ ਉਹ ਤੁਹਾਨੂੰ ਐਜ਼ ਇਟ ਇਜ਼ ਹੀ ਉਹਦੇ ਵਿੱਚ ਸਾਰੀ ਸਟੋਰੀ ਜਿਹੜੀ ਹੈਗੀ ਵਰਲਡ ਹਿਸਟਰੀ ਦੀ ਫਰੋਮ ਸਟਾਰਟਿੰਗ ਟੂ ਐਂਡ ਜਿਹੜੀ ਹੈਗੀ ਉਹ ਸੁਣਾਈ ਜਾਏਗੀ। ਉਹ ਐਜ਼ ਇਟ ਇਜ਼ ਹੀ ਕੱਟ ਕੇ YouTube ਤੇ ਪਾ ਦਿੱਤੀ ਜਾਏਗੀ। ਉਸ ਤੋਂ ਇਲਾਵਾ ਜਿਹੜੇ ਇਹਦੇ ਅੱਗੇ ਵਾਲੇ ਜਿਹੜੇ ਮੋਡਿਊਲ ਚੱਲਣਗੇ, ਜਿਵੇਂ ਇਹਦੇ ਵਿੱਚ ਆਪਾਂ ਕਵਰ ਕਰਾਂਗੇ अमेरिकन वॉर ऑफ इंडिपेंडेंस, फ्रेंच रेवोल्यूशन या वर्ल्ड वॉर 1 या होर दूसरे इवेंट्स, पॉलिसी ऑफ बिस्मार्क हो गया, पॉलिसी ऑफ हिटलर हो गया, पॉलिसी ऑफ अपीजमेंट हो गया, वो सारिया क्लासेस जिहड़ियां होया करनगियां वो मैं तुहानूं घंटा 45 मिनट लगा के वो जिहड़ी हैगी वो समझाई जाया करेगी। वो सारे वाले वास्ते यूट्यूब ते पा दी जाया करेगी ते दैन उस दे विच जिहड़ा समझाउण वाला पार्ट होया करेगा वो सिर्फ और सिर्फ UPSC वाले स्टूडेंट जिहड़े हैगे वो उन्हां नूं प्रोवाइड करवाया जाएगा। ਤੇ ਅੱਜ ਆਪਾਂ ਸਟਾਰਟ ਜਿਹੜੀ ਆਪਣੀ ਕਰਨ ਜਾ ਰਹੇ ਹਾਂ ਵਰਲਡ ਹਿਸਟਰੀ ਆ ਤੇ ਉਹਦਾ ਜਿਹੜੀ ਤੁਹਾਡੀ ਵਰਲਡ ਹਿਸਟਰੀ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਦੇਖਿਆ ਜਾਏ ਤੇ ਉਹ ਤੁਹਾਡੀ ਸਟਾਰਟ ਹੁੰਦੀ ਹੈ ਇਨਲਾਈਟਨਮੈਂਟ ਤੋਂ ਤੇ ਉਹ ਖਤਮ ਹੁੰਦੀ ਹੈ ਤੁਹਾਡੀ ਜਦੋਂ ਡਿਸਇੰਟੀਗ੍ਰੇਸ਼ਨ ਆਫ USSR ਹੋ ਜਾਂਦਾ। ਇੱਥੋਂ ਵਰਲਡ ਹਿਸਟਰੀ ਤੁਹਾਡੀ ਸਟਾਰਟ ਹੋ ਕੇ ਡਿਸਇੰਟੀਗ੍ਰੇਸ਼ਨ ਆਫ USSR ਤੇ ਜਾ ਕੇ ਉਹ ਖਤਮ ਹੋ ਜਾਂਦੀ ਹੈ। ਇਹ ਹੁੰਦਾਗਾ 1990s ਦੇ ਵਿੱਚ, ਠੀਕ ਹੈ। ਤੇ ਇਨਲਾਈਟਨਮੈਂਟ ਦੀ ਜਿਹੜੀ ਤੁਹਾਡੀ ਇਹ ਸਟਾਰਟ ਹੁੰਦੀ ਹੈ ਉਹ 1600s ਤੋਂ ਸਟਾਰਟ ਹੋ ਜਾਂਦੀ ਹੈ। लेकिन इनलाइटनमेंट आई क्यों, उसके पीछे भी कुछ रीजन सीगे। वो प्री हिस्टोरिक पीरियड आ, वो तुहाडी सिलेबस का पार्ट नहीं है, लेकिन क्योंकि जे तुसी इनलाइटनमेंट नूं समझनागा उस वास्ते तुहानूं प्री जिहड़ी हैगी है प्री इनलाइटनमेंट एज कह लो या उन्होंने प्री हिस्टोरिक एज कह लो या उन्होंने डार्क एजिस कह लो, वो सारा तुहाडे सिलेबस का पार्ट नहीं है, लेकिन आपां उस तो भी कवर करांगे। उस तो इलावा इस दे नाल नाल मैं तुहानूं क्योंकि जिहड़े PPSC वाले स्टूडेंट्स हैगे आ उन्हां नूं थिंकर्स भी आंदे आ, पॉलिटिकल थ्योरी नाम दी एक उन्हों का सबजैक्ट होंदा ते एक मॉड्यूल होंदा, उन्होंने उसदे विच थिंकर्स जिहड़े हैगे आ वो आंदे आ। इनलाइटनमेंट दे नाल नाल जिद्दां जिद्दां अपनी वर्ल्ड हिस्टरी चलेगी मैं तुहानूं कुछ नाल नाल थिंकर्स जिहड़े हैगे वो करवाया करांगा ते नाल उन्हां दीयां की थ्योरीज सीगियां वो भी आपां डिस्कस करिया करांगे। उस तो इलावा जिवें लिबरलिज्म की थ्योरी आ गई, फ्यूडलिज्म की थ्योरी आ गई या तुहाडी एरिस्टोक्रेसी की थ्योरी आ गई, वो सारी थ्योरीज जिहड़ियां हैगियां वो पॉलिटिकल थ्योरी का पार्ट ने, वो आपां इहदे विच डिस्कस करिया करांगे वर्ल्ड हिस्टरी दे नाल ही। ते नाल नाल ये सारा तुहाडा जिहड़े हुंदे आ थिंकर्स तुहाडे हुंदे आ ये तुहानूं पेपर 4 जिहड़ा हुंदा एथिक्स दा ਉਹਦੇ ਵਿੱਚ भी ਜਿਹੜੇ ਹੈਗੇ ਉਹ ਹੈਲਪ ਕਰਦੇ ਆ ਤੇ ਉਹ ਥਿੰਕਰਸ ਆਪਾਂ ਇੱਥੇ ਹੀ ਕਵਰ ਕਰ ਲਵਾਂਗੇ। ਦੈਨ ਉਸ ਤੋਂ ਬਾਅਦ ਐਥਿਕਸ ਦੇ ਵਿੱਚ ਮੈਂ ਤੁਹਾਨੂੰ ਸਿਰਫ ਸਿੰਪਲੀ ਡਿਕਟੇਟ ਜਿਹੜਾ ਹੈਗਾ ਉਹ ਕਰ ਦਿਆ ਕਰਾਂਗਾ ਜਾਂ ਜੋ ਕੁਝ ਉਹਨਾਂ ਦਾ ਸਮਝਾਉਣ ਵਾਲਾ ਮੈਂ ਇੱਥੇ ਨਹੀਂ ਸਮਝਾਇਆ ਕਰੇਗਾ ਉਹ ਉੱਥੇ ਮੈਂ ਤੁਹਾਨੂੰ ਦੁਬਾਰਾ ਤੋਂ ਸਮਝਾ ਦਿਆ ਕਰਾਂਗਾ, ਠੀਕ ਹੈ। ਇਸ ਦੇ ਨਾਲ ਕੀ ਹੋਏਗਾ ਤੁਹਾਡੇ ਥਿੰਕਰ ਜਿਹੜੇ ਹੈਗੇ ਉਹ 2 ਵਾਰੀ ਤੁਸੀਂ ਪ੍ਰਿਪੇਅਰ ਕਰ ਲੋਗੇ। ਉਸ ਤੋਂ ਇਲਾਵਾ ਜਿਨ੍ਹਾਂ ਦੀ ਪੋਲਿਟੀ ਹੋ ਗਈ ਆ ਉਹਨਾਂ ਨੂੰ ਯਾਦ ਹੋਏਗਾ ਕਿ ਆਪਾਂ ਥਿੰਕਰ ਜਿਹੜੇ ਹੈਗੇ ਆਪਾਂ ਉੱਥੇ ਵੀ ਡਿਸਕਸ ਜਿਹੜੇ ਹੈਗੇ ਉਹ ਕੀਤੇ ਸੀਗੇ। ਇਸ ਕਰਕੇ ਤੁਸੀਂ ਥਿੰਕਰ ਜਿਹੜੇ ਹੈਗੇ ਆਪਣੇ ਟੋਟਲ ਸਿਲੇਬਸ ਦੇ ਵਿੱਚ 3-4 ਵਾਰੀ ਥਿੰਕਰ ਜਿਹੜੇ ਹੈਗੇ ਤੁਸੀਂ ਕਰ ਲੋਗੇ, ਠੀਕ ਹੈ। ਹੁਣ ਆਪਾਂ ਆਪਣੀ ਕਹਾਣੀ ਜਿਹੜੀ ਹੈਗੀ ਉਹ ਸਟਾਰਟ ਕਰਦੇ ਹਾਂ ਇਨਲਾਈਟਨਮੈਂਟ ਤੋਂ। मैं हिस्ट्री जी है आप 2-3 वारी पिछे जावांगे, ठीक है। मैं 2-3 वारी ये स्टोरी सुनावांगा। फिलहाल आप इनलाइटनमेंट तो जी अपनी क्लास जी है स्टार्ट कर रहे हैं, ठीक है। इनलाइटनमेंट की एज जी है 1700 तो स्टार्ट होंगी है, 1600 नहीं है 1700 आ। 1600s ਦੇ ਵਿੱਚ ਆਈਡੀਆਜ਼ ਜਿਹੜੇ ਹੈਗੇ ਉਹ ਆਣੇ ਸਟਾਰਟ ਹੋ ਗਏ ਸੀਗੇ, ਜਿਵੇਂ ਲਿਬਰਲਿਜ਼ਮ ਦਾ ਆਈਡੀਆ ਹੋ ਗਿਆ ਜਾਂ ਐਡਮ ਸਮਿਥ ਜਿਹੜਾ ਹੈਗਾ ਉਹ ਆਪਣੀ ਥਿਊਰੀ ਦੇਗਾ ਇਕਨੋਮਿਕਸ ਦੀ, ਲੈਜਿਸਲੇਟਰ ਵਾਲੀ ਥਿਊਰੀ ਜਿਹੜੀ ਹੈਗੀ ਉਹ ਦੇਗਾ। ਉਹ ਆਪਾਂ ਜਿਵੇਂ ਜਿਵੇਂ ਸਟੋਰੀ ਦੇ ਨਾਲ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਪਾਉਂਦਾ ਜਾਵਾਂਗਾ, ਠੀਕ ਹੈ। इनलाइटनमेंट का सब तो पहला मतलब की सीगा, इनलाइटनमेंट स्टार्ट होंदी है जदों आपां साइंटिफिकली सोचना स्टार्ट कर दिंदे आ। जदों साइंटिफिकली सोचना ह्यूमन जिहड़ा हैगा वो स्टार्ट कर दिंदा, उसे दे नाल ही इनलाइटनमेंट जिहड़ी हैगी आ वो आ गई सी। इहदे विच तुहाडी थ्योरी ऑफ एडम स्मिथ जिहड़ी हैगी आ, एडम स्मिथ दी थ्योरी आउंदी आ इकनॉमिक्स दी, ਜਿਹਦੇ ਵਿੱਚ ਐਡਮ ਸਮਿਥ ਕੀ ਕਹਿੰਦਾ ਕਿ ਜਿਹੜੀ ਸਟੇਟ ਜਿਹੜੀ ਹੈਗੀ ਆ ਉਹਨੂੰ ਆਪਣੀ ਇੰਟਰਵੈਂਸ਼ਨ ਜਿਹੜੀ ਹੈਗੀ ਉਹ ਘੱਟ ਕਰਨੀ ਆ। यानी कि स्टेट की करती है कि किसी भी लोगों को नवे आइडियाज़ का मौका ही नहीं दे रही, यानी कि तुहाडी जिहड़ी सोसाइटी हैगी तुहाडी जिहड़ी स्टेट हैगी उहदे विच आंट्रप्रेन्योर्स जिहड़े हैगे आ वो नहीं आ रहे। आंट्रप्रेन्योर्स आउणगे ते वो की करनगे नवीं जिहड़ियां तुहाडियां हैगियां एम्प्लॉयमेंट अपॉर्चुनिटीज़ जिहड़ियां हैगियां वो क्रिएट करनगे। वो सारा काम की कर रही सी, स्टेट कर रही सी। एडम स्मिथ आगे की कहंदागा कि स्टेट का जिहड़ी इंटरवेंशन जिहड़ी हैगी उहनूं घट करो ते लोकां नूं थिंकिंग जिहड़ी कैपेबिलिटी जिहड़ी हैगी उहनूं इंक्रीज करो। तो स्टेट जदों अपनी जिहड़ी हैगी वो घट करेगी उस दी वजह नाल की होएगा कि जिहड़े वर्कर्स जिहड़े हैगे आ
ਉਹ ਕੀ ਕਰਨਗੇ, ਜਾਂ ਤੁਹਾਡੀ ਲੇਬਰ ਫੋਰਸ ਜਿਹੜੀ ਹੈਗੀ ਉਹ ਕੀ ਕਰੇਗੀ, ਜਾਂ ਫਿਰ ਜਿਹੜੇ ਤੁਹਾਡੇ ਐਂਟਰਪ੍ਰੈਨਿਓਰ ਜਿਹੜੇ ਹੈਗੇ ਉਹ ਕੀ ਕਰਨਗੇ, ਉਹ ਦੇਖਣਗੇ ਕਿ ਜਿੰਨਾ ਜ਼ਿਆਦਾ ਅਸੀਂ ਮਿਹਨਤ ਕਰਾਂਗੇ ਉਨਾ ਜ਼ਿਆਦਾ ਫਾਇਦਾ ਹੋਏਗਾ, ਜਿੰਨਾ ਜ਼ਿਆਦਾ ਫਾਇਦਾ ਹੋਏਗਾ ਉਸ ਦੇ ਅਕੋਰਡਿੰਗ ਸਰਕਾਰ ਜਿਹੜੀ ਹੈਗੀ ਉਹ ਆਪਣੇ ਟੈਕਸ ਜਿਹੜੇ ਹੈਗੇ ਉਹ ਲਗਾ ਲੇਗੀ। ਅਦਰਵਾਈਜ਼ ਸਰਕਾਰ ਕੀ ਕਰਦੀ ਸੀਗੀ, ਸਰਕਾਰ ਕਰਦੀ ਸੀ ਆਪਣੇ ਅਕੋਰਡਿੰਗ ਕੰਮ ਜਿਹੜੇ ਹੈਗੇ ਉਹ ਕਰਦੀ ਸੀ। ਫॉर एग्जांपल ਪਹਿਲੇ ਬਲੈਕਸਮਿਥ ਹੈਗਾ, ਉਹ ਕੀ ਕਰੇਗਾ, ਬਲੈਕਸਮਿਥ ਆਪਣਾ ਕੰਮ ਕਰੇਗਾ, ਲੇਕਿਨ ਉਸ ਤੋਂ ਕੀ ਕੀਤਾ ਜਾਏਗਾ, ਉਹ ਸਰਕਾਰ ਦੇ ਅਕੋਰਡਿੰਗ ਹੀ ਕੰਮ ਕਰੇਗਾ, ਜਾਂ ਅਦਰਵਾਈਜ਼ ਵੀ ਕੋਈ ਵੀ ਕੰਮ, ਕੋਈ ਫੈਕਟਰੀ ਲਗਾਤੀ ਜਾਂ ਕੁਝ ਵੀ ਕਰਤਾ ਉਹ ਸਰਕਾਰ ਆਪਣੇ ਅਕੋਰਡਿੰਗ ਲਗਾਉਂਦੀ ਸੀਗੀ। ਇਹਨੇ ਅੱਗੇ ਕੀ ਕਿਹਾ ਕਿ ਉਹ ਸਭ ਕੁਝ ਜਿਹੜਾ ਹੈਗਾ ਉਹਨੂੰ ਫਾਇਦਾ ਜਿਹੜਾ ਹੈਗਾ, ਜਿਹੜਾ ਬੰਦਾ ਕਰ ਰਿਹਾ ਨਾ ਉਹਨੂੰ ਫਾਇਦਾ ਕਮਾਉਣ ਦਿਓ। ਉਸ ਦੀ ਵਜ੍ਹਾ ਨਾਲ ਕੀ ਕਰੇਗਾ, ਜਿੰਨਾ ਉਹ ਫਾਇਦਾ ਕਮਾਏਗਾ ਉਸ ਦੇ ਵਿੱਚ ਹੋਰ ਜ਼ਿਆਦਾ ਇਨਵੈਸਟਮੈਂਟ ਕਰੇਗਾ, ਉਸ ਤੋਂ ਉਹਨੂੰ ਹੋਰ ਜ਼ਿਆਦਾ ਫਾਇਦਾ ਹੋਏਗਾ। ਦੈਨ ਤੁਸੀਂ ਆਪਣੇ ਥੋੜੇ ਜਿਹੇ ਟੈਕਸਿਸ ਜਿਹੜੇ ਹੈਗੇ ਉਹ ਤੋਂ ਕਲੈਕਟ ਕਰ ਲਿਓ, ਠੀਕ ਹੈ, ਕਿਉਂਕਿ ਤੁਸੀਂ ਉਹਨੂੰ ਸਿਕਿਉਰਿਟੀ ਵਗੈਰਾ ਪ੍ਰੋਵਾਈਡ ਕਰਵਾ ਰਹੇ ਹੋ, ਇਲੈਕਟ੍ਰਿਸਿਟੀ ਪ੍ਰੋਵਾਈਡ ਕਰਵਾ ਰਹੇ ਹੋ, ਉਸ ਦੇ ਅਕੋਰਡਿੰਗ ਉਸ ਤੋਂ ਟੈਕਸਿਸ ਜਿਹੜੇ ਹੈਗੇ ਉਹ ਤੁਸੀਂ ਕਲੈਕਟ ਕਰ ਲਿਓ। ਪਹਿਲੇ ਸਰਕਾਰ ਕੀ ਕਰਦੀ ਸੀ, ਮੈਕਸਿਮਮ ਅਮਾਊਂਟ ਆਫ ਟੈਕਸਿਸ ਜਿਹੜੇ ਹੈਗੇ ਉਹ ਤੋਂ ਕਲੈਕਟ ਕਰ ਲੈਂਦੀ ਸੀ। ਉਹਨੂੰ ਸੀਗਾ ਕਿ ਮੈਨੂੰ ਕੁਝ ਫਾਇਦਾ ਹੀ ਨਹੀਂ ਹੋ ਰਿਹਾ, ਇਸ ਕਰਕੇ ਉਹ ਜਿੰਨਾ ਕੁ ਆਪਣਾ ਖਾਣ ਪੀਣ ਜੋਗਰਾ ਆਪਣਾ ਕੰਮ ਜਿਹੜਾ ਹੈਗਾ ਉਹ ਚਲਾ ਲੈਂਦਾ ਸੀਗਾ, ਠੀਕ ਹੈ। ਇਹ ਆਈਡੀਆ ਆਂਦਾ ਐਡਮ ਸਮਿਥ ਦਾ, ਠੀਕ ਹੈ, ਇਹ ਵੀ ਆਈਡੀਆ ਸੀਗਾ ਇਹਦਾ ਹੀ ਇਨਲਾਈਟਨਮੈਂਟ ਦਾ। ਦੈਨ ਇਹਦੇ ਵਿੱਚ ਹੋਰ ਆਈਡੀਆਜ਼ ਆਉਂਦੇ ਆ, ਜਿਵੇਂ ਲਿਬਰਲਿਜ਼ਮ ਦਾ ਆਈਡੀਆ ਹੁੰਦਾ, ਲਿਬਰਟੀ ਦਾ ਆਈਡੀਆ ਹੁੰਦਾ, ਇਕੁਐਲਿਟੀ ਦਾ ਆਈਡੀਆ ਹੁੰਦਾ, ਦੈਨ ਉਸ ਤੋਂ ਇਲਾਵਾ ਡੈਮੋਕ੍ਰੇਸੀ ਦਾ ਆਈਡੀਆ ਹੁੰਦਾ, ਫ੍ਰੈਟਰਨਿਟੀ ਦਾ ਆਈਡੀਆ ਹੁੰਦਾ। ਜਦੋਂ ਆਹ ਸਾਰੇ ਆਈਡੀਆਜ਼ ਆ ਰਹੇ ਆ ਉਸ ਏਜ ਨੂੰ ਆਪਾਂ ਕਹਿੰਦੇ ਆ ਇਨਲਾਈਟਨਮੈਂਟ, ਠੀਕ ਹੈ। ਹੁਣ ਇਸ ਇਨਲਾਈਟਨਮੈਂਟ ਨੇ ਕੀ ਕਰਵਾਇਆ, ਇਹਦੇ ਵਿੱਚ ਦੋ ਮੇਜਰ ਇਵੈਂਟਸ ਹੁੰਦੇ ਆ। ਸਭ ਤੋਂ ਪਹਿਲਾ ਇਵੈਂਟ ਹੈਗਾ ਅਮਰੀਕਨ ਵਾਰ ਆਫ ਇੰਡੀਪੈਂਡੈਂਸ। ਇਹ ਜਿਹੜਾ ਤੁਹਾਡਾ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਹੈਗਾ ਇਹ 1776 ਤੋਂ 83 ਦੇ ਵਿੱਚ ਚੱਲੇਗਾ, ਠੀਕ ਹੈ। ਇਸ ਦੇ ਵਿੱਚ ਕੁਝ ਆਈਡੀਆ ਜਿਹੜੇ ਸੀਗੇ ਉਹ ਫੇਮਸ ਹੋ ਗਏ। ਦੂਸਰਾ ਮੇਨ ਇਵੈਂਟ ਕਿਹੜਾ ਹੈਗਾ, ਪਹਿਲਾ ਤੇ ਹੈਗਾ ਅਮਰੀਕਨ ਵਾਰ ਆਫ ਇੰਡੀਪੈਂਡੈਂਸ, ਦੂਸਰਾ ਹੈਗਾ ਫ੍ਰੈਂਚ ਰੈਵੋਲੂਸ਼ਨ। ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਕੀ ਹੋਏਗਾ, ਰਾਈਜ਼ ਆਫ ਨੈਪੋਲੀਅਨ ਜਿਹੜਾ ਹੈਗਾ ਉਹ ਹੋ ਜਾਏਗਾ। ਫ੍ਰੈਂਚ ਰੈਵੋਲੂਸ਼ਨ ਤੁਹਾਡੀ ਆਉਂਦੀ ਹੈ 1789 ਦੇ ਵਿੱਚ, 1789, ਠੀਕ ਹੈ। ਅਮਰੀਕਨ ਵਾਰ ਆਫ ਰੈਵੋਲੂਸ਼ਨ ਜਿਹੜੀ ਹੈਗੀ ਆ, ਅਮਰੀਕਨ ਵਾਰ ਆਫ ਇੰਡੀਪੈਂਡੈਂਸ ਜਿਹੜੀ ਹੈ ਉਹ ਪਹਿਲੇ ਹੋ ਜਾਂਦੀ ਹੈ। ਇਹਦੇ ਵਿੱਚ ਕੀ ਆਈਡੀਆਜ਼ ਆਉਂਦੇ ਆ, ਇਹਦੇ ਵਿੱਚ ਪਹਿਲੇ ਕੀ ਚੱਲਦਾ ਸੀਗਾ, ਮੋਨਾਰਕੀ ਚੱਲਦੀ ਸੀਗੀ। ਅਮਰੀਕਨ ਵਾਰ ਆਫ ਇੰਡੀਪੈਂਡੈਂਸ, ਮੋਨਾਰਕੀ ਸਮਝਦੇ ਹੋ ਕੀ ਹੁੰਦੀ ਹੈ, ਗੁੱਡ। ਮੋਨਾਰਕੀ ਮਤਲਬ ਹੁੰਦੀ ਹੈ ਕਿ ਜਿਹੜਾ ਰਾਜਾ ਜਿਹੜਾ ਹੋਏਗਾ ਉਹ ਸੁਪਰੀਮ ਹੋਏਗਾ, ਕਿੰਗ ਜਿਹੜਾ ਹੋਏਗਾ ਉਹੀਓ ਰੂਲ ਕਰੇਗਾ, ਉਹੀਓ ਸੁਪਰੀਮ ਹੋਏਗਾ, ਜੋ ਕਿੰਗ ਨੇ ਕਹਿਤਾ ਉਹੀਓ ਹੋਏਗਾ। ਡਿਵਾਈਨ ਰਾਈਟਸ ਥਿਊਰੀ ਜਿਹੜੀ ਹੈਗੀ ਉਹ ਚੱਲਦੀ ਸੀਗੀ, ਯਾਨੀ ਕਿ ਕਿੰਗ ਜਿਹੜਾ ਹੋਏਗਾ ਉਹਦੇ ਕੋਲ ਡਿਵਾਈਨ ਰਾਈਟਸ ਹੋਣਗੇ, ਯਾਨੀ ਕਿ ਕਿੰਗ ਜਿਹੜਾ ਹੋਏਗਾ ਉਹ ਗॉड ਹੋਏਗਾ, ਜੋ ਕਿੰਗ ਨੇ ਕਹਿਤਾ ਉਹੀ ਸੱਚ ਆ, ਠੀਕ ਹੈ। ਉਹ ਚੱਲਦੀ ਸੀਗੀ ਤੁਹਾਡੀ ਮੋਨਾਰਕੀਕਲ ਏਜ। ਆਪਾਂ ਇਹ ਸਾਰਾ ਜਿਹੜਾ ਹੈਗਾ ਉਹ ਲਿਖਾਂਗੇ, ਠੀਕ ਹੈ। ਮੋਨਾਰਕੀ ਦੇ ਵਿੱਚ ਕੀ ਹੁੰਦਾ ਸੀਗਾ, ਕਿੰਗ ਜਿਹੜਾ ਸੀਗਾ ਉਹ ਡਿਵਾਈਨ ਹੁੰਦਾ ਸੀਗਾ। ਅਮਰੀਕਨ ਵਾਰ ਆਫ ਇੰਡੀਪੈਂਡੈਂਸ ਨੇ ਕੀ ਕੀਤਾ, ਉਹ ਕਹਿੰਦੇ ਮੋਨਾਰਕੀ ਹਟਾਓ ਤੇ ਡੈਮੋਕ੍ਰੈਟਿਕਲੀ ਜਿਹੜਾ ਹੈਗਾ ਕਿੰਗ ਜਿਹੜਾ ਹੈਗਾ ਉਹਨੂੰ ਚੁਣਿਆ ਜਾਏ, ਯਾਨੀ ਕਿ ਤੁਹਾਡਾ ਪ੍ਰੈਜ਼ੀਡੈਂਟ ਜਾਂ ਫਿਰ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਉਹਨੂੰ ਡੈਮੋਕ੍ਰੈਟਿਕਲੀ ਲੋਕੀ ਚੁਣਨ, ਲੋਕੀ ਡਿਸਾਈਡ ਕਰਨ ਕਿ ਇਹ ਬੰਦਾ ਸਾਡੀ ਜ਼ਿੰਦਗੀ ਦੇ ਫੈਸਲੇ ਜਾਂ ਸਾਡੇ ਲਈ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਬਣਾਏਗਾ, ਠੀਕ ਹੈ। ਇਹ ਚੀਜ਼ ਕਿਹਨੇ ਦਿੱਤੀ, ਅਮਰੀਕਨ ਵਾਰ ਆਫ ਇੰਡੀਪੈਂਡੈਂਸ ਨੇ। ਉਸ ਤੋਂ ਇਲਾਵਾ ਉਹਨੇ ਹੋਰ ਕੀ ਦਿੱਤਾ ਕਿ ਮੋਨਾਰਕੀ ਦੀ ਜਗ੍ਹਾ ਰਿਪਬਲਿਕ ਐਸਟੈਬਲਿਸ਼ ਕਰੋ, ਯਾਨੀ ਕਿ ਇੱਕ ਤੁਹਾਡਾ ਬੰਦਾ ਹੋਏ ਜੋ ਤੁਹਾਡੇ ਦੇ ਉੱਪਰ ਰੂਲ ਕਰੇ, ਬੀ ਇਟ ਪ੍ਰੈਜ਼ੀਡੈਂਟ ਬੀ ਇਟ ਪ੍ਰਾਈਮ ਮਿਨਿਸਟਰ। ਉਸ ਬੰਦੇ ਨੂੰ ਕੌਣ ਚੁਣੀਏ, ਆਪਾਂ ਚੁਣੀਏ ਡੈਮੋਕ੍ਰੈਟਿਕਲੀ, ਠੀਕ ਹੈ। ਹੋਰ ਉਸਨੇ ਆਈਡੀਆ ਕੀ ਦਿੱਤਾ ਕਿ ਇੱਕ ਰਿਟਨ ਕਨਸਟੀਟਿਊਸ਼ਨ ਹੋਵੇ। ਜਦੋਂ ਰਿਟਨ ਕਨਸਟੀਟਿਊਸ਼ਨ ਹੋਏਗਾ ਉਹਦੇ ਵਿੱਚ ਪਾਵਰ ਜਿਹੜੀਆਂ ਹੈਗੀਆਂ ਉਹ ਡਿਕਲੇਅਰ ਕੀਤੀਆਂ ਗਈਆਂ ਹੋਣਗੀਆਂ, ਲਿਖੀਆਂ ਗਈਆਂ ਹੋਣਗੀਆਂ। ਜਿਹੜਾ ਵੀ ਬੰਦਾ ਹੁਣ ਤੁਹਾਡੇ ਉੱਪਰ ਰੂਲ ਕਰੇਗਾ ਉਹ ਆਪਣੀਆਂ ਪਾਵਰ ਜਿਹੜਾ ਹੈਗਾ ਉਹਦਾ ਮਿਸਯੂਜ਼ ਨਹੀਂ ਕਰ ਪਾਏਗਾ, ਠੀਕ ਹੈ, ਕਿਉਂਕਿ ਪਾਵਰਸ ਆਲਰੇਡੀ ਰਿਟਨ ਨੇ। ਰਿਟਨ ਕਨਸਟੀਟਿਊਸ਼ਨ ਦੀ ਗੱਲ ਆ ਗਈ, ਨਾਲ ਹੀ ਕੀ ਗੱਲ ਆ ਗਈ, ਰਿਟਨ ਕਨਸਟੀਟਿਊਸ਼ਨ ਦੇ ਨਾਲ ਕਿ ਗਾਰੰਟੀਡ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਆ ਉਹ ਵੀ ਪ੍ਰੋਵਾਈਡ ਕਰਵਾਏ ਜਾਣ, ਕਿ ਆਹ ਫੰਡਾਮੈਂਟਲ ਰਾਈਟ ਜਿਹੜੇ ਹੈਗੇ ਆ ਉਹ ਤੁਹਾਨੂੰ ਮਿਲਣਗੇ ਹੀ ਮਿਲਣਗੇ। ਅੱਜ ਇੰਡੀਆ ਦੇ ਵਿੱਚ ਕੀ ਆ ਕਿ ਆਪਾਂ ਨੂੰ ਰਾਈਟ ਟੂ ਪ੍ਰਾਪਰਟੀ ਨਹੀਂ ਹੈਗਾ, ਲੇਕਿਨ ਅਮਰੀਕਾ ਦੇ ਵਿੱਚ ਫੰਡਾਮੈਂਟਲ ਰਾਈਟ ਦੇ ਵਿੱਚ ਹੀ ਰਾਈਟ ਟੂ ਪ੍ਰਾਪਰਟੀ ਉਹਨਾਂ ਨੂੰ ਦਿੱਤਾ ਗਿਆ ਸੀਗਾ, ਠੀਕ ਹੈ। ਇੰਨੇ ਸਟਰੋਂਗ ਜਿਹੜੇ ਹੈਗੇ ਆ ਉਹਨਾਂ ਦੇ ਫੰਡਾਮੈਂਟਲ ਰਾਈਟਸ ਬਣਾਏ ਗਏ ਸੀਗੇ। ਹੁਣ ਇਸ ਤੋਂ ਕੀ ਹੋਇਆ, ਕੁਝ ਲੋਕੀ ਉਹੀਓ ਜਿਹੜੇ ਫ੍ਰੈਂਚ ਨੇ ਜਿਨ੍ਹਾਂ ਨੂੰ ਇੱਥੋਂ ਆਜ਼ਾਦੀ ਦਿਲਵਾਈ, ਹੁਣ ਉਹ ਲੜ ਕੇ ਆਪਣੇ ਦੇਸ਼ ਵਾਪਸ ਪਹੁੰਚੇ, ਠੀਕ ਹੈ। ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਇਹ ਕਿੱਦਾਂ ਪਹੁੰਚੇ, ਇਹ ਮੈਂ ਤੁਹਾਨੂੰ ਅਮਰੀਕਨ ਵਾਰ ਆਫ ਇੰਡੀਪੈਂਡੈਂਸ 'ਚ ਅਲੱਗ ਤੋਂ ਕਰਵਾਵਾਂਗਾ, ਠੀਕ ਹੈ। ਹੁਣ ਉਹ ਬੰਦੇ ਜਦੋਂ ਫ੍ਰੈਂਚ ਦੇ ਵਿੱਚ ਪਹੁੰਚੇ, ਉੱਥੇ ਜਾ ਕੇ ਉਹਨਾਂ ਨੇ ਕੀ ਕਰਤਾ, ਜਦੋਂ ਅਮਰੀਕਾ ਦੇ ਵਿੱਚ ਇਹ ਆਈਡੀਆਜ਼ ਪਪੂਲਰ ਹੋ ਗਏ, ਉਹੀ ਆਈਡੀਆਜ਼ ਇਹ ਬੰਦੇ ਜਦੋਂ ਇੱਥੋਂ ਵਾਪਸ ਗਏ, ਇਹਨਾਂ ਨੇ ਉੱਥੇ ਜਾ ਕੇ ਫਰਾਂਸ ਦੇ ਵਿੱਚ ਜਾ ਕੇ ਇਹਨਾਂ ਆਈਡੀਆਜ਼ ਨੂੰ ਪਪੂਲਰ ਕਰਤਾ। ਫਰਾਂਸ ਦੇ ਵਿੱਚ ਉਸ ਟਾਈਮ ਤੇ ਲੂਈ ਜਿਹੜਾ ਸੀਗਾ, ਲੂਈ ਕਿੰਗ ਜਿਹੜਾ ਹੈਗਾ ਉਹ ਰੂਲ ਕਰ ਰਿਹਾ ਸੀਗਾ, ਤੇ ਉੱਥੇ ਜਾ ਕੇ ਉਹਨਾਂ ਨੇ ਕੀ ਕੀਤਾ, ਲੂਈ ਕਿੰਗ ਨੂੰ ਹਟਾ ਕੇ ਨੈਪੋਲੀਅਨ ਜਿਹੜਾ ਸੀਗਾ ਉਹਦਾ ਰਾਜ ਆ ਗਿਆ, ਠੀਕ ਹੈ। ਹੁਣ ਨੈਪੋਲੀਅਨ ਕੀ ਕਰੇਗਾ, ਉਹ ਪੂਰਾ ਫਰਾਂਸ ਜਿਹੜਾ ਹੈਗਾ ਉਹਨੂੰ ਐਕਸਪੈਂਡ ਕਰੇਗਾ। ਅੱਜ ਤੁਸੀਂ ਮੈਪ ਦੇਖਿਆ ਸੀਗਾ, ਫਰਾਂਸ ਦੇ ਨਾਲ ਜਰਮਨੀ ਵਾਲਾ ਏਰੀਆ ਹੋਏਗਾ, ਉਹ ਸਾਰੇ ਏਰੀਆ ਨੂੰ ਕੈਪਚਰ ਕਰ ਦੇਗਾ। ਇੱਕ ਦੋ ਇੰਪੋਰਟੈਂਟ ਪਾਵਰਸ ਉੱਥੇ ਰਹਿਣਗੇ, ਫ੍ਰੈਂਚ ਤੇ ਬ੍ਰਿਟਿਸ਼, ਠੀਕ ਹੈ। ਬ੍ਰਿਟਿਸ਼ ਕਿਉਂ ਅਲੱਗ ਰਹਿ ਜਾਏਗਾ, ਕਿਉਂਕਿ ਉਹ ਆਈਸੋਲੇਟਡ ਆ, ਸਮੁੰਦਰ ਦੇ ਵਿੱਚ ਆ, ਠੀਕ ਹੈ। ਹੁਣ ਰਾਈਜ਼ ਆਫ ਨੈਪੋਲੀਅਨ ਹੋ ਜਾਏਗਾ। ਨੈਪੋਲੀਅਨ ਕੀ ਕਰੇਗਾ, ਜੰਗਾਂ ਜਿਹੜੀਆਂ ਉਹ ਜਿੱਤਦਾ ਜਾਏਗਾ। ਹੁਣ ਜਦੋਂ ਸਾਰਾ ਯੂਰਪ ਉਹ ਜਿੱਤਦਾ ਜਾ ਰਿਹਾ, ਹੁਣ ਸਾਰੇ ਯੂਰਪ ਨੂੰ ਪਤਾ ਹੈਗਾ ਕਿ ਨੈਪੋਲੀਅਨ ਸਾਡਾ ਇੱਕ ਰਾਜਾ ਹੈਗਾ। ਹੁਣ ਉਹਨਾਂ ਦੇ ਵਿੱਚ ਕੀ ਆ ਜਾਏਗੀ, ਨੈਸ਼ਨਲਿਜ਼ਮ ਦੀ ਫੀਲਿੰਗ ਜਿਹੜੀ ਹੈਗੀ ਆ ਉਹ ਕ੍ਰੀਏਟ ਕਰ ਦੇਗਾ, ਉਹ ਇੱਕ ਨੇਸ਼ਨ ਬਣਾ ਦੇਗਾ ਪੂਰੇ ਦੇ ਪੂਰੇ ਯੂਰਪ ਨੂੰ,
ठीक है। इस दी वजह नाल की होएगा उन्हां दे विच नैशनलिज्म दी भावना जिहड़ी हैगी आ वो आ जाएगी, ठीक है। ਹੁਣ ਅਮਰੀਕਾ ਕੀ ਕਰੇਗਾ, ਹੁਣ ਹੌਲੀ ਹੌਲੀ ਜਦੋਂ ਅਮਰੀਕਾ ਦੇ ਵਿੱਚ ਆ ਸਾਰੇ ਆਈਡੀਆਜ਼ ਆ ਗਏ, ਹੁਣ ਅਮਰੀਕਾ ਕੀ ਸੀਗਾ, ਇੱਕ ਕੈਪੀਟਲਿਸਟ ਕੰਟਰੀ ਆ, ਹੁਣ ਉਹ ਆਪਣੇ ਲੋਕਾਂ ਨੂੰ ਕੀ ਕਹਿ ਰਿਹਾ, ਆ ਫਿਊਡਲਿਜ਼ਮ ਜਿਹੜਾ ਸੀਗਾ ਉਹਨਾਂ ਨੇ ਖਤਮ ਕੀਤਾ। ਇੱਥੇ ਕੀ ਡਿਸਕਸ ਕੀਤਾ ਸੀਗਾ ਆਪਾਂ, ਕੀ ਚੀਜ਼, हाँ एंटरप्रेन्योरशिप वाला आइडिया जो है वो अमेरिका ने फेमस करता। हुण उन्होंने कोल की आ रहा, ज़्यादा तो ज़्यादा प्रॉफिट आ रहा, ज़्यादा एंटरप्रेन्योर्स आ रहे हैं, वो उन्ना ज़्यादा टैक्स दे रहे हैं उन्होंने, अमेरिका जो है प्रॉस्पर हो रहा। हुण जो अमेरिका प्रॉस्पर हो रहा तो अमेरिका की होएगा वर्ल्ड वॉर सैकेंड तो बाद जो है एक इंपॉर्टेंट पावर जी हैगी एज ए इमर्ज कर जाएगा, क्योंकि वो को बहुत सारा पैसा गा। यूरोप जो है डेविस्टेट हो चुका होगा, यूरोप एज सच इन्ना स्ट्रॉन्ग नहीं रहेगा, तो अमेरिका तो रशिया जो है वो दो मेजर पावर जी है वो बन के सामने आएंगे। हुण ਆਪਾਂ ਆਨੇ ਵਾਪਸ ਇੱਥੇ ਫ੍ਰੈਂਚ ਵੱਲ ਤੇ ਅਮਰੀਕਾ ਤੇ ਆਪਾਂ ਵਾਪਸ ਘੁੰਮ ਕੇ ਆਵਾਂਗੇ, ਠੀਕ ਹੈ। ਆਪਾਂ ਸਟੋਰੀ ਇੱਕ ਵਾਰੀ ਮੈਂ ਪੂਰੀ ਕੀ ਕਹਿੰਦੇ ਤੁਹਾਡੀ ਜਿਹੜੀ ਸਟੋਰੀ ਹੈਗੀ ਆ ਕੋਲਡ ਵਾਰ ਤੱਕ ਜਿਹੜੀ ਹੈ ਕਿ ਉੱਥੇ ਲੈ ਕੇ ਜਾਵਾਂਗੇ, ਦੈਨ ਉਸ ਤੋਂ ਬਾਅਦ ਵਾਪਸ ਆਵਾਂਗੇ, ਠੀਕ ਹੈ। ਹੁਣ ਕੀ ਹੁੰਦਾ ਇੱਥੇ ਸਪਰੈਡ, ਨੈਪੋਲੀਅਨ ਜਿਹੜਾ ਸੀਗਾ ਉਹਨੇ ਆਈਡੀਆ ਸਪਰੈਡ ਕਰਤਾ, ਨੈਸ਼ਨਲਿਜ਼ਮ ਦਾ ਆਈਡੀਆ ਜਿਹੜਾ ਸੀਗਾ ਉਹ ਸਪਰੈਡ ਕਰਤਾ। ਹੁਣ ਜਿਹੜੇ ਯੂਰਪ ਵਾਲੇ ਦੂਸਰੇ ਲੋਕੀ ਸੀਗੇ, ਠੀਕ ਹੈ, ਉਹਨਾਂ ਉਹ ਕੀ ਕਰਨਗੇ, ਜਿਹੜੇ ਅਫਰੀਕਾ ਵਰਗੀਆਂ ਕੰਟਰੀਜ਼ ਜਿਹੜੀਆਂ ਹੈਗੀਆਂ ਉੱਥੇ ਆਪਣੇ ਜਿਹੜੀ ਕਲੋਨੀਜ਼ ਜਿਹੜੀਆਂ ਹੈਗੀਆਂ ਉਹ ਬਣਾਉਣਗੇ। ਹੁਣ ਜਿਹੜੇ ਆਈਡੀਆਜ਼ ਇੱਥੇ ਫਰਾਂਸ ਦੇ ਵਿੱਚ ਫੇਮਸ ਹੋਏ ਸੀਗੇ, ਲਿਬਰਟੀ, ਇਕੁਐਲਿਟੀ, ਡੈਮੋਕ੍ਰੇਸੀ ਵਾਲੇ ਆਈਡੀਆਜ਼ ਜਿਹੜੇ ਕਿੱਥੋਂ ਆਏ ਸੀਗੇ, ਅਮਰੀਕਾ ਤੋਂ, ਠੀਕ ਹੈ। ਉਹੀਓ ਆਈਡੀਆਜ਼ ਹੁਣ ਜਿਹੜੀਆਂ ਫ੍ਰੈਂਚ ਦੀਆਂ ਕਲੋਨੀਜ਼ ਹੋਣਗੀਆਂ ਜਾਂ ਬ੍ਰਿਟੇਨ ਦੀਆਂ ਕਲੋਨੀਜ਼ ਹੋਣਗੀਆਂ ਉਹਨਾਂ ਦੇ ਵਿੱਚ ਵੀ ਜਾਣਗੇ, ਠੀਕ ਹੈ। ਐਫਰੋ ਯੂਰੋਪੀਅਨ ਐਮਪਾਇਰ ਜਿਹੜਾ ਹੈਗਾ ਜਾਂ ਐਫਰੋ ਯੂਰੋਪੀਅਨ ਕਲੋਨੀਜ਼ ਜਿਹੜੀਆਂ ਅਫਰੀਕਾ ਦੇ ਵਿੱਚ ਯੂਰੋਪੀਅਨ ਕਲੋਨੀਜ਼ ਜਿਹੜੀਆਂ ਸੀਗੀਆਂ ਉੱਥੇ ਵੀ ਇਹ ਆਈਡੀਆਜ਼ ਜਾਣਗੇ। ਦੂਸਰਾ ਉਹਨਾਂ ਦੀਆਂ ਕਲੋਨੀਜ਼ ਹੋਰ ਕਿੱਥੇ ਕਿੱਥੇ ਸੀਗੀਆਂ, ਇੰਡੀਆ ਦੇ ਵਿੱਚ ਸੀਗੀਆਂ, ਇੰਡੋਨੇਸ਼ੀਆ ਦੇ ਵਿੱਚ ਸੀਗੀਆਂ। ਮੈਂ ਫਰਾਂਸ ਨਹੀਂ ਯੂਰੋਪ ਦੀ ਗੱਲ ਕਰ ਰਿਹਾ, ਠੀਕ ਹੈ, ਜਿਹਦੇ ਵਿੱਚ ਬ੍ਰਿਟੇਨ ਆਪਣਾ ਉਸੇ ਦਾ ਪਾਰਟ ਆ, ਠੀਕ ਹੈ। ਬ੍ਰਿਟੇਨ ਦੀਆਂ ਕਲੋਨੀਜ਼ ਉੱਥੇ ਹੈਗੀਆਂ ਤੇ ਉਹੀਓ ਆਈਡੀਆਜ਼ ਫਿਰ ਕਿੱਥੇ ਜਾਣਗੇ, ਇੰਡੀਆ ਦੇ ਵਿੱਚ ਜਾਣਗੇ। ਪਾਕਿਸਤਾਨ ਜਿਹੜਾ ਹੈਗਾ ਉਦੋਂ ਤਾਂ ਇੰਡੀਆ ਦਾ ਹੀ ਪਾਰਟ ਹੁੰਦਾ ਸੀਗਾ, ਇੰਡੀਆ ਦੇ ਵਿੱਚ ਜਾਣਗੇ, ਦੈਨ ਤੁਹਾਡੇ ਸ਼੍ਰੀਲੰਕਾ ਦੇ ਵਿੱਚ ਜਾਣਗੇ, ਚਾਈਨਾ ਦੇ ਵਿੱਚ ਜਾਣਗੇ, ਦੈਨ ਤੁਹਾਡੇ ਇੰਡੋਨੇਸ਼ੀਆ ਜਿਹੜੇ ਹੈਗੇ ਉੱਥੇ ਜਾਣਗੇ। ਉਹ ਆਈਡੀਆ ਜਦੋਂ ਉੱਥੇ ਜਾਣਗੇ ਦੈਨ ਵਰਲਡ ਵਾਰ ਸੈਕਿੰਡ ਤੋਂ ਬਾਅਦ, ਕਿਉਂਕਿ ਹੁਣ ਤੁਹਾਡਾ ਫਰਾਂਸ ਜਿਹੜਾ ਸੀਗਾ ਉਹ ਵੀਕ ਹੋ ਗਿਆ, ਪੂਰਾ ਯੂਰੋਪ ਵੀਕ ਹੋ ਗਿਆ, ਹੁਣ ਉਹ ਇਹਨਾਂ ਦੇ ਉੱਪਰ ਕਬਜ਼ਾ ਨਹੀਂ ਕਰ ਪਾ ਸਕਣਗੇ, ਠੀਕ ਹੈ। ਇਹਨਾਂ ਨੂੰ ਕੰਟਰੋਲ ਇਹਨਾਂ ਨੂੰ ਨਹੀਂ ਕਰ ਪਾ ਸਕਣਗੇ। ਇਸ ਵਜ੍ਹਾ ਨਾਲ ਕੀ ਹੋਏਗਾ, ਇਹਨਾਂ ਦੀ ਇੰਡੀਪੈਂਡੈਂਸ ਮਿਲੇਗੀ, ਠੀਕ ਹੈ। 1947 ਦੇ ਵਿੱਚ ਵਰਲਡ ਵਾਰ ਤੋਂ ਬਾਅਦ ਇੰਡੀਆ ਇੰਡੀਪੈਂਡੈਂਸ ਹੋਏਗਾ, ਪਾਕਿਸਤਾਨ ਇੰਡੀਪੈਂਡੈਂਟ ਹੋ ਜਾਏਗਾ। ਉਸ ਤੋਂ ਥੋੜੀ ਦੇਰ ਬਾਅਦ ਹੀ ਸ਼੍ਰੀਲੰਕਾ ਇੰਡੀਪੈਂਡੈਂਟ ਹੋ ਜਾਏਗਾ, ਥੋੜੀ ਦੇਰ ਬਾਅਦ ਇੰਡੋਨੇਸ਼ੀਆ ਇੰਡੀਪੈਂਡੈਂਟ ਹੋ ਜਾਏਗਾ, ਚਾਈਨਾ ਇੰਡੀਪੈਂਡੈਂਟ ਹੋ ਜਾਏਗਾ। ਪੂਰੀ ਜਿਹੜੀ ਕੰਟਰੀ ਜਿਹੜੀ ਹੈਗੀ ਆ, ਪੂਰਾ ਜਿਹੜਾ ਵਰਲਡ ਜਿਹੜਾ ਹੈਗਾ, ਜਿਹੜਾ ਕਲੋਨੀਜ਼ ਦੇ ਅੰਡਰ ਰਹਿ ਰਿਹਾ ਸੀਗਾ ਉਹ ਹੌਲੀ ਹੌਲੀ ਇੰਡੀਪੈਂਡੈਂਸ ਉਹਨੂੰ ਮਿਲਣੀ ਸਟਾਰਟ ਹੋ ਜਾਏਗੀ, ਠੀਕ ਹੈ। ਇਹ ਹੁਣ ਕਿੱਥੇ ਤੱਕ ਪਹੁੰਚੇ ਸੀਗੇ ਆਪਾਂ, ਨੈਪੋਲੀਅਨ ਤੱਕ, ਠੀਕ ਹੈ। ਕਿ ਨੈਪੋਲੀਅਨ ਨੇ ਪੂਰੇ ਫ੍ਰੈਂਚ ਦਾ ਕੀ ਕਰਵਾਤਾ ਗਾ, ਯੂਨੀਫਿਕੇਸ਼ਨ ਉਹਨੇ ਕਰਵਾਤੀ ਹੈ, ਯਾਨੀ ਕਿ ਪੂਰਾ ਫ੍ਰੈਂਚ ਜਿਹੜਾ ਹੈਗਾ ਉਹਦੇ ਵਿੱਚ ਨੈਸ਼ਨਲਿਜ਼ਮ ਦੀ ਫੀਲਿੰਗ ਆ ਗਈ ਆ। ਹੁਣ ਕੀ ਹੋਏਗਾ, ਜਿਹੜੀਆਂ ਬਾਕੀ ਕੰਟਰੀਜ਼ ਹੈਗੀਆਂ, ਫੋਰ ਐਗਜ਼ਾਮਪਲ ਬ੍ਰਿਟੇਨ ਜਿਹੜਾ ਹੈਗਾ ਉਹਨੂੰ ਲੱਗੇਗਾ ਕਿ ਫ੍ਰੈਂਚ ਸਟਰੋਂਗ ਹੁੰਦਾ ਜਾ ਰਿਹਾ, ਹੁਣ ਮੇਰੇ ਤੇ ਅਟੈਕ ਕਰੇਗਾ। ਉਸ ਤੋਂ ਇਲਾਵਾ ਫ੍ਰੈਂਚ ਨੇ ਪੂਰੇ ਦੇਸ਼ਾਂ ਜਿਹੜੇ ਸੀਗੇ, ਜਿੱਦਾਂ ਮੰਨ ਲਓ ਇੱਥੇ ਹੈਗਾ ਤੁਹਾਡਾ ਜਰਮਨੀ, ਇਹਦੇ ਨਾਲ ਹੈਗਾ ਫ੍ਰੈਂਚ, ਇੱਧਰ ਤੁਹਾਡੇ ਹੈਗੇ ਆ ਰਸ਼ੀਆ ਆ ਜਾਂਦਾ, ਇੱਧਰ ਥੱਲੇ ਤੁਹਾਡਾ ਆ ਜਾਂਦਾ ਆਸਟ੍ਰੋ ਹੰਗੇਰੀਅਨ ਐਮਪਾਇਰ, ਠੀਕ ਹੈ। ਇਹ ਜ਼ਿਆਦਾ ਸਟਰੋਂਗ ਹੁੰਦਾ ਸੀਗਾ ਉਸ ਟਾਈਮ ਤੇ, ਠੀਕ ਹੈ। ਆਹ ਫ੍ਰੈਂਚ ਤੇ ਆਹ ਦੋਨੋਂ ਜ਼ਿਆਦਾ ਸਟਰੋਂਗ ਹੁੰਦੇ ਸੀਗੇ। ਤੀਸਰੀ ਸਟਰੋਂਗ ਪਾਵਰ ਸੀਗੀ ਬ੍ਰਿਟੇਨ, ਠੀਕ ਹੈ। ਫ੍ਰੈਂਚ ਨੇ ਕਿਉਂਕਿ ਆ ਸਾਰਿਆਂ ਨੂੰ ਜਿੱਤਦਾ ਜਾ ਰਿਹਾ, ਇਹਨੂੰ ਵੀ ਜਿੱਤ ਲਿਆ, ਠੀਕ ਹੈ। ਹੁਣ ਕੀ ਹੋਏਗਾ, ਬ੍ਰਿਟੇਨ ਜਿਹੜਾ ਹੋਏਗਾ ਉਹਨੂੰ ਲੱਗੇਗਾ ਕਿ ਜਿਹੜਾ ਫ੍ਰੈਂਚ ਰਹੇਗਾ ਉਹ ਹੁਣ ਅਗਲਾ ਅਟੈਕ ਮੇਰੇ ਤੇ ਕਰੇਗਾ। ਹੁਣ ਉਹ ਕੀ ਕਰਨਗੇ, ਆਹ ਸਾਰੇ ਕਿੰਗਸ ਜਿਹੜੇ ਹੈਗੇ ਆ ਮਿਲ ਕੇ ਫ੍ਰੈਂਚ ਨੂੰ ਹਰਾਉਣਗੇ, ਠੀਕ ਹੈ। ਪਹਿਲਾਂ ਇਹ ਫ੍ਰੈਂਚ ਕੱਲਾ ਸਾਰਿਆਂ ਦੇ ਨਾਲ ਲੜ ਰਿਹਾ ਸੀਗਾ, ਠੀਕ ਹੈ। ਹੁਣ ਇਹ ਸਾਰੇ ਮਿਲ ਕੇ ਫ੍ਰੈਂਚ ਜਿਹੜੇ ਹੈਗੇ ਆ ਉਹਨੂੰ ਹਰਾਉਣਗੇ। ਤੇ ਇੱਕ ਜਦੋਂ ਫ੍ਰੈਂਚ ਹਾਰ ਜਾਣਗੇ, ਯਾਨੀ ਕਿ ਨੈਪੋਲੀਅਨ ਜਦੋਂ ਹਾਰ ਜਾਏਗਾ, ਫਿਰ ਇੱਕ ਮੀਟਿੰਗ ਰੱਖੀ ਜਾਏਗੀ ਇੱਥੇ ਹੰਗਰੀ ਦੇ ਵਿੱਚ, ਆਸਟਰੀਆ ਹੰਗਰੀ ਦੇ ਵਿੱਚ, ਠੀਕ ਹੈ। ਉਹਦੀ ਰਾਜਧਾਨੀ ਹੈਗੀ ਆ ਵੀਅਨਾ। ਵੀਅਨਾ ਦੇ ਵਿੱਚ ਇੱਕ ਮੀਟਿੰਗ ਰੱਖੀ ਜਾਏਗੀ ਜਿੱਥੇ ਫ੍ਰੈਂਚ ਵਾਲੇ ਜਿਹੜੇ ਹੈਗੇ ਆ ਇਹਦਾ ਜਿਹੜਾ ਵੀਅਨਾ ਦਾ ਜਿਹੜਾ ਪ੍ਰਿੰਸ ਹੋਏਗਾ ਮੈਟਰਨਿਚ, METTERNICH। ਮੈਟਰਨਿਚ ਜਿਹੜਾ ਹੋਏਗਾ ਉਹ ਇੱਕ ਸਿਸਟਮ ਲੈ ਕੇ ਆਏਗਾ। ਉਹ ਕੀ ਸਿਸਟਮ ਲੈ ਕੇ ਆਏਗਾ, ਉਹ ਕਹੇਗਾ ਕਿ ਜਿਹੜਾ ਫਰਾਂਸ ਜਿਹੜਾ ਸੀਗਾ ਉਹ ਨੈਪੋਲੀਅਨ ਦੀ ਵਜ੍ਹਾ ਨਾਲ ਇੰਨਾ ਜ਼ਿਆਦਾ ਸਟਰੋਂਗ ਇਸ ਕਰਕੇ ਹੋ ਗਿਆ ਕਿਉਂਕਿ ਆਪਾਂ ਬੈਲੈਂਸ ਆਫ ਪਾਵਰ ਰੱਖਿਆ ਹੀ ਨਹੀਂ। ਆਪਾਂ ਕੀ ਕੀਤਾ, ਫਰਾਂਸ ਨੂੰ ਸਟਰੋਂਗ ਹੋਣ ਦਿੱਤਾ, ਫਰਾਂਸ ਦੇ ਇਕੁਇਵਲੈਂਟ ਫਰਾਂਸ ਦੇ ਲਾਗੇ ਆਪਾਂ ਇਦਾਂ ਦਾ ਬੰਦਾ ਬਿਠਾਇਆ ਹੀ ਨਹੀਂ ਜੋ ਫਰਾਂਸ ਦੀ ਪਾਵਰ ਨੂੰ ਬੈਲੈਂਸ ਆਊਟ ਕਰ ਸਕੇ। ਇਸ ਕਰਕੇ ਕੰਸੈਪਟ ਲੈ ਕੇ ਆਏਗਾ ਬੈਲੈਂਸ ਆਫ ਪਾਵਰਸ ਦਾ, ਕਿ ਅੱਜ ਤੋਂ ਬਾਅਦ ਫਰਾਂਸ ਨੇ ਕੀ ਕੀਤਾ, ਪੂਰੀ ਡੈਵਸਟੇਸ਼ਨ ਕਰਤੀ। ਅੱਜ ਤੋਂ ਬਾਅਦ ਆਪਾਂ ਕੀ ਕਰਾਂਗੇ, ਇੱਕ ਇਦਾਂ ਦਾ ਸਿਸਟਮ ਜਿਹੜਾ ਹੈਗਾ ਉਹ ਲੈ ਕੇ ਆਵਾਂਗੇ ਜਿਸ ਦੇ ਵਿੱਚ ਸੈਪਰੇਸ਼ਨ ਆਫ ਪਾਵਰ ਹੋਏਗੀ, ਤੇ ਤਾਂ ਕਿ ਕੋਈ ਇੱਕ ਕੰਟਰੀ ਇੰਨੀ ਜ਼ਿਆਦਾ ਸਟਰੋਂਗ ਨਾ ਹੋ ਸਕੇ ਕਿ ਉਹ ਦੂਸਰਿਆਂ ਨੂੰ ਡੈਵਸਟੇਟ ਕਰ ਦੇ, ਠੀਕ ਹੈ। ਇਸੇ ਦੇ ਨਾਲ ਮੈਟਰਨਿਚ ਇੱਕ ਹੋਰ ਸਿਸਟਮ ਲੈ ਕੇ ਆਏਗਾ। ਮੈਟਰਨਿਚ ਸਿਸਟਮ ਦੇ ਅੰਡਰ ਹੀ ਇੱਕ ਉਹਦਾ ਕਲੌਜ਼ ਹੋਰ ਹੋਏਗਾ ਕਿ ਜੋ ਸਭ ਕੁਝ ਪਹਿਲੇ ਹੁੰਦਾ ਸੀ ਨਾ ਫ੍ਰੈਂਚ ਰੈਵੋਲੂਸ਼ਨ ਤੋਂ ਪਹਿਲੇ, ਯਾਨੀ ਕਿ 1789 ਤੋਂ ਪਹਿਲੇ ਜੋ ਸਿਸਟਮ ਹੁੰਦਾ ਸੀਗਾ ਉਸੇ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਜਾਏ, ਯਾਨੀ ਕਿ ਮੋਨਾਰਕੀ ਦੁਬਾਰਾ ਐਸਟੈਬਲਿਸ਼ ਕੀਤੀ ਜਾਏ। ਜੋ ਵੀ ਰੈਵੋਲੂਸ਼ਨ ਦੇ ਆਏ ਉਸ
ਡੈਮੋਕ੍ਰੇਸੀ ਦੇ ਜਿਹੜੇ ਆਈਡੀਆ ਸੀਗੇ ਉਹਨਾਂ ਨੂੰ ਖਤਮ ਕੀਤਾ ਜਾਏ, ਜੋ ਲੋਕੀ ਡੈਮੋਕ੍ਰੇਸੀ ਮੰਗਣਗੇ ਉਹਨਾਂ ਨੂੰ ਮਾਰ ਦਿੱਤਾ ਜਾਏ। ਦੈਨ ਜੋ ਲੋਕੀ ਲਿਬਰਟੀ ਦੀ ਗੱਲ ਕਰਨਗੇ ਉਸ ਆਈਡੀਆਜ਼ ਨੂੰ ਕ੍ਰਸ਼ ਕੀਤਾ ਜਾਏ, ਜੋ ਲੋਕੀ ਫ੍ਰੈਟਰਨਿਟੀ ਜਾਂ ਇਕੁਐਲਿਟੀ ਦੀ ਗੱਲ ਕਰਨਗੇ ਉਸ ਨੂੰ ਕ੍ਰਸ਼ ਕੀਤਾ ਜਾਏ। ਇਹ ਸਾਰੇ ਆਈਡੀਆਜ਼ ਕਿਹਨੇ ਦਿੱਤੇ? ਮੈਟਰਨਿਚ ਨੇ। ਕਿਹਦੇ ਵਿੱਚ? ਆਪਣੇ ਮੈਟਰਨਿਚ ਸਿਸਟਮ ਦੇ ਵਿੱਚ। ਠੀਕ ਹੈ। ਉਸ ਤੋਂ ਇਲਾਵਾ ਜਦੋਂ ਇਹ ਮੈਟਰਨਿਚ ਸਿਸਟਮ ਜਿਹੜਾ ਸੀਗਾ ਇਹ ਰੀਸਟੈਬਲਿਸ਼ ਉਹਨੇ ਕਰਤੀ ਮੋਨਾਰਕੀ, ਉਸ ਤੋਂ ਬਾਅਦ ਇਹੀ ਮੈਟਰਨਿਚ ਇੱਕ ਸਟੇਟਮੈਂਟ ਦਿੰਦਾ। ਸਟੇਟਮੈਂਟ ਕੀ ਸੀਗੀ? ਫॉर ਦੋਜ਼ ਹੂ ਹੈਵ ਟੇਸਟਡ ਦ ਫਰੂਟਸ ਆਫ ਇਨਲਾਈਟਨਮੈਂਟ ਫॉर them the paradise is lost। यानी कि वो लोग जिन्होंने एनलाइटनमेंट नाम का फ्रूट जो है उन्होंने टेस्ट कर लिया, यानी कि जिन्होंने लिबर्टी को टेस्ट कर लिया, जो समझ गए कि लिबर्टी की चीज़ आ, जो समझ गए फैटर्निटी की चीज़ आ, जो समझ गए इक्वैलिटी की चीज़ आ, डेमोक्रेसी की चीज़ आ, उन्होंने वास्ते ਜਿਹੜੇ स्वर्ग के द्वार वो खत्म हो चुके हैं। ठीक है। स्वर्ग ਤੁਹਾਨੂੰ ਤਾਈਓ ਮਿਲੇਗਾ ਜੇ ਤੁਸੀਂ ਮੇਰੇ ਨਾਲ ਰਹੋਗੇ, ਜੇ ਮੋਨਾਰਕੀ ਦੁਬਾਰਾ ਆਏਗੀ, ਜੋ ਕਿੰਗ ਕਹੇਗਾ ਜੇ ਉਦਾਂ ਕਰੋਗੇ ਫਿਰ ਹੀ ਤੁਹਾਨੂੰ ਸਵਰਗ ਮਿਲੇਗਾ, ਅਦਰਵਾਈਜ਼ ਸਵਰਗ ਜਿਹੜਾ ਹੈਗਾ ਤੁਹਾਨੂੰ ਨਹੀਂ ਮਿਲੇਗਾ। ਤੁਹਾਡੇ ਲੋਕਾਂ ਵਾਸਤੇ ਸਵਰਗ ਜਿਹੜਾ ਹੈਗਾ ਉਹ ਖਤਮ ਹੋ ਗਿਆ। ਮੈਟਰਨਿਚ ਸਿਸਟਮ ਲੈ ਕੇ ਆਇਆ ਸੀਗਾ। ਹੁਣ ਇਸ ਮੈਟਰਨਿਚ ਸਿਸਟਮ ਦੇ ਅਗੇਂਸਟ ਦੋ ਰੈਵੋਲੂਸ਼ਨਸ ਹੋਣਗੀਆਂ ਫਰਾਂਸ ਦੇ ਵਿੱਚ। ਇੱਕ ਰੈਵੋਲੂਸ਼ਨ ਹੋਏਗੀ 1830 ਦੇ ਵਿੱਚ, ਇੱਕ ਰੈਵੋਲੂਸ਼ਨ ਹੋਏਗੀ 1848 ਦੇ ਵਿੱਚ। 1830 ਵਾਲੀ ਜਿਹੜੀ ਰੈਵੋਲੂਸ਼ਨ ਹੋਏਗੀ ਉਹਦੇ ਵਿੱਚ ਕੀ ਹੋਏਗਾ? ਲਿਬਰਲਿਜ਼ਮ ਦਾ ਜਿਹੜਾ ਆਈਡੀਆ ਹੈਗਾ ਉਹਨੂੰ ਦੁਬਾਰਾ ਤੋਂ ਪ੍ਰਮੋਟ ਕੀਤਾ ਜਾਏਗਾ। ਠੀਕ ਹੈ। ਤੇ ਜਿਹੜੀ ਮੇਨ ਆਈਡੀਓਲੋਜੀ ਉਸ ਟਾਈਮ ਤੇ ਪ੍ਰਮੋਟ ਕੀਤੀ ਜਾਏਗੀ ਉਹ ਲਿਬਰਲਿਜ਼ਮ ਦੀ ਹੋਏਗੀ। ਉਸ ਦੇ ਵਿੱਚ ਕੀ ਕੀਤਾ ਜਾਏਗਾ? ਲਿਬਰਟੀ ਦੇ ਦੌਰਾਨ ਲਿਬਰਟੀ ਵੀ ਤਿੰਨ ਤਰੀਕੇ ਦੀ ਹੁੰਦੀ ਹੈ। ਇੱਕ ਹੁੰਦੀ ਹੈ ਤੁਹਾਡੀ ਇਕਨੋਮਿਕ ਲਿਬਰਟੀ, ਇੱਕ ਪੋਲੀਟੀਕਲ ਲਿਬਰਟੀ, ਇੱਕ ਹੁੰਦੀ ਹੈ ਸੋਸ਼ਲ ਲਿਬਰਟੀ। ਠੀਕ ਹੈ। ਇਹ ਆਪਾਂ ਕਰਾਂਗੇ ਅੱਗੇ ਜਾ ਕੇ। ਉਸ ਦੇ ਦੌਰਾਨ ਜਿਹੜੀ ਇਕਨੋਮਿਕ ਲਿਬਰਟੀ ਸੀਗੀ ਉਹ ਜ਼ਿਆਦਾ ਫੇਮਸ ਹੋ ਗਈ। ਉਸ ਦੀ ਵਜ੍ਹਾ ਨਾਲ ਕੀ ਹੋਇਆ? ਕੈਪੀਟਲਿਸਟ ਕਲਾਸ ਜਿਹੜੀ ਸੀਗੀ ਉਹ ਇਮਰਜ ਹੋ ਗਈ। ਅਸਲ ਦੇ ਵਿੱਚ ਮਿਡਲ ਕਲਾਸ ਜਿਹੜੀ ਸੀਗੀ ਉਹ ਇਮਰਜ ਹੋਈ ਸੀਗੀ। ਜਿਹੜੀ ਮਿਡਲ ਕਲਾਸ ਹੁੰਦੀ ਹੈ ਉਸੇ ਨੂੰ ਕੈਪੀਟਲਿਸਟ ਕਲਾਸ ਜਿਹੜਾ ਹੈਗਾ ਉਹ ਕਿਹਾ ਜਾਂਦਾ। ਠੀਕ ਹੈ। ਕੈਪੀਟਲਿਸਟ ਕਲਾਸ ਇਮਰਜ ਹੋ ਗਈ। ਹੁਣ ਕੀ ਕਰਨਗੇ ਕੈਪੀਟਲਿਸਟ? ਕੀ ਕਰਨਗੇ? ਆਪਣੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਜਾਂ ਫੈਕਟਰੀਜ਼ ਵਗੈਰਾ ਉਹ ਇਸਟੈਬਲਿਸ਼ ਕਰਨਗੇ। ਹੁਣ ਜਦੋਂ ਇਹ ਕਲਾਸ ਇਮਰਜ ਹੋਈ ਉਸੇ ਵਜ੍ਹਾ ਨਾਲ ਜਦੋਂ ਇਹ ਫੈਕਟਰੀਜ਼ ਵਗੈਰਾ ਇਸਟੈਬਲਿਸ਼ ਕਰਨਗੇ ਉਸ ਦੀ ਵਜ੍ਹਾ ਨਾਲ ਕੀ ਹੋਏਗਾ? ਜਿਹੜੀ ਵਰਕਿੰਗ ਕਲਾਸ ਹੋਏਗੀ ਨਾ ਉਹਦੇ ਉੱਪਰ ਐਟਰੋਸਿਟੀਜ਼ ਆ ਜਾਣਗੀਆਂ। ਕਿਉਂ? ਕੰਪਨੀਆਂ ਬਣ ਰਹੀਆਂ ਨੇ ਲੇਕਿਨ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਸਤੇ ਕੌਣ ਚਾਹੀਦੇ ਨੇ? ਵਰਕਰਸ ਚਾਹੀਦੇ ਨੇ। ਹੁਣ ਵਰਕਰਸ ਜਿਹੜੇ ਹੈਗੇ ਆ ਉਹਨਾਂ ਦੇ ਨਾ ਤਾਂ ਮਿਨੀਮਮ ਵੇਜਿਸ ਜਿਹੜੇ ਹੈਗੇ ਆ ਉਹ ਡਿਫਾਈਨ ਸੀਗੇ ਕਿ ਘੱਟ ਤੋਂ ਘੱਟ ਇੰਨੇ ਪੈਸੇ ਤਾਂ ਵਰਕਰ ਨੂੰ ਦੇਣੇ ਹੀ ਦੇਣੇ ਆ, ਇਹ ਡਿਫਾਈਨ ਨਹੀਂ ਸੀਗੇ। ਤੇ ਨਾ ਹੀ ਮੈਕਸਿਮਮ ਆਰ ਜਿਹੜੇ ਸੀਗੇ ਉਹ ਡਿਫਾਈਨ ਸੀਗੇ। ਇੰਨਾ ਡਿਫਾਈਨ ਨਹੀਂ ਹੁੰਦਾ ਸੀਗਾ ਕਿ ਜ਼ਿਆਦਾ ਤੋਂ ਜ਼ਿਆਦਾ ਇੰਨੇ ਘੰਟੇ ਹੀ ਵਰਕਰ ਜਿਹੜਾ ਹੈਗਾ ਉਹ ਕੰਮ ਕਰੇਗਾ। ਵਰਕਰ ਤੋਂ ਜ਼ਿਆਦਾ ਘੰਟਿਆਂ ਵਾਸਤੇ ਕੰਮ ਕਰਵਾਇਆ ਜਾਂਦਾ, ਉਹਨੂੰ ਘੱਟ ਤੋਂ ਘੱਟ ਪੈਸੇ ਜਿਹੜੇ ਹੈਗੇ ਉਹ ਦਿੱਤੇ ਜਾਂਦੇ ਸੀਗੇ। ਇਹ ਕਦੋਂ ਹੋਇਆ? 1830 ਦੇ ਵਿੱਚ। ਹੁਣ ਜਦੋਂ ਇਹ ਸਭ ਹੋ ਰਿਹਾ ਸੀਗਾ ਹੁਣ 1848 ਦੇ ਵਿੱਚ ਮਾਰਕਸ ਜਿਹੜਾ ਹੈਗਾ ਉਹ ਆ ਜਾਏਗਾ। ਮਾਰਕਸ 1830 ਦੇ ਵਿੱਚ ਹੀ ਆ ਗਿਆ ਸੀਗਾ। ਉਹਨੇ 1850 ਦੇ ਆਸ-ਪਾਸ ਆਪਣੀ ਬੁੱਕ ਜਿਹੜੀ ਹੈਗੀ ਆ ਉਹ ਲਿਖੇਗਾ। ਹੁਣ ਉਹ ਸੋਸ਼ਲਿਜ਼ਮ ਦੇ ਜਿਹੜੇ ਆਈਡੀਆਜ਼ ਹੈਗੇ ਆ ਉਹਨੂੰ ਪ੍ਰਮੋਟ ਕਰ ਦੇਗਾ। ਹੁਣ ਇਹਨਾਂ ਆਈਡੀਆਜ਼ ਦੇ ਨਾਲ ਕੀ ਹੋਏਗਾ? ਜਿਹੜੇ ਵਰਕਰ ਕਲਾਸ ਹੋਏਗੀ, ਸੋਸ਼ਲਿਜ਼ਮ ਵੀ ਆਪਾਂ ਡਿਸਕਸ ਕਰਾਂਗੇ। ਠੀਕ ਹੈ। ਜਿਹੜੀ ਵਰਕਿੰਗ ਕਲਾਸ ਹੋਏਗੀ ਉਹਨੂੰ ਰਾਈਟਸ ਮਿਲ ਜਾਣਗੇ। ਜਿਹੜੀ ਵਰਕਿੰਗ ਯੂਨੀਅਨਸ ਜਿਹੜੀਆਂ ਹੈਗੀਆਂ ਉਹ ਬਣਨੀਆਂ ਸਟਾਰਟ ਹੋ ਜਾਣਗੀਆਂ। ਠੀਕ ਹੈ। ਇਹ ਸਭ ਕੁਝ ਤੁਹਾਡਾ ਕਦੋਂ ਹੋ ਰਿਹਾ? 1850 ਦੇ ਆਸ-ਪਾਸ ਜਿਹੜੇ ਹੈਗੇ ਆਪਾਂ ਪਹੁੰਚ ਚੁੱਕੇ ਹਾਂ। ਦੈਨ ਹੁਣ ਕੀ ਹੋਏਗਾ? ਰਾਈਜ਼ ਆਫ ਨੈਸ਼ਨਲਿਜ਼ਮ ਜਿਹੜਾ ਹੈਗਾ ਉਹਨੇ ਕਰਵਾਤਾ ਸੀਗਾ ਨੈਪੋਲੀਅਨ ਨੇ। ਨੈਪੋਲੀਅਨ ਨੇ ਰਾਈਜ਼ ਆਫ ਨੈਸ਼ਨਲਿਜ਼ਮ ਤੁਹਾਡਾ ਕਰਵਾਤਾ ਸੀ ਨਾ, ਕਿ ਸਾਰੇ ਦੇਸ਼ਾਂ ਨੂੰ ਦੱਸਤਾ ਕਿ ਨੈਸ਼ਨਲਿਜ਼ਮ ਜਿਹੜੀ ਹੈਗੀ ਆ ਇਦਾਂ ਦੀ ਇੱਕ ਚਿੜੀ ਹੁੰਦੀ ਆ। ਅਸਲ ਦੇ ਵਿੱਚ ਉਹਨਾਂ ਨੇ ਨੈਸ਼ਨਲਿਜ਼ਮ ਦਾ ਮਤਲਬ ਕੀ ਹੁੰਦਾ ਸੀਗਾ? ਜੋ ਨੈਪੋਲੀਅਨ ਨੇ ਲੋਕਾਂ ਨੂੰ ਸਮਝਾਇਆ ਸੀਗਾ ਤੇ ਜੋ ਅੱਜ ਵੀ ਆਪਾਂ ਜਾਂ ਨਾਰਮਲ ਜਨਤਾ ਜਿਹੜੀ ਹੈਗੀ ਜੋ ਨੈਸ਼ਨਲਿਜ਼ਮ ਨੂੰ ਸਮਝਦੀ ਹੈ। ਨੈਪੋਲੀਅਨ ਨੇ ਕੀ ਕਿਹਾ ਕਿ ਆਪਾਂ ਦੇਸ਼ ਦੇ ਨਾਮ ਤੇ ਕੀ ਕਰਾਂਗੇ? ਆਪਣੀ ਟੈਰੀਟਰੀ ਜਿਹੜੀ ਹੈਗੀ ਉਹਨੂੰ ਇਨਕਰੀਜ਼ ਕਰਾਂਗੇ। ਸੇਮ ਚੀਜ਼ ਹਿਟਲਰ ਨੇ ਕੀਤੀ, ਸੇਮ ਹੀ ਚੀਜ਼ ਹੁਣ ਜਿਹੜੀ ਹੈਗੀ ਆ ਐਟ ਪ੍ਰੈਜ਼ੈਂਟ ਉਦਾਂ ਚੱਲਦੀ ਆ ਰਹੀ ਹੈ ਤੇ ਅੱਗੇ ਵੀ ਹੋ ਸਕਦਾ ਇਦਾਂ ਹੀ ਚੱਲਦੀ ਰਹੇ। ਠੀਕ ਹੈ। ਨੈਪੋਲੀਅਨ ਨੇ ਕੀ ਕਿਹਾ ਕਿ ਆਪਾਂ ਨੈਸ਼ਨਲਿਜ਼ਮ ਦੇ ਨਾਮ ਤੇ ਲੋਕਾਂ ਨੂੰ ਭੜਕਾਇਆ। ਲੋਕਾਂ ਨੂੰ ਕਿਹਾ ਕਿ ਆਪਾਂ ਜਿਹੜੇ ਹੈਗੇ ਆ ਆਪਣਾ ਦੇਸ਼ ਜਿਹੜਾ ਹੈਗਾ ਫਰਾਂਸ ਜਿਹੜਾ ਹੈਗਾ ਉਹਨੂੰ ਐਕਸਪੈਂਡ ਕਰਾਂਗੇ। ਠੀਕ ਹੈ। ਨੈਸ਼ਨਲਿਜ਼ਮ ਦੇ ਨਾਮ ਤੇ ਲੋਕਾਂ ਨੂੰ ਕਹਿਤਾ ਕਿ ਤੁਹਾਡੀ ਦੇਸ਼ ਭਗਤੀ ਦੀ ਭਾਵਨਾ ਜਿਹੜੇ ਹੈਗੇ ਇਦਾਂ ਦੇ ਵਰਡਸ ਉਹਨੇ ਯੂਜ਼ ਕਰਕੇ ਲੋਕਾਂ ਨੂੰ ਕਿਹਾ ਕਿ ਆਪਾਂ ਜਿਹੜੀਆਂ ਟੈਰੀਟਰੀਜ਼ ਜਿਹੜੀਆਂ ਹੈਗੀਆਂ ਉਹ ਜਿੱਤਣੀਆਂ। ਅੱਜ ਵੀ ਇਦਾਂ ਹੀ ਹੁੰਦਾਗਾ। ਠੀਕ ਹੈ। ਅਦਰਵਾਈਜ਼ ਜੋ ਰੀਅਲ ਮੀਨਿੰਗ ਹੁੰਦਾ ਨੈਸ਼ਨਲਿਜ਼ਮ ਦਾ, ਜਦੋਂ ਮੈਂ ਤੁਹਾਨੂੰ ਉਹ ਕਰਵਾਇਆ ਸੀਗਾ ਸਵਾਮੀ ਵਿਵੇਕਾਨੰਦ ਮੈਂ ਕਰਵਾਇਆ ਸੀਗਾ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਉਹ ਨੈਸ਼ਨਲਿਜ਼ਮ ਨਹੀਂ ਇੰਟਰਨੈਸ਼ਨਲਿਜ਼ਮ ਤੇ ਬਿਲੀਵ ਕਰਦੇ ਆ ਕਿ ਮੇਰਾ ਦੇਸ਼ ਪ੍ਰੋਸਪਰ ਕਰੇ ਪਰ ਮੈਂ ਚਾਹੁੰਦਾ ਕਿ ਪਾਕਿਸਤਾਨ ਵੀ ਪ੍ਰੋਸਪਰ ਕਰੇ, ਮੈਂ ਚਾਹੁੰਦਾ ਕਿ ਬੰਗਲਾਦੇਸ਼ ਵੀ ਪ੍ਰੋਸਪਰ ਕਰੇ, ਮੈਂ ਚਾਹੁੰਦਾ ਭੂਟਾਨ ਵੀ ਪ੍ਰੋਸਪਰ ਕਰੇ ਤੇ ਮੈਂ ਚਾਹੁੰਦਾ ਨੇਪਾਲ ਵੀ ਪ੍ਰੋਸਪਰ ਕਰੇ। ਠੀਕ ਹੈ। ਇਹ ਆਈਡੀਆ ਹੁੰਦਾ ਅਸਲ ਨੈਸ਼ਨਲਿਜ਼ਮ, ਜਿਹਨੂੰ ਇੰਟਰਨੈਸ਼ਨਲਿਜ਼ਮ ਜਿਹੜਾ ਹੈਗਾ ਅੱਜ ਦੀ ਲੈਂਗੁਏਜ ਦੇ ਵਿੱਚ ਇੰਟਰਨੈਸ਼ਨਲਿਜ਼ਮ ਕਹਿ ਦਿੱਤਾ ਜਾਂਦਾ ਕਿ ਮੈਂ ਤੇ ਪ੍ਰੋਸਪਰ ਕਰਾਂ ਹੀ, ਪਰ ਜੇ ਮੈਂ ਪ੍ਰੋਸਪਰ ਕਰਨਾ ਤੇ ਮੇਰੇ ਜਿਹੜੇ ਪੜੋਸੀ ਜਿਹੜੇ ਹੈਗੇ ਆ ਉਹ ਵੀ ਪ੍ਰੋਸਪਰ ਕਰਨੇ ਚਾਹੀਦੇ ਆ। ਇਹ ਸਾਰੀ ਚੀਜ਼ ਜਿਹੜੀ ਹੈਗੀ ਹੈ ਨਾ, ਜਿਹੜਾ ਵਿਵੇਕਾਨੰਦ ਦਾ ਆਈਡੀਆ ਆਫ ਨੈਸ਼ਨਲਿਜ਼ਮ ਜਿਹੜਾ ਹੈਗਾ ਉਹ ਮੈਂ ਜੋ ਚੀਜ਼ ਹੁਣ ਮੈਂ ਅੱਜ ਕਹੀ ਨਾ ਇਹ ਮੈਂ ਆਪਣਾ ਲਾਸਟ ਲੈਕਚਰ ਹੋਏਗਾ ਨਾ ਜਦੋਂ ਮੈਂ ਤੁਹਾਨੂੰ ਕੋਲਡ ਵਾਰ ਦਾ ਐਂਡ ਕਰਵਾਵਾਂਗਾ ਉਸ ਦੇ ਵਿੱਚ ਮੈਂ ਸਬਸਟੈਂਸ਼ੀਏਟ ਕਰਕੇ ਦੱਸਾਂਗਾ ਕਿ ਕਿਉਂ ਜਿਹੜੀ ਆਪਣੀ ਨੇਬਰਿੰਗ ਕੰਟਰੀਜ਼ ਜਿਹੜੀਆਂ ਹੈਗੀਆਂ ਉਹਨਾਂ ਦਾ ਪ੍ਰੋਸਪਰ ਕਰਨਾ ਕਿਉਂ ਜ਼ਰੂਰੀ ਆ ਤੇ ਉਹ ਪ੍ਰੋਸਪਰ ਹੋਣਗੀਆਂ ਉਸੇ ਵਜ੍ਹਾ ਨਾਲ ਆਪਾਂ ਵੀ ਪ੍ਰੋਸਪਰ ਹੋਵਾਂਗੇ। ਠੀਕ ਹੈ। ਚਲੋ ਨੈਪੋਲੀਅਨ ਨੇ ਸਮਝਾਇਆ ਕਿ ਆਪਾਂ ਦੂਸਰੀ ਕੰਟਰੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਿੱਤਣਾ, ਨੈਸ਼ਨਲਿਜ਼ਮ ਦੇ ਨਾਮ ਤੇ ਉਹਨਾਂ ਨੂੰ ਇਕੱਠਾ ਕਰਤਾ। ਮੈਟਰਨਿਚ ਨੇ ਕੀ ਕੀਤਾ? ਮੈਟਰਨਿਚ ਨੇ ਨੈਸ਼ਨਲਿਜ਼ਮ ਨੂੰ ਹੀ ਡਿਸਕਾਰਡ ਕਰਤਾ।
ठीक है। तो 1860s to 70s ਦੇ ਵਿੱਚ ਜਿਹੜਾ ਸੀਗਾ ਉਹਨੇ ਕੀ ਕੀਤਾ, ਨੈਸ਼ਨਲਿਜ਼ਮ ਜਦੋਂ ਇਹਨੇ ਡਿਸਕਾਰਡ ਕੀਤਾ ਸੀਗਾ ਮੈਟਰਨਿਚ ਨੇ 1860s ਤੇ 70s ਦੇ ਵਿੱਚ ਕੀ ਹੋਇਆ, ਦੁਬਾਰਾ ਤੋਂ ਨੈਸ਼ਨਲਿਜ਼ਮ ਜਿਹੜਾ ਸੀਗਾ ਉਹ ਪੀਕ ਕਰ ਗਿਆ। ठीक है, ਹੁਣ ਕੀ ਹੋਏਗਾ, ਜਰਮਨ ਜਿਹੜਾ ਹੈਗਾ ਇੱਕ ਕੰਟਰੀ ਸਾਹਮਣੇ ਆਏਗੀ, ਬਿਸਮਾਰਕ ਜਿਹੜਾ ਹੈਗਾ ਉਹ ਜਰਮਨੀ ਦੀ ਫਾਰਮੇਸ਼ਨ ਕਰਵਾ ਦੇਗਾ ਤੇ ਇੱਕ ਨਵੀਂ ਕੰਟਰੀ ਆਏਗੀ ਇਟਲੀ, ਉਹਦੀ ਫਾਰਮੇਸ਼ਨ ਹੋ ਜਾਏਗੀ। ਅੱਜ ਤੋਂ ਪਹਿਲੇ ਕੀ ਹੁੰਦਾ ਸੀਗਾ, थोड़ा जिहा मैं वापस जा रहा, आज तो हुण आपां जा रहे हैं एज ऑफ डिस्कवरी ते। ठीक है, उस तो पहले की हुंदा सीगा, 1860s तो पहले या जर्मन यूनिफिकेशन या अदरवाइज इटली यूनिफिकेशन तो पहले की हुंदा सीगा, पोर्चुगल ते स्पेन ये दोनों मेन इंपॉर्टेंट कंट्रीज जिहड़ियां हैगियां ये हुंदियां सीगियां। ठीक है, ब्रिटेन, फ्रांस, डच, डेन्स ये बाद दे विच आंदे आ। ठीक है, जर्मनी ते इटली ये होर भी बाद दे विच आंदे आ। आपां स्टोरी चलदे आ इत्थे। जो पोर्चुगल ते स्पेन जो है ये पहले स्ट्रॉन्ग होंगे थे, इन्हों ने की किया कि आप जी है हम दूसरी कंट्रीज जी उन्होंने लभीए तो उन्होंने उपर आप रूल करांगे। ठीक है, इसकी वजह इन्होंने की किया, अपने जहाज जोड़े है वो छड्डते कि तुम जी है नविया नविया कंट्रीज जी है वो लभो। ठीक है, तो ट्रेड तो आप बहुत टाइम तो ही करते आ रहे थे, हूँ इन्होंने की किया कि आप इंडिया जोड़ा है उन्होंने लभना गा। इसकी वजह एक जोड़ा क्रिस्टोफर कोलंबस जिहड़ा हैगा वो पहले निकलदा, लेकिन वो इंडिया की जगह किनू खोज कर लैंदा, यूएसए दी, अमेरिका की खोज कर लैंदा। ठीक है, सेम उस तो बाद जिहड़ा हैगा किनू भेजा जांदा, अमेरिका की खोज करन, इंडिया की खोज करन वास्ते फिर कौन आंदा, वास्को डी गामा आंदा, देन वो इंडिया की खोज कर लैंदा। ठीक है, लेकिन मीनवाइल के अंदर दूसरे प्लेयर जिहड़े हैगे वो इमर्ज हो जांदे, जिवें ब्रिटेन, फ्रांस, डच ते डेन्स। ठीक है, ये ज्यादा स्ट्रॉन्ग हो जाते हैं तो ये जिहड़े हैगे ये उन्ने स्ट्रॉन्ग जिहड़े हैगे वो नहीं रह पैंदे ते ये बैकफुट ते चले जाते हैं। ठीक है, हुण ज्यादा फेमस कौन है, ब्रिटेन, फ्रांस, डच ते डेन्स। ठीक है, हौली हौली डच ते डेन्स जिहड़े हैगे वो भी खत्म हो जाएंगे, ब्रिटेन ते फ्रांस जिहड़े हैगे ये ज्यादा स्ट्रॉन्ग रह जाएंगे। ठीक है, हुण जदों जर्मन यूनिफिकेशन ते इटैलियन यूनिफिकेशन हो गई कदों, 1860s ते 70s दे विच। ठीक है, जर्मन ते इटैलियन यूनिफिकेशन हो गई, हुण ये भी एक कंट्रीज बन गई। हुण ये कह रहे हैं कि जे तुसीं जिहड़े हैगे अफ्रीका ते राज कर रहे हो, सानू भी हिस्सा चाहिदा। ठीक है, इटली कहंदा मैनू भी हिस्सा चाहिदा। ठीक है, इस करके हुण अफ्रीका दे विच ये अपना हिस्सा मंगना स्टार्ट कर देणगे। हुण जिहड़ा हैगा ब्रिटेन ते फ्रांस जिहड़े हैगे जर्मनी ते इटली वर्गे देशां तों खाड़ खानी स्टार्ट कर देणगे। हौली हौली इहो रीजन बनेगी वर्ल्ड वॉर 1 दा। ठीक है, ये वन ऑफ द रीजन सी कि होर भी रीजन जिहड़े हैगे वो बनणगे। ठीक है, देन अगे आने वापस पॉलिसी ऑफ बिस्मार्क ते। बिस्मार्क की पॉलिसी की सी, बिस्मार्क ने जो बिस्मार्क करेगा जर्मनी का यूनिफिकेशन करेगा जर्मनी की। ठीक है, इदा तुहाडा देश हुंदा सीगा जर्मनी इत्थे आ ते इत्थे तुहाडा हैगा रशिया, थल्ले हैगा ऑस्ट्रिया, इधर हैगा इटली ते इधर हैगा तुहाडा फ्रांस ते फ्रांस दे नाल ही स्पेन, स्पेन दे नाल ही पोर्चुगल, इत्थे तुहाडा हैगा ब्रिटेन। ठीक है, इधर तुहाडा वर्ल्ड दा मैप आ। वैसे मैं तुहानूं जदों आपां ज्योग्राफी करांगे ना वर्ल्ड दा मैप बनाउणा सिखावांगे, जिन्हां बच्चों की ज्योग्राफी हो गई है उन्होंने सिखाता होया। ठीक है, वर्ल्ड दा मैप तुहानूं बनाउणा सिखावांगा, जे नहीं आया ना अपना जदों भी आंसर लिखना इदां बॉक्सेस बना देने आ। ठीक है, कि इत्थे रशिया, जर्मनी, ऑस्ट्रिया हंगरी, इटली, फ्रांस, स्पेन, पोर्चुगल। मैं आज तुहानूं मैप इसे करके करवाया सीगा ताकि तुहानूं सीरियल ऑर्डर च याद हो जाए कि पहले कौन आ, पोर्चुगल, स्पेन, फ्रांस, जर्मनी, रशिया। ठीक है, इस दे छोटिया छोटिया कंट्रीज जी आनिया, लेकिन फिलहाल वो नहीं बनिया हुई। ठीक है, तो फ्रांस आज जर्मनी की करेगा, बिस्मार्क से आ गए आप। जर्मनी की करेगा, इन्हें बिस्मार्क जो है आ बिस्मार्क आ, इतने बिस्मार्क आ, बिस्मार्क जो है अपनी पॉलिसीज बनाएगा। ये की करेगा, रशिया के नाल अलायंस साइन कर लेगा, रशिया को कहेगा कि आप जो है दोस्त है। ठीक है, उस अलायंस को की करना, उन्होंने आप नाम देवांगे अलायंस। रशिया के नाल जिहड़े ने अलायंस साइन किया, वो की चाहता सीगा कि मैं जिहड़ा फ्रांस जिहड़ा हैगा ना उन्होंने आइसोलेट करना दा। ठीक है, कि फ्रांस को अलग करांगा, फ्रांस के जिन्ने भी आस पास लगते लोग आ उन्होंने नाल मैं अलायंस कर देना, तो बाद फ्रांस के अगेंस्ट जी है मैं वॉर जी है डिक्लेयर कर दांगा। ठीक है, बिस्मार्क ने की किया, रशिया के नाल अलायंस कर लिया। दैन उस तो बाद एक अलायंस उन्हें कर लिया इटली ते ऑस्ट्रिया हंगरी के नाल। ठीक है, जदों ये दोनों के नाल अलायंस किया उन्होंने आप कहते हैं ट्रिपल अलायंस। ठीक है, इसनूं कहते हैं, इसका नाम है, मैं वर्ल्ड वॉर 1 जो आप करेंगे ना उदों लिखावांगे। आई थिंक रीअश्योरेंस अलायंस इसका नाम सीगा, रीअश्योरेंस ट्रीटी सीगा आई थिंक इसका नाम। ठीक है, फिलहाल मैंने शॉर्ट नहीं है। चलो आ अलायंस कर लिया, फ्रांस जो है उन्होंने आइसोलेट करता, आ तीनों इकट्ठे हो गए। जब आ तीनों इकट्ठे हो गए इन्हों कहते हैं ट्रिपल अलायंस। ठीक है, तीनों इकट्ठे हो गए इन्हों कहते हैं ट्रिपल अलायंस। हुण जिहड़ा फ्रांस जिहड़ा हैगा इन्हें की किया,
ਜਦੋਂ ਇਹਨੂੰ ਪਤਾ ਚੱਲਿਆ ਕਿ ਜਰਮਨੀ ਜਿਹੜਾ ਹੈਗਾ ਸਟਰੋਂਗ ਹੋ ਰਿਹਾ, ਉਹਨੇ ਫਰਾਂਸ ਦੇ ਉੱਪਰ ਅਟੈਕ ਕਰੇਗਾ, ਤੇ ਬ੍ਰਿਟੇਨ ਨੂੰ ਪਤਾ ਲੱਗ ਗਿਆ ਉਹਨੇ ਮੇਰੇ ਉੱਪਰ ਅਟੈਕ ਕਰੇਗਾ। ਫਰਾਂਸ ਨੇ ਕੀ ਕੀਤਾ, ਬ੍ਰਿਟੇਨ ਦੀ ਹੈਲਪ ਮੰਗੀ, ਬ੍ਰਿਟੇਨ ਨੇ ਹੈਲਪ ਉਹਦੀ ਦੇਤੀ, ਇਹਨਾਂ ਨੇ ਨਾਲ ਇਹਨਾਂ ਦੇ ਕੌਣ ਆ ਗਿਆ, USA ਆ ਗਿਆ, ਤੇ ਇਹ ਬਣ ਗਿਆ ਟ੍ਰਿਪਲ ਐਂਟੈਂਟ। ਠੀਕ ਹੈ, ਇਹ ਤਿੰਨੋਂ ਆ ਹੈਗਾ ਟ੍ਰਿਪਲ ਅਲਾਈਅੰਸ, ਆ ਬਣ ਗਿਆ ਟ੍ਰਿਪਲ ਐਂਟੈਂਟ। ਠੀਕ ਹੈ, ਇਟਲੀ ਜਿਹੜਾ ਸੀਗਾ ਉਹ ਸਟਾਰਟਿੰਗ ਦੇ ਵਿੱਚ ਇਹਨਾਂ ਦੇ ਨਾਲ ਸੀਗਾ, ਲੇਕਿਨ 1915 ਦੇ ਵਿੱਚ ਇਟਲੀ ਕੀ ਕਹੇਗਾ, ਮੈਂ ਨਹੀਂ ਖੇਡਣੀ ਗੇਮ। ਠੀਕ ਹੈ, ਇਟਲੀ ਆ ਜਾਏਗਾ ਵਾਪਸ ਇਹਨਾਂ ਦੇ ਨਾਲ, ਬ੍ਰਿਟੇਨ ਵਾਲਿਆਂ ਦੇ ਨਾਲ ਜੁੜ ਜਾਏਗਾ। ਰਸ਼ੀਆ ਇਧਰੋਂ ਕੀ ਹੋਏਗਾ, 1917 ਦੇ ਵਿੱਚ ਰਸ਼ੀਅਨ ਰੈਵੋਲੂਸ਼ਨ ਹੋ ਜਾਏਗੀ, ਤੇ ਜਿਹੜਾ ਲੈਨਿਨ ਜਿਹੜਾ ਹੋਏਗਾ ਉਹ ਰਸ਼ੀਆ ਨੂੰ ਜੰਗ ਤੋਂ ਬਾਹਰ ਕੱਢ ਲੇਗਾ, ਇਹ ਇਕੱਲਾ ਪੈ ਗਿਆ। ਠੀਕ ਹੈ, ਇਹ ਹੁਣ ਕਿੰਨੇ ਰਹਿ ਗਏ, ਇਹ ਸਿਰਫ 2 ਜਾਣੇ ਰਹਿ ਗਏ। ਇਟਲੀ ਨੇ ਇੱਧਰ ਜੁਆਇਨ ਕਰ ਲਿਆ, ਇਹਨਾਂ ਨੂੰ ਇੱਕ ਨਵਾਂ ਆਟੋਮਨ ਐਮਪਾਇਰ ਜਿਹੜਾ ਹੈਗਾ, ਇੱਕ ਨਵੀਂ ਟੀਮ ਜਿਹੜੀ ਹੈਗੀ ਉਹ ਜਿੱਤ ਲੇਗੀ। ਇਹ ਕਿੱਧਰ, ਇਹ ਸਾਰਾ ਜਿਹੜਾ ਤੁਹਾਡਾ ਟਰਕੀ ਵਾਲਾ ਏਰੀਆ ਹੋ ਗਿਆ, ਸਾਊਦੀ ਅਰੇਬੀਆ ਵਾਲਾ ਏਰੀਆ ਹੋ ਗਿਆ, ਇਹ ਉੱਥੇ ਰੂਲ ਕਰ ਰਿਹਾ ਸੀਗਾ ਆਟੋਮਨ ਐਮਪਾਇਰ। ਠੀਕ ਹੈ, ਇਹ ਇਹਨੂੰ ਬਣ ਜਾਏਗਾ, ਇਹ ਫਿਰ 3 ਇੱਧਰ ਇਕੱਠੇ ਹੋ ਜਾਣਗੇ ਤੇ ਇਹ ਇੱਧਰ ਇਕੱਠੇ ਹੋ ਜਾਣਗੇ, ਦੈਨ ਇਹਨਾਂ ਦੀ ਆਪਸ ਵਿੱਚ ਲੜਾਈ ਹੋਏਗੀ। USA ਜਦੋਂ ਐਂਟਰ ਕਰੇਗਾ ਉਹ ਜ਼ਿਆਦਾ ਸਟਰੋਂਗ ਹੋਏਗਾ, ਜ਼ਿਆਦਾ ਪੈਸਾ ਲੈ ਕੇ ਆਏਗਾ, ਜ਼ਿਆਦਾ ਐਡਵਾਂਸਡ ਹਥਿਆਰ ਲੈ ਕੇ ਆਏਗਾ, ਤੇ ਉਹ ਕੀ ਕਰੇਗਾ, ਵਰਲਡ ਵਾਰ 1 ਦੇ ਵਿੱਚ ਜਰਮਨੀ ਨੂੰ ਹਰਾ ਦੇਗਾ। ਹੁਣ ਜਦੋਂ ਜਰਮਨੀ ਹਾਰਦਾਗਾ ਤੇ ਉਹਦੇ ਨਾਲ ਇੱਕ ਟ੍ਰੀਟੀ ਜਿਹੜੀ ਹੈਗੀ ਉਹ ਸਾਈਨ ਹੁੰਦੀ ਆ, ਤੇ ਟ੍ਰੀਟੀ ਹੁੰਦੀ ਹੈ ਟ੍ਰੀਟੀ ਆਫ ਵਰਸੈਲਿਸ, ਉਹਨੂੰ ਆਪਾਂ ਚੰਗੀ ਤਰ੍ਹਾਂ ਡਿਸਕਸ ਕਰਦੇ ਹਾਂ ਥੋੜੀ ਦੇਰ ਬਾਅਦ। ਠੀਕ ਹੈ, ਹੁਣ ਇਹਨਾਂ ਨੇ ਕੀ ਡਿਸਾਈਡ ਕੀਤਾ ਕਿ ਇੱਥੇ ਆਪਾਂ ਇੱਕ ਸੈਪਰੇਸ਼ਨ ਆਫ ਪਾਵਰ ਜਿਹੜੀ ਹੈਗੀ ਉਹ ਲੈ ਕੇ ਆਏ ਸੀਗੇ, ਤਾਂ ਕਿ ਕੋਈ ਇੱਕ ਕੰਟਰੀ ਜਿਹੜੀ ਹੈਗੀ ਉਹ ਜ਼ਿਆਦਾ ਸਟਰੋਂਗ ਨਾ ਹੋ ਪਾਏ। ਲੇਕਿਨ ਇਸੇ ਸੈਪਰੇਸ਼ਨ ਆਫ ਪਾਵਰ ਦੀ ਵਜ੍ਹਾ ਨਾਲ ਵਰਲਡ ਵਾਰ 1 ਹੋ ਗਈ, ਇਸ ਦਾ ਮਤਲਬ ਸੈਪਰੇਸ਼ਨ ਆਫ ਪਾਵਰ ਤੇ ਫੇਲ ਹੋ ਗਈ। ਦੈਨ ਉਹਨਾਂ ਨੇ ਕੀ ਕੀਤਾ, ਇੱਕ ਲੀਗ ਆਫ ਨੇਸ਼ਨ ਬਣਾਏ। ਉਹ ਕਹਿੰਦੇ ਕਿ ਹੁਣ ਜਿਹੜੀਆਂ ਪਾਵਰ ਜਿਹੜੀ ਹੈਗੀ ਉਹਨਾਂ ਨੂੰ ਸੈਪਰੇਟ ਨਹੀਂ ਕਰਨਾ, ਉਹਨਾਂ ਨੂੰ ਆਪਾਂ ਕਲੈਕਟ ਕਰਨਾਗਾ। ਕਲੈਕਟਿਵਾਈਜੇਸ਼ਨ ਆਫ ਪਾਵਰ ਜਿਹੜੀ ਹੈਗੀ ਆ ਉਹ ਕਨਸੈਪਟ ਲਿਆਂਦਾ ਗਿਆ, ਉਸੇ ਦੇ ਉੱਪਰ ਲੀਗ ਆਫ ਨੇਸ਼ਨ ਜਿਹੜੀ ਹੈਗੀ ਉਹ ਬਣਾਈ ਗਈ 1921 ਦੇ ਵਿੱਚ। ਹੁਣ ਇਸੇ ਚੀਜ਼ ਦੇ ਉੱਪਰ ਲੀਗ ਆਫ ਨੇਸ਼ਨ ਜਿਹੜੀ ਹੈਗੀ ਉਹ ਫੇਲ ਹੋ ਜਾਏਗੀ, ਕੁਝ ਉਹਦੇ ਮਲਟੀਪਲ ਰੀਜ਼ਨਸ ਰਹਿਣਗੇ, ਉਹਦੇ ਫੇਲ ਹੋਣਗੇ, ਤੇ ਉਸੇ ਦੇ ਉੱਪਰ ਹੁਣ ਆਪਾਂ ਯੂਨਾਈਟਿਡ ਨੇਸ਼ਨ ਜਿਹੜੀ ਹੈਗੀ ਉਹ ਬਣਾਵਾਂਗੇ ਸੈਕੰਡ ਵਰਲਡ ਵਾਰ ਤੋਂ ਬਾਅਦ। ਠੀਕ ਹੈ, ਇਹ ਸੀਗੀ ਤੁਹਾਡੀ ਸੈਕੰਡ ਵਰਲਡ ਵਾਰ ਜਿਹੜੀ ਹੈਗੀ ਲੀਗ ਆਫ ਨੇਸ਼ਨ ਦੀ। ਹੁਣ ਜਿਹੜੀ ਲੀਗ ਆਫ ਨੇਸ਼ਨ ਜਿਹੜੀ ਹੈਗੀ ਉਹ ਫੇਲ ਕਿਉਂ ਹੋਈ, ਉਸਦੇ ਰੀਜ਼ਨਸ ਦੇਖਦੇ ਹਾਂ। ਲੀਗ ਆਫ ਨੇਸ਼ਨ ਦੇ ਫੇਲ ਹੋਣ ਦੀ ਵਜ੍ਹਾ ਨਾਲ ਹੀ ਤੁਹਾਡੀ ਸੈਕੰਡ ਵਰਲਡ ਵਾਰ ਜਿਹੜੀ ਹੈਗੀ ਉਹ ਹੁੰਦੀ ਹੈ। ਹੁਣ ਲੀਗ ਆਫ ਨੇਸ਼ਨ ਕਿਉਂ ਫੇਲ ਹੋ ਰਹੀ ਆ, ਜਦੋਂ ਵਰਲਡ ਵਾਰ 1 ਹੋਈ ਉਸ ਦੇ ਵਿੱਚ ਟ੍ਰੀਟੀ ਆਫ ਵਰਸੈਲਿਸ ਜਿਹੜੀ ਹੈਗੀ ਉਹ ਸਾਈਨ ਹੋਈ। ਠੀਕ ਹੈ, ਉਸ ਤੋਂ ਇਲਾਵਾ ਜਿਹੜੇ ਮੈਂ ਤੁਹਾਨੂੰ ਨੋਟਸ ਦਵਾਂਗਾ ਨਾ, ਉਹਦੇ ਵਿੱਚ ਜਿਹੜਾ ਟਾਈਪਰਾਈਟਰ ਆ ਨਾ, ਉਸ ਤੇ ਵੀ ਟ੍ਰੀਟੀ ਆਫ ਵਰਸੈਲਿਸ, ਕਿਉਂਕਿ ਮੇਰੀ ਆਦਤ ਮੇਰੀ ਇਦਾਂ ਲਿਖਣ ਦੀ, ਉਸ ਤੇ ਵੀ ਉਹਨੂੰ ਇਦਾਂ ਹੀ ਲਿਖਿਆ ਹੋਇਆ। ਠੀਕ ਹੈ, ਉਹ ਮੈਂ ਤੁਹਾਨੂੰ ਦੱਸ ਦਿਆ ਕਰਾਂਗਾ ਕਿ ਇੱਥੇ ਜਿਹੜਾ TOV ਹੈ ਉਹਦਾ ਮਤਲਬ ਹੈ ਟ੍ਰੀਟੀ ਆਫ ਵਰਸੈਲਿਸ। ਠੀਕ ਹੈ, ਅੱਛਾ, ਟ੍ਰੀਟੀ ਆਫ ਵਰਸੈਲਿਸ ਜਿਹੜੀ ਹੈਗੀ ਉਹ ਸਾਈਨ ਕੀਤੀ ਗਈ। ਉਸ ਦੇ ਵਿੱਚ ਕੀ ਜਰਮਨੀ ਨੂੰ ਕੀ ਕਿਹਾ ਗਿਆ, ਜਰਮਨੀ ਨੂੰ ਕਿਹਾ ਕਿ ਦੇਖ ਜੰਗ ਹੋ ਗਈ ਆ, ਹੁਣ ਜਰਮਨੀ ਇਹ ਮੰਨੇ ਕਿ ਜਿਹੜੀ ਜੰਗ ਹੋਈ ਆ ਜਰਮਨੀ ਦੀ ਵਜ੍ਹਾ ਨਾਲ ਹੋਈ ਆ। ਠੀਕ ਹੈ, ਜਰਮਨੀ ਨੂੰ ਇਹ ਕਹਿ ਕੇ ਹਿਊਮਿਲੀਏਟ ਕੀਤਾ ਗਿਆ। ਸੇਮ ਚੀਜ਼ਾਂ ਜਰਮਨੀ ਨੇ ਪਹਿਲੇ ਕਰ ਚੁੱਕਿਆ ਸੀਗਾ ਫਰਾਂਸ ਦੇ ਨਾਲ, ਫਰਾਂਸ ਨੇ ਡਾਇਰੈਕਟਲੀ ਉਸ ਦਾ ਬਦਲਾ ਲੈਤਾਗਾ। ਠੀਕ ਹੈ, ਉਹ ਕਿੱਦਾਂ ਕੀਤੀਆਂ, ਕਿਵੇਂ ਕੀਤੀਆਂ, ਉਹ ਮੈਟਰਨਿਸ ਸਿਸਟਮ ਦੇ ਦੌਰਾਨ ਮੈਂ ਤੁਹਾਨੂੰ ਦੁਬਾਰਾ ਤੋਂ ਕਰਵਾਵਾਂਗਾ। ਠੀਕ ਹੈ, ਫਿਲਹਾਲ ਇੱਥੇ ਹੀ ਚੱਲਦੇ ਹਾਂ ਅੱਜ, ਕਿਉਂਕਿ ਬ੍ਰੌਡ ਆਈਡੀਆ ਦੇ ਰਿਹਾ ਨਾ, ਇਹ ਸਾਰੀਆਂ ਜਿੰਨੇ ਵੀ 12 ਲੈਕਚਰਸ ਦਾ ਆਈਡੀਆ ਮੈਂ ਤੁਹਾਨੂੰ ਇਕੱਠਾ ਦੇ ਦਿਆਂਗਾ, ਇਹ ਸਾਰੀਆਂ ਚੀਜ਼ਾਂ ਦੁਬਾਰਾ ਤੋਂ ਤੁਹਾਡੀਆਂ ਰਿਪੀਟ ਹੋਣਗੀਆਂ। ਠੀਕ ਹੈ, ਜਰਮਨੀ ਨੂੰ ਕਿਹਾ ਗਿਆ ਕਿ ਜੰਗ ਤੇਰੀ ਵਜ੍ਹਾ ਦੇ ਨਾਲ ਹੋਈ ਆ, ਤੂੰ ਇਸ ਗੱਲ ਨੂੰ ਮੰਨ। ਠੀਕ ਹੈ, ਹੁਣ ਹਾਰਿਆ ਹੋਇਆ ਬੰਦਾ ਮੰਨਣਾ ਪੈਂਦਾ ਉਹਨੂੰ, ਜਰਮਨੀ ਨੇ ਮੰਨ ਲਿਆ, ਜਰਮਨੀ ਨੇ ਸਾਈਨ ਕਰਤਾ। ਪਹਿਲਾ ਪੇਜ ਤੇ ਉਹ ਚੀਜ਼ ਲਿਖੀ ਹੋਈ ਸੀਗੀ ਕਿ ਜਰਮਨੀ ਮੰਨੇ ਕਿ ਜਿਹੜੀ ਜੰਗ ਜਿਹੜੀ ਹੋਈ ਹੈਗੀ ਆ ਉਹਦੀ ਵਜ੍ਹਾ ਨਾਲ ਹੋਈ ਆ। ਦੂਸਰਾ ਪੇਜ ਪਲਟਿਆ ਗਿਆ, ਹੁਣ ਜਰਮਨੀ ਨੇ ਕਿਉਂਕਿ ਮੰਨਿਆ ਜੰਗ ਉਹਦੀ ਵਜ੍ਹਾ ਨਾਲ ਹੋਈ ਆ, ਹੁਣ ਜਰਮਨੀ ਕੀ ਕਰੇਗਾ, 6600 ਮਿਲੀਅਨ ਪਾਉਂਡ ਜਿਹੜੇ ਹੈਗੇ, ਮਿਲੀਅਨ ਪਾਉਂਡ ਸੀ ਕਿ ਬਿਲੀਅਨ ਪਾਉਂਡ ਸੀ, ਫਿਲਹਾਲ ਮੈਨੂੰ ਯਾਦ ਨਹੀਂ ਆ ਰਿਹਾ, ਮਿਲੀਅਨ ਪਾਉਂਡ ਹੀ ਸੀਗੇ, 66 ਮਿਲੀਅਨ ਪਾਉਂਡ ਜਿਹੜੇ ਹੈਗੇ ਆ, ਉਨੀ ਰਕਮ ਜਰਮਨੀ ਜਿਹੜਾ ਹੈਗਾ ਉਹ ਫਰਾਂਸ ਨੂੰ ਦਵੇ, ਜਾਂ ਜਿੰਨੀਆਂ ਵੀ ਪਾਰਟੀ ਸੀਗੀਆਂ ਉਹਨਾਂ ਨੂੰ ਦਵੇ। ਠੀਕ ਹੈ, ਜਰਮਨੀ ਕਹਿੰਦਾ ਮੇਰੇ ਕੋਲੇ ਉਹ ਪੈਸੇ ਨਹੀਂ ਹੈਗੇ, ਫਰਾਂਸ ਕਹਿੰਦਾ ਮੈਨੂੰ ਪਤਾ ਤੇਰੇ ਕੋਲੇ ਉਹ ਪੈਸੇ ਨਹੀਂ ਹੈਗੇ, ਚੁੱਪ ਕਰਕੇ ਸਾਈਨ ਕਰ। ਇਹਨੇ ਸਾਈਨ ਕੀਤੇ। ਤੀਸਰੀ ਗੱਲ, ਤੀਸਰੀ ਪੇਜ ਦੇ ਵਿੱਚ ਕੀ ਲਿਖਿਆ ਗਿਆ, ਕਿਉਂਕਿ ਸਾਨੂੰ ਪਤਾ ਸੀਗਾ ਕਿ ਜਰਮਨੀ ਕੋਲੇ ਉਹਨੇ ਪੈਸੇ ਨਹੀਂ ਹੈਗੇ, ਇਸ ਕਰਕੇ ਜਰਮਨੀ ਕੀ ਕਰੇਗਾ, ਆਪਣਾ ਸਾਰਲੈਂਡ ਜਿਹੜਾ ਹੈਗਾ ਉਹ ਸਾਨੂੰ ਦੇਗਾ। ਸਾਰਲੈਂਡ ਉਹਦਾ ਉਹ ਏਰੀਆ ਸੀਗਾ ਜਿੱਥੇ ਕੋਲ ਤੇ ਸਟੀਲ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਅਮਾਉਂਟ ਦੇ ਵਿੱਚ ਪਿਆ ਸੀਗਾ। ਠੀਕ ਹੈ, ਉਹ ਸਾਰਲੈਂਡ ਉਹਨੇ ਆਪਣਾ ਇਹਨੂੰ ਦਿੱਤਾ, ਤੇ ਨਾਲ ਕਹਿਤਾ ਕਿ 15 ਸਾਲਾਂ ਤੱਕ ਜਿਹੜਾ ਫਰਾਂਸ ਜਿਹੜਾ ਹੈਗਾ ਉਹ ਇਹਨੂੰ ਐਕਸਟ੍ਰੈਕਟ ਕਰੇਗਾ, ਤੇ ਆਪਣੀ ਕੀਮਤ ਜਿਹੜੀ ਹੈਗੀ ਹੈ 66 ਮਿਲੀਅਨ ਪਾਉਂਡ ਜਿਹੜੇ ਹੈਗੇ ਉਹ ਉਤੋਂ ਐਕਸਟ੍ਰੈਕਟ ਕਰੇਗਾ। ਠੀਕ ਹੈ, ਚੌਥੀ ਕੰਡੀਸ਼ਨ ਕੀ ਰੱਖੀ ਗਈ ਕਿ ਇੱਥੇ ਇੱਕ ਛੋਟੀ ਜਿਹੀ ਕੰਟਰੀ ਹੈਗੀ ਆ, ਬ੍ਰਿਟੇਨ ਤੋਂ BR ਤੋਂ ਰਿਲੇਟਡ ਇੱਕ ਕੰਟਰੀ ਹੋਰ ਹੈਗੀ ਆ ਉੱਥੇ, बेलारूस नहीं मे बी बेलारूस इदा दे करके कुछ और कंट्री हैगी उत्थे। ठीक है, वो कंट्री सी छोटी जी कंट्री है। जर्मनी की करेगा, इस कंट्री तो ज्यादा सोल्जर्स नहीं रखेगा। ठीक है, बी तो ही है कोई कंट्री। ठीक है, जो वर्ल्ड वार करवावांगा उदों लिखवा दांगा। ठीक है, तीसरा चौथी चीज आ करती गई। पांचवी चीज की करती गई
कि लीग ऑफ नेशन बने, जर्मनी इस तो एग्री करे कि लीग ऑफ नेशन बनेगी, पर जर्मनी ਨੂੰ ਉਹਦੀ ਮੈਂਬਰਸ਼ਿਪ नहीं ਦਿੱਤੀ ਜਾਏਗੀ। ठीक है, जर्मनी ਨੂੰ कहता कि तू लीग ऑफ नेशन ਮੰਨ कि लीग ऑफ नेशन ਦੀ ਇਦਾਂ ਦੀ ਕੋਈ ਆਰਗੇਨਾਈਜੇਸ਼ਨ ਹੋਏਗੀ, ਉਸ ਨੂੰ ਲੀਗੈਲਿਟੀ ਦੇ, ਪਰ ਤੂੰ ਕਦੀ ਵੀ ਉਹਦਾ ਮੈਂਬਰ ਨਹੀਂ ਬਣੇਗਾ, ਬਾਅਦ ਦੇ ਵਿੱਚ ਇਹਨੂੰ ਮੈਂਬਰ ਬਣਾ ਦੇਣਗੇ। ਅੱਜ ਜਰਮਨੀ ਦੀ ਇੰਨੀ ਜ਼ਿਆਦਾ ਹਿਊਮਿਲੀਏਸ਼ਨ ਹੋਈ ਆ, ਇਸ ਕਰਕੇ ਜਰਮਨੀ ਹੁਣ ਇਸੇ ਦਾ ਬਦਲਾ ਲੈਣ ਵਾਸਤੇ, ਜਿੱਦਣ ਇਹਨੂੰ ਜਰਮਨੀ ਨੂੰ ਬਿਠਾਇਆ ਗਿਆ ਸੀ ਨਾ, ਜਰਮਨੀ ਨੂੰ ਕਿਹਾ ਗਿਆ ਸੀਗਾ, ਜਰਮਨੀ ਜਾ ਕੇ ਕਹਿੰਦਾ ਸੀਗਾ ਕਿ ਆਪਾਂ 20 ਸਾਲ ਬਾਅਦ ਫੇਰ ਮਿਲਾਂਗੇ, तो 20 ਸਾਲ ਬਾਅਦ ਤੁਹਾਡੀ ਜਿਹੜੀ ਹੈਗੀ ਵਰਲਡ ਵਾਰ 2 ਜਿਹੜੀ ਹੈਗੀ ਉਹ ਹੋਈ। ठीक है, 1921 ਦੇ ਆਸ-ਪਾਸ ਜਿਹੜੀ ਹੈਗੀ ਉਹ ਨਹੀਂ 1919 ਦੇ ਆਸ-ਪਾਸ ਜਿਹੜੀ ਹੈਗੀ ਆ ਉਹ ਸਾਈਨ ਕੀਤੀ ਗਈ ਸੀ ਕਿ ਤੇ ਅਗਲੇ 20 ਸਾਲਾਂ ਦੇ ਅੰਦਰ ਅੰਦਰ ਹੀ ਜਿਹੜੀ ਤੁਹਾਡੀ ਸੈਕੰਡ ਵਰਲਡ ਵਾਰ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈ। ठीक है, ਨੈਕਸਟ ਆਨੇ ਆ ਇਟਲੀ ਜਿਹੜਾ ਸੀਗਾ ਉਹ ਕਿਉਂਕਿ ਕਿਹਨਾਂ ਦੇ ਨਾਲ ਮਿਲ ਗਿਆ ਸੀਗਾ, USA ਦੇ ਨਾਲ ਮਿਲ ਗਿਆ ਸੀਗਾ। ਹੁਣ ਇਟਲੀ ਕਹਿੰਦਾ ਕਿ ਦੇਖੋ ਤੁਹਾਨੂੰ ਤੇ ਸਭ ਕੁਝ ਮਿਲ ਰਿਹਾ, ਮੈਨੂੰ ਵੀ ਵਿੱਚੋਂ ਕੁਝ ਦਵਾਓ। ਉਹਨਾਂ ਨੇ ਨਾਲ ਹੀ ਇੱਕ ਕਲੌਜ਼ ਸਾਈਨ ਕਰਤਾ ਬ੍ਰਿਟੇਨ ਨੇ कि ਜਿਹੜੀ ਕੰਟਰੀਜ਼ ਬਾਅਦ ਦੇ ਵਿੱਚ ਬ੍ਰਿਟੇਨ ਦੇ ਨਾਲ ਮਿਲੀਆਂ ਨੇ, USA ਦੇ ਨਾਲ ਮਿਲੀਆਂ ਜਾਂ ਟ੍ਰਿਪਲ ਐਂਟੈਂਟ ਦਾ ਪਾਰਟ ਬਣੀਆਂ ਨੇ, ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾਏਗਾ। ਇਟਲੀ ਵੀ ਹਿਊਮਿਲੀਏਟਡ ਹੋ ਗਿਆ। ਹੁਣ ਇਟਲੀ ਸੈਕੰਡ ਵਰਲਡ ਵਾਰ ਦੇ ਵਿੱਚ ਇਸ ਕਰਕੇ ਜਰਮਨੀ ਦਾ ਸਾਥ ਦੇਗਾ। ठीक है, ਹੁਣ ਇਹ ਸਾਰੇ ਰੀਜ਼ਨਸ ਬਣੇ ਤੁਹਾਡੀ ਲੀਗ ਆਫ ਨੇਸ਼ਨ ਦੇ ਫੇਲ ਹੋਣ ਦੇ। ਉਸ ਤੋਂ ਇਲਾਵਾ ਲੀਗ ਆਫ ਨੇਸ਼ਨ ਨੇ ਕੁਝ ਵਧੀਆ ਕੰਮ ਵੀ ਕਰਵਾਏ, ਜਿੱਦਾਂ ਕਿ ਲੀਗ ਆਫ ਨੇਸ਼ਨ ਨੇ ਕਿਹਾ ਕਿ ਆਪਾਂ ਜਿਹੜੇ ਹੈਗਾ ਪੈਸੇ ਪੂਸੇ ਆਪਾਂ ਬਹੁਤ ਜ਼ਿਆਦਾ ਨਾ ਵਾਰ ਦੇ ਵਿੱਚ ਲਗਾਤੇ। ਹੁਣ ਆਪਾਂ ਕੀ ਕਰਦੇ ਹਾਂ ਕਿ ਆਪਾਂ ਜਿਹੜਾ ਪੈਸਾ ਆਪਾਂ ਇੱਧਰ ਲਗਾ ਰਹੇ ਹਾਂ, ਆਪਾਂ ਉਹਨੂੰ ਇਨਵੈਸਟ ਕਰਦੇ ਹਾਂ ਕਿ ਜਿਹੜੀਆਂ ਦੁਨੀਆ ਦੇ ਵਿੱਚ ਬਿਮਾਰੀਆਂ ਫੈਲੀਆਂ ਹੋਈਆਂ ਨਾ, ਜਿਵੇਂ ਕਿ ਮੀਜ਼ਲਸ ਫੈਲਿਆ ਹੋਇਆ, ਚਿਕਨ ਪੌਕਸ ਫੈਲਿਆ ਹੋਇਆ, ਆਪਾਂ ਉਹਦੀ ਰੈਡੀਕੇਸ਼ਨ ਲਈ ਆਪਾਂ ਕੰਮ ਕਰਦੇ ਹਾਂ। ਇਸ ਦੇ ਲਈ ਇਹਨੇ ਕੰਮ ਸਟਾਰਟ ਹੀ ਕੀਤਾ ਸੀਗਾ, ਲੇਕਿਨ बुरी किस्मत की हुई कि वर्ल्ड वार 2 स्टार्ट हो गई तो इटली उसके लीग ऑफ नेशन उसके रिगार्डिंग काम कर ही नहीं पाया। जे किते उसने उसके रिगार्डिंग काम करता हुंदा, अज जो आप कह रहे हैं कि आप पोलियो एरीडिकेट करता गा, वो आप वर्ल्ड वार 2 तो पहला ही एरीडिकेट कर चुके होंगे। बल्कि अज आप एड्स वर्गिया बीमारियां या कैंसर वर्गिया बीमारियां के उपर अपने पैसे जिहड़े हैगे वो लगा रहे होंगे, उसकी रिसर्च एंड डेवलपमेंट वास्ते आप पैसे जिहड़े हैगे उन्होंने इन्वेस्ट कर रहे होंगे, तो हुण तक आप एड्स ते कैंसर वर्गिया बीमारियां उन्हां दा इलाज आप लभ चुके होंगे। ठीक है, ਤੇ ਇਸ ਵਜ੍ਹਾ ਨਾਲ ਕਿਉਂਕਿ ਉਹ ਹੋ ਗਈ ਤੁਹਾਡੀ ਸੈਕੰਡ ਵਰਲਡ ਵਾਰ ਹੋ ਗਈ, ਤੇ ਇਸ ਦੀ ਵਜ੍ਹਾ ਨਾਲ ਤੁਹਾਡੀ ਲੀਗ ਆਫ ਨੇਸ਼ਨ ਜਿਹੜੀ ਸੀਗੀ ਉਹ ਫੇਲ ਹੋ ਗਈ। ਹੁਣ ਆਨੇ ਆਪਾਂ ਅੱਗੇ (1921) ਦੇ ਵਿੱਚ ਲੀਗ ਆਫ ਨੇਸ਼ਨ ਜਿਹੜੀ ਹੈਗੀ ਉਹਦੀ ਫਾਰਮੇਸ਼ਨ ਹੋਈ ਆ, ਤੇ 1926 ਦੇ ਵਿੱਚ ਕੀ ਹੁੰਦਾ, ਰਿਸੈਸ਼ਨ ਆ ਜਾਂਦਾ। ठीक है, तो रिसैशन अपना पीक कर जाता, मतलब वो अपने ਜਿਹੜੇ ਹੈਗੇ रिसैशन ने अपने सिम्पटम्स दिखाने 1926 ਦੇ ਵਿੱਚ ਹੀ ਸਟਾਰਟ करते ਸੀਗੇ, बट ਜਿਹੜਾ ग्रेट रिसैशन ਹੁੰਦਾ 1929 ਦੇ ਵਿੱਚ फाइनली हो ਜਾਂਦਾ कि ਜਿਹੜਾ USA ਦੀ स्टॉक मार्केट ਜਿਹੜੀ ਹੁੰਦੀ ਹੈ एकदम क्रैश कर ਜਾਂਦੀ ਹੈ, ਤੇ ਆਪਣਾ ਜਿਹੜਾ रिसैशन ਜਿਹੜਾ ਹੈਗਾ ਉਹ ਆ ਜਾਂਦਾ ਹੈ। ठीक है, ਉਸੇ ਵਜ੍ਹਾ ਨਾਲ ਕੀ ਹੁੰਦਾ ਕਿ ਜਿਹੜਾ ਇੰਟਰਨੈਸ਼ਨਲ ਸਪੋਰਟ ਸਿਸਟਮ ਸੀਗਾ ਨਾ, ਕਿ ਜਿਹੜਾ ਲੀਗ ਆਫ ਨੇਸ਼ਨ ਨੇ ਲੈ ਕੇ ਆਏ ਸੀਗੇ ਕਿ ਸਾਰੇ ਨੇਸ਼ਨਸ ਇੱਕ ਦੂਸਰੇ ਨੂੰ ਸਪੋਰਟ ਕਰਨਗੇ, ਕਿਉਂਕਿ ਵਰਲਡ ਵਾਰ 1 ਤੋਂ ਬਾਅਦ ਬਹੁਤ ਸਾਰੀ ਡੈਵਸਟੇਸ਼ਨ ਹੋ ਗਈ ਸੀਗੀ ਕਿ ਸਾਰੇ ਨੇਸ਼ਨ ਜਿਹੜੇ ਇੱਕ ਦੂਸਰੇ ਨੂੰ ਸਪੋਰਟ ਕਰਨਗੇ, ਉਹ ਇੱਕ ਦੂਸਰੇ ਨੂੰ ਸਪੋਰਟ ਹੀ ਨਹੀਂ ਕਰ ਪਾਏ। ਸਾਰੇ ਦੇਸ਼ਾਂ ਨੂੰ ਇਹ ਸੀਗਾ ਕਿ ਆਪਾਂ ਆਪਣੀ ਆਪਣੀ ਇਕਨੋਮੀ ਜਿਹੜੀ ਹੈਗੀ ਉਹ ਬਚਾ ਲਈਏ। ਹੁਣ ਉਹ ਕੀ ਹੋ ਗਏ, ਉਹ ਸੈਲਫ ਸੈਂਟਰਡ ਹੋ ਗਏ। ਇਸ ਦੀ ਵਜ੍ਹਾ ਨਾਲ ਵੀ ਲੀਗ ਆਫ ਨੇਸ਼ਨ ਜਿਹੜੀ ਹੈਗੀ ਉਹ ਫੇਲ ਹੋ ਗਈ, ਤੇ ਜਿਹੜਾ ਆਪਣੀ ਸੈਕੰਡ ਵਰਲਡ ਵਾਰ ਜਿਹੜੀ ਹੈਗੀ ਉਹ ਹੋ ਗਈ। ਉਸੇ ਦੇ ਨਾਲ ਕੀ ਚੀਜ਼ ਹੋਇਆ, ਰਾਈਜ਼ ਆਫ ਫੈਸਿਜ਼ਮ ਹੋ ਗਿਆ, ਜਿਸ ਦੇ ਵਿੱਚ ਹਿਟਲਰ ਉਹ ਜਰਮਨੀ ਦੇ ਵਿੱਚ ਰਾਈਜ਼ ਕਰ ਗਿਆ, ਤੇ ਮੁਸਲੀਨੀ ਜਿਹੜਾ ਹੈਗਾ ਉਹ ਇਟਲੀ ਦੇ ਵਿੱਚ ਰਾਈਜ਼ ਕਰ ਗਿਆ। ਠੀਕ ਹੈ, ਇਹ ਪਾਵਰ ਜਿਹੜੇ ਹੈਗੇ ਆ ਇਹ ਹਾਰਡ ਕੋਰ ਫੈਨੈਟਿਕ ਸੀਗੇ। ਇਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਇੰਟਰਨੈਸ਼ਨਲ ਕੋਆਪਰੇਸ਼ਨ ਕਰਾਂਗੇ ਜੀ। ਠੀਕ ਹੈ, ਦੂਸਰਾ ਅਸੀਂ ਲੀਗ ਆਫ ਨੇਸ਼ਨ ਦੇ ਸਖਤ ਖਿਲਾਫ ਹਾਂ, ਇਹ ਡਾਇਰੈਕਟਲੀ ਉਹਨਾਂ ਦੇ ਅਗੇਂਸਟ ਸੀਗੇ। ਇਸ ਕਰਕੇ ਜਿਹੜੀ ਹੈਗੀ ਲੀਗ ਆਫ ਨੇਸ਼ਨ ਫਾਈਨਲੀ ਫੇਲ ਹੋ ਜਾਏਗੀ, ਤੇ ਦੈਨ ਸੈਕੰਡ ਵਰਲਡ ਵਾਰ ਜਿਹੜੀ ਹੈਗੀ ਉਹ ਹੋ ਜਾਏਗੀ। ਠੀਕ ਹੈ, ਹੁਣ ਵਰਲਡ ਵਾਰ 1 ਹੋਈ 1914 ਤੋਂ ਲੈ ਕੇ 18 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਗ੍ਰੇਟ ਇਕਨੋਮਿਕ ਜਿਹੜਾ ਹੈਗਾ ग्रेट इकोनॉमिक की कहते हो ना रिसैशन आ गया 1929 तो लैके 39 तक वो चलिया। दैन वर्ल्ड वार 2 जी है वो स्टार्ट हो गई अपनी वर्ल्ड वार 2 वो होंगी है खत्म 45 39 तो स्टार्ट हुई 1939 तो स्टार्ट हो गया 45 स्टार्ट हुई। यूरोप जिहड़ा है वो 3 मेजर जिहड़े है डेवस्टेशंस उन्होंने झेल चुकिया गा। हुण यूरोप जिहड़ा है बहुत ज़्यादा कमज़ोर हो गया। हुण की करेगा, इस तो बाद वो जिहड़ियां अपनी कॉलोनीज जिहड़ियां उन्हां ते रूल नहीं कर पाएगा। इस वास्ते तुहाडा इंडिया 47 दे विच आज़ाद होएगा, दैन नाल ही पाकिस्तान, दैन नाल ही तुहाडा श्रीलंका तो बाद चाइना, जापान नहीं चाइना नाल इंडोनेशिया, ये सारे देश जिहड़े है डीकोलोनाइजेशन हुण होनी स्टार्ट हो जाएगी। ठीक है, उस तो बाद की होगा 2 पावर जिहड़ियां इमर्ज होणगियां USA ते USSR। ठीक है, ये 2 मेन सुपर पावर जिहड़ियां ये इमर्ज होणगियां। हुण इन्हां दे विच सब तो पहले हथियारां नूं लैके कि किस दे कोल किन्ने ज़्यादा हथियार है गया उस नूं लैके जंग छिड़ेगी। ठीक है, कि कौन किन्ने ज़्यादा हथियार जिहड़ा है वॉर हेड्स न्यूक्लीयर वॉर हेड्स कौन किन्ने ज़्यादा बना पांदा। ठीक है,
फिर ये एक दूसरे के उपर हथियार दागने भी स्टार्ट कर देंगे कि एक दूसरे के मिसाइल्स दी डायरैक्शन जिहड़ियां वो इधर कर देंगे। जिहड़ा यूएसए आ वो ईस्टर्न यूरोप जिन्हों यूएसएसआर ने जित्तिया होया सीगा उसके उपर मिसाइल्स जिहड़ियां वो कर देगा। तो इधर यूएसए के कोल हैगा क्यूबा, कल वो देखनी है तुसीं, ठीक है। क्यूबा सीगा, रशिया ने इत्थे जिहड़ी हैगी आ एक कम्युनिस्ट सरकार बनवाती ते इत्थे मिसाइल जिहड़ी हैगी आ यूएसए के बैकलैंड ते फ्रंट फुट ते जिहड़ियां हैगियां मिसाइल जिहड़ियां हैगियां वो लगातियां ते कहतियां कि असीं मिसाइल जिहड़ियां हैगियां यूएसए ते छड्ड दांगे। हुण जिहड़ियां नाम कंट्रीज सीगियां नैम कंट्रीज नॉन अलाइनड मूवमेंट वालियां, ठीक है, वो की कह देणगियां वो यूरोप नूं कहणगियां कि तुसीं पिछे हो जाओ, ठीक है। अपनी यूनीफिकेशन के चक्कर दे विच ईस्टर्न यूरोप अलग हो गया सीगा, वैसटर्न यूरोप अलग हो गया सीगा। वैसटर्न यूरोप जिहड़ा सीगा ब्रिटेन वालियां कोले सीगा, ईस्टर्न यूरोप जिहड़ा सीगा कोई रशिया ने इकट्ठा किया होया सीगा। इहनूं कह रहा सीगा यूएसए नूं कि आपां जिहड़ा हैगा आह वाला यूरोप लैणागा, ये कह रहे सीगे रशिया नूं कि आपां वैसटर्न वाला यूरोप लैणा। उन्होंने समझाया नाम वालियां ने कि तुसीं आ जिहड़ी लड़ाई दे विच तुसीं ही तहस नहस हो जाओगे। यूएसए साइड ते बैठागा, उन्हें मिसाइल छड्ड देणियां ते इधर टिकणगियां फिर भी तुहाडा खतरा, जे इन्हें सुरतियां इत्थे फिर भी तुहाडा खतरा गा। इस करके तुसीं चुप कर जाओ। इन्होंने फिर जाके रशिया ते जिहड़ा इहदे विच सीक्रेट टॉक्स करवाइयां रशिया ते यूएसएसआर दे विच। मीनवाइल की हो गया यूएसएसआर दा डिसइंटीग्रेशन हो गया, जिस दे नाल ही कोल्ड वॉर अपनी खत्म हो गई ते उसे दे नाल अपना सिलेबस भी खत्म हो गया, ठीक है। ये सारी स्टोरी सीगी कि किद्दां इनलाइटनमेंट तो लैके सैकेंड वर्ल्ड वॉर या कोल्ड वॉर तक, ठीक है, जिहड़ी वो वॉर चलदी है यूएसए ते यूएसएसआर दे विच वो कोल्ड वॉर सीगी, ठीक है। उसे दे दौरान मिशन जिहड़े हैगे वो बाहर भेजे जाणगे। स्पुतनिक सैटेलाइट जिहड़ी हैगी वो रशिया भेजेगा आसमान दे विच, ठीक है। अमेरिका के साथ सुख जाणगे कि रशिया ने पहले स्पेस दे विच जिहड़ी हैगी अपनी सैटेलाइट भेजती। हुण अमेरिका की करेगा, हुण मून ते जिहड़ा हैगा नील आर्मस्ट्रॉन्ग जिहड़ा हैगा उहनूं भेजा जाएगा, ठीक है। वो सारा पार्ट हैगा कोल्ड वॉर के दौरान ही वो सब चल रहा सीगा, ठीक है। कोल्ड वॉर के दौरान ही जिहड़े ज़्यादा तो ज़्यादा न्यूक्लीयर वॉरहेड जिहड़े हैगे वो बनते हैं, ठीक है। ये सारा सीगा तुहाडा वर्ल्ड हिस्ट्री की पूरी जिहड़ी हैगी है स्टोरी लाइन। हुण मैं वापस वर्ल्ड हिस्ट्री ते तुहानूं लैके जावांगा जिथे आपां फ्यूडलिज्म की चीज़ हुंदी सीगी उहनूं कवर करांगे। दैन उस तो बाद आपां ब्रॉडली आपां कवर करांगे कुछ जिहड़े तुहाडे थिंकर्स हैगे उहनां नूं ते नाल ही आपां कवर करांगे अमेरिकन वॉर ऑफ इंडिपेंडेंस नूं ते फ्रेंच रेवोल्यूशन, ठीक है। 2-3 दिन की हिस्ट्री मैं ब्रॉड हिस्ट्री करवा रहा। दैन उस तो बाद आपां कवर करांगे इनलाइटनमेंट जिहड़ी हैगी उहनूं सारी नूं लिखांगे आपां। दैन उस तो बाद कल की क्लास दे विच तुहानूं अमेरिकन वॉर ऑफ इंडिपेंडेंस दोबारा तो समझावांगा इदां ही घंटा 1.5 घंटा लगा के। दैन उसके बारे आपां लिखांगे। दैन उस तो नैक्सट क्लास दे विच फ्रेंच रेवोल्यूशन इदां ही समझावांगा, ठीक है। ब्रॉडली अज मैं मोटा मोटा दस्सिया तुहानूं, ठीक है। दैन इदां ही ब्रॉडली फ्रेंच रेवोल्यूशन समझांगे ते दैन उहदे बारे लिखांगे, ठीक है। हुण आपां पिछे जांदे एक बारी, क्योंकि मैं स्टोरी तुहानूं दसती कि फ्यूडल तो मैं स्टोरी तुहानूं दसती सी कि पहले फ्यूडल्स हुंदे सीगे, ठीक है। वो फ्यूडलिज्म हुंदा की सीगा, हुण उत्थों चलदे आ। हाँ जी, बंद ही कर दो। दोबारा चला लिया, ठीक है। नहीं कोई गल नहीं, कोई ना चलो हुण आने आपां वापस फ्यूडलिज्म ते। फ्यूडलिज्म जिन्ना तुहानूं समझ आया उन्ना मैनूं दसो की कहने हो तुसीं फ्यूडलिज्म दे अकॉर्डिंग की सीगा? कुछ आइडिया, कोई रफ आइडिया? फ्यूडलिज्म वो एज सीगी जिहदे विच फ्यूडल लॉर्ड्स जिहड़े हैगे वो हुंदे सीगे। फ्यूडल लॉर्ड्स जिवें अज दे जदों आपां जिमीदारी सिस्टम कीता सी ना सेम कुछ उदां दा ही हुंदा सीगा। फ्यूडल लॉर्ड्स जिहड़े हैगे वो हुंदे सीगे। उस टाइम के दौरान उस एज के दौरान 3 मेजर जिहड़ी सोसाइटी जिहड़ी सीगी वो 3 मेजर पार्ट्स दे विच डिवाइडेड सीगी। सब तो पहले तुहाडा किंग आंदा सीगा, ठीक है। दैन उस तो बाद आंदे सीगे तुहाडे फ्यूडल लॉर्ड्स जिन्हां नूं प्रिविलेज नोबेलिटी कहा जांदा सीगा। प्रिविलेज
ਨੋਬਿਲਿਟੀ। ਤੇ ਥਰਡ ਤੁਹਾਡੇ ਆਉਂਦੇ ਸੀਗੇ ਕਾਮਨਰਸ, ਜਿੱਦਾਂ ਕਿ ਆਮ ਲੋਕੀ ਹੁੰਦੇ ਸੀਗੇ। ਹੁਣ ਜਿਹੜੇ ਕਿੰਗਸ ਜਿਹੜੇ ਸੀਗੇ ਉਹ ਤੇ ਪਤਾ ਹੀ ਹੈ, ਠੀਕ ਹੈ, ਉਹਦੇ ਵਿੱਚ ਤਾਂ ਕੁਝ ਵੀ ਐਸਾ ਦੱਸਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਜਿਹੜੀ ਪ੍ਰਿਵਿਲੇਜ ਨੋਬਿਲਿਟੀ ਜਿਹੜੀ ਸੀਗੀ ਉਹਦੇ ਵਿੱਚ ਤੁਹਾਡੀ ਆਉਂਦੀ ਸੀਗੀ ਐਰਿਸਟੋਕ੍ਰੈਟਿਕ ਸਿਸਟਮ ਹੁੰਦਾ ਸੀਗਾ, ਐਰਿਸਟੋਕ੍ਰੈਟਿਕ ਸਿਸਟਮ। ਇਹ ਸਿਸਟਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੀਆਂ ਤੁਹਾਡੀਆਂ ਪੋਸਟ ਜਿਹੜੀਆਂ ਸੀਗੀਆਂ ਨਾ ਉਹ ਤੁਹਾਡੀ ਬਰਥ ਦੇ ਅਕੋਰਡਿੰਗ ਹੀ ਡਿਸਾਈਡ ਕਰ ਦਿੱਤੀਆਂ ਜਾਂਦੀਆਂ ਸੀਗੀਆਂ। ਫੋਰ ਐਗਜ਼ਾਮਪਲ ਕੋਈ ਵੀ ਇੱਥੇ ਕੰਸੈਪਟ ਨਹੀਂ ਹੁੰਦਾ ਸੀਗਾ ਇਕੁਐਲਿਟੀ ਦਾ, ਕੋਈ ਇਕੁਐਲਿਟੀ ਨਹੀਂ ਹੁੰਦੀ ਸੀਗੀ। ਜੇ ਤੁਸੀਂ ਬਰਥ ਲੈ ਲਿਆ ਹਾਈ ਕਲਾਸ ਦੇ ਵਿੱਚ ਤੇ ਤੁਹਾਡੇ ਫਾਦਰ ਕੋਈ ਪਾਰਟਿਕੂਲਰ ਜੌਬ ਕਰ ਰਹੇ ਨੇ, ਫੋਰ ਐਗਜ਼ਾਮਪਲ ਉਹ ਕਮਾਂਡਰ ਨੇ ਆਰਮੀ ਦੇ, ਤੇ ਤੁਹਾਨੂੰ ਉਸੇ ਬੇਸਿਸ ਦੇ ਉੱਪਰ, ਕਿਉਂਕਿ ਤੁਸੀਂ ਉਹਦੇ ਬੇਟੇ ਹੋ ਜਾਂ ਬੇਟੀ ਹੋ, ਤੇ ਤੁਹਾਨੂੰ ਉਸਦੇ ਕਮਾਂਡ ਆਰਮੀ ਦਾ ਕਮਾਂਡਰ ਜਿਹੜਾ ਹੈਗਾ ਉਹ ਲਗਾ ਦਿੱਤਾ ਜਾਂਦਾ ਸੀਗਾ। ਇਹ ਸੀਗੀ ਪ੍ਰਿਵਿਲੇਜ ਕਲਾਸ ਜਾਂ ਇਹ ਸੀਗੀ ਐਰਿਸਟੋਕ੍ਰੇਸੀ, ਠੀਕ ਹੈ। ਕੋਈ ਕੰਸੈਪਟ ਨਹੀਂ ਹੁੰਦਾ ਸੀਗਾ ਮੈਰਿਟ ਬੇਸ ਦਾ, ਠੀਕ ਹੈ, ਕੋਈ ਕੰਸੈਪਟ ਨਹੀਂ ਹੁੰਦਾ ਸੀਗਾ ਇਕੁਐਲਿਟੀ ਦਾ, ਠੀਕ ਹੈ। ਕੋਈ ਬੰਦਾ ਜੋ ਹਾਇਰ ਕਾਸਟ ਦੇ ਵਿੱਚ ਜਨਮ ਲੈ ਲਿਆ ਜਾਂ ਪਾਰਟਿਕੂਲਰ ਕਲਾਸ ਦੇ ਵਿੱਚ ਜੇ ਉਹਨੇ ਜਨਮ ਲੈ ਲਿਆ ਤੇ ਉਹ ਪਾਰਟਿਕੂਲਰ ਕੰਮ ਜਿਹੜਾ ਹੈਗਾ ਉਹੀਓ ਕਰਦਾ ਸੀਗਾ, ਇਰਰਿਸਪੈਕਟਿਵ ਆਫ ਦਾ ਫੈਕਟ ਕਿ ਉਸਨੂੰ ਉਹ ਕੰਮ ਜਿਹੜਾ ਹੈਗਾ ਉਹ ਆਂਦਾ ਕਿ ਨਹੀਂ ਆਂਦਾ, ਜਾਂ ਉਹ ਜੋ ਪੋਜੀਸ਼ਨ ਉਹਨੂੰ ਦੇ ਦਿੱਤੀ ਗਈ ਆ ਉਸ ਪੋਜੀਸ਼ਨ ਦੇ ਲਾਇਕ ਹੈਗਾ ਕਿ ਨਹੀਂ ਹੈਗਾ, ਠੀਕ ਹੈ। ਇਹ ਸੀਗੀ ਤੁਹਾਡੀ ਪ੍ਰਿਵਿਲੇਜ ਕਲਾਸ। ਹੁਣ ਜਿਹੜਾ ਫ੍ਰੈਂਚ ਰੈਵੋਲੂਸ਼ਨ ਜਦੋਂ ਆਈ ਉਸਨੇ ਇਸੇ ਆਈਡੀਆ ਨੂੰ ਐਕਸਪੋਜ਼ ਕੀਤਾ ਜਾਂ ਇਸੇ ਆਈਡੀਆ ਦੇ ਅਗੇਂਸਟ ਸੀਗੀ। ਨੈਪੋਲੀਅਨ ਬੰਦਾ ਆ, ਠੀਕ ਹੈ, ਆਰਮੀ ਦੇ ਵਿੱਚ ਇੱਕ ਨਾਰਮਲ ਸੋਲਜਰ ਸੀਗਾ, ਲੇਕਿਨ ਉਹ ਅੱਗੇ ਜਾ ਕੇ ਫਰਾਂਸ ਦਾ ਕਿੰਗ ਬਣ ਗਿਆ, ਠੀਕ ਹੈ, ਔਨ ਦਾ ਬੇਸਿਸ ਆਫ ਹਿਸ ਮੈਰਿਟ, ਠੀਕ ਹੈ। ਤੇ ਜਿਹੜੀ ਫ੍ਰੈਂਚ ਰੈਵੋਲੂਸ਼ਨ ਜਿਹੜੀ ਆਈ ਉਹ ਇਸੇ ਆਈਡੀਆ ਦੇ ਅਗੇਂਸਟ ਸੀਗੀ, ਫਿਊਡਲਿਜ਼ਮ ਦੇ ਆਈਡੀਆ ਦੇ। ਹੁਣ ਮੈਨੂੰ ਦੱਸੋ ਲਿਬਰਲਿਜ਼ਮ ਦਾ ਆਈਡੀਆ ਕੀ ਹੁੰਦਾ? ਕਿੰਨੇ ਤਰੀਕੇ ਦਾ ਹੁੰਦਾ ਲਿਬਰਲਿਜ਼ਮ? ਲਿਬਰਲਿਜ਼ਮ ਜਿਹੜਾ ਹੁੰਦਾ ਉਹ ਤੁਹਾਡਾ ਤਿੰਨ ਤਰੀਕੇ ਦਾ ਹੁੰਦਾ। ਸਭ ਤੋਂ ਪਹਿਲਾਂ ਤੁਹਾਡਾ ਹੁੰਦਾ ਇਕਨੋਮਿਕ ਲਿਬਰਲਿਜ਼ਮ, ਦੂਸਰਾ ਤੁਹਾਡਾ ਹੁੰਦਾ ਪੋਲੀਟੀਕਲ, ਤੇ ਤੀਸਰਾ ਤੁਹਾਡਾ ਹੁੰਦਾ ਸੋਸ਼ਲ, ਠੀਕ ਹੈ। ਸਭ ਤੋਂ ਪਹਿਲਾਂ ਇਕਨੋਮਿਕ ਲਿਬਰਲਿਜ਼ਮ ਦਾ ਆਈਡੀਆ ਡਿਸਕਸ ਕਰਦੇ ਆ। ਇਹ ਆਈਡੀਆ ਦਿੱਤਾ ਐਡਮ ਸਮਿਥ ਨੇ, ਠੀਕ ਹੈ। ਤੁਹਾਨੂੰ ਡਾਇਰੈਕਟ ਕੁਐਸਚਨਸ ਆਣਗੇ, ਉਹ ਜਿਹੜੀ ਮੈਂ ਤੁਹਾਨੂੰ ਸ਼ੀਟ ਦਿੱਤੀ ਹੈ ਨਾ 12 ਪੇजेस ਦੀ, ਜੋ ਕੁਐਸਚਨਸ ਆਣੇ ਆ ਪ੍ਰੀ ਦੇ ਵਿੱਚ ਉਸ ਦੇ ਵਿੱਚੋਂ ਹੀ ਆਣਗੇ, ਠੀਕ ਹੈ। ਉਸ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਦੱਸਿਆ ਹੋਇਆ, ਠੀਕ ਹੈ। ਜੋ ਮੇਨਸ ਦੇ ਕੁਐਸਚਨ ਆਣਗੇ, ਇਨਲਾਈਟਨਮੈਂਟ ਦੇ ਕੀ ਕੁਐਸਚਨ ਆਣਗੇ ਆ ਮੈਨੂੰ ਯਾਦ ਕਰਾ ਦਿਓ, ਮੈਂ ਪਹਿਲੇ ਕਲਾਸ ਨਾ ਬੰਦ ਕਰ ਦਵਾਂ, ਠੀਕ ਹੈ। ਤੇ ਆਪਾਂ ਉਹ ਇਨਲਾਈਟਨਮੈਂਟ ਦੇ ਵਿੱਚੋਂ ਕੀ ਕੁਐਸਚਨਸ ਆ ਸਕਦੇ ਆ ਉਹ ਮੈਂ ਦੱਸਣੇ ਆ, ਠੀਕ ਹੈ। ਚਲੋ, ਐਡਮ ਸਮਿਥ ਜਿਹੜਾ ਹੈਗਾ ਉਹ ਆਈਡੀਆ ਦਿੰਦਾ ਲੈਜ਼ਰ-ਫੇਅਰ ਦਾ, ਠੀਕ ਹੈ। ਲੈਜ਼ਰ-ਫੇਅਰ ਦੇ ਆਈਡੀਆ ਦੇ ਵਿੱਚ ਕੀ ਦਿੱਤਾ, ਕੀ ਉਹ ਕਹਿੰਦਾਗਾ ਕਿ ਜਿਹੜੀ ਸਟੇਟ ਜਿਹੜੀ ਹੈਗੀ ਆ ਉਹਦੀ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਉਹ ਘਟਾਓ, ਜਿਹੜੇ ਐਂਟਰਪ੍ਰੀਨਿਓਰਸ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੋ, ਉਹ ਆਪਣੇ ਅਕੋਰਡਿੰਗ ਜਿਹੜਾ ਹੈਗਾ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਜਦੋਂ ਉਹਨਾਂ ਨੂੰ ਦੇਖੇਗਾ ਕਿ ਜ਼ਿਆਦਾ ਫਾਇਦਾ ਸਾਨੂੰ ਮਿਲ ਜਾਏਗਾ, ਸਰਕਾਰ ਸਾਡੇ ਤੋਂ ਜ਼ਿਆਦਾ ਟੈਕਸਸ ਨਹੀਂ ਲੈ ਰਹੀ ਆ, ਤੇ ਉਹ ਕੀ ਕਰਨਗੇ, ਆਪਣੇ ਜਿਹੜਾ ਬਿਜ਼ਨਸ ਜਿਹੜਾ ਹੈਗਾ ਉਹਨੂੰ ਹੋਰ ਜ਼ਿਆਦਾ ਪ੍ਰੋਸਪਰ ਕਰਨ ਦੀ ਜੀ ਤੋੜ ਲਗਾ ਕੇ ਕੋਸ਼ਿਸ਼ ਕਰਨਗੇ, ਠੀਕ ਹੈ। ਉਹੀਓ ਆਈਡੀਆ ਸੀਗਾ ਇਹਦਾ ਇਕਨੋਮਿਕ ਲਿਬਰਲਿਜ਼ਮ ਦਾ, ਕਿ ਸਰਕਾਰ ਜਿਹੜੀ ਹੈਗੀ ਆ, ਗਵਰਨਮੈਂਟ ਜਿਹੜੀ ਹੈਗੀ ਆ, ਉਹ ਆਪਣਾ ਇੰਟਰਵੈਂਸ਼ਨ ਜਿਹੜਾ ਹੈਗਾ ਉਹ ਘੱਟ ਕਰ ਦੇ। ਉਸ ਟਾਈਮ ਤੇ ਗਵਰਨਮੈਂਟ ਨਹੀਂ ਹੁੰਦੀ ਸੀ, ਉਸ ਟਾਈਮ ਤੇ ਕੌਣ ਹੁੰਦੇ ਸੀਗੇ? ਫਿਊਡਲ ਲਾਰਡਸ, ਠੀਕ ਹੈ, ਫਿਊਡਲਿਜ਼ਮ ਵਾਲੇ ਬੰਦੇ, ਠੀਕ ਹੈ। ਉਹ ਕੀ ਕਹਿ ਰਿਹਾ ਹੁਣ, ਐਡਮ ਸਮਿਥ ਕੀ ਕਹਿ ਰਿਹਾ ਕਿ ਫਿਊਡਲ ਲਾਰਡ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਜ਼ਿਆਦਾ ਟੈਕਸਸ ਨਾ ਲਗਾਉਣ, ਇਹਨਾਂ ਨੂੰ ਜਿਹੜਾ ਬਿਜ਼ਨਸ ਜਿਹੜਾ ਹੈਗਾ ਉਹਨੂੰ ਇੰਡੀਪੈਂਡੈਂਟ ਕਰ ਦੇਣ ਗਵਰਨਮੈਂਟ ਤੋਂ ਜਾਂ ਫਿਊਡਲਸ ਤੋਂ, ਠੀਕ ਹੈ, ਜਾਂ ਕਿੰਗ ਤੋਂ, ਠੀਕ ਹੈ। ਇਹ ਆਈਡੀਆ ਸੀਗਾ ਇਕਨੋਮਿਕ ਲਿਬਰਲਿਜ਼ਮ ਦਾ। ਹੁਣ ਆਉਂਦੇ ਆ ਪੋਲੀਟੀਕਲ ਲਿਬਰਲਿਜ਼ਮ ਜਿਹੜਾ ਹੈਗਾ ਉਹ ਕੀ ਸੀਗਾ। ਉਹਦੇ ਵਿੱਚ ਕੀ ਕਿਹਾ ਗਿਆ ਕਿ ਕਿੰਗ ਜਿਹੜਾ ਹੈਗਾ ਉਹਨੂੰ ਡਿਵਾਈਨ ਜਿਹੜਾ ਹੈਗਾ ਡਿਵਾਈਨ ਰਾਈਟ ਜਿਹੜੇ ਹੈਗੇ ਉਹ ਦਿੱਤੇ ਗਏ। ਜੋ ਕਿੰਗ ਕਹਿੰਦਾ ਉਹਨੂੰ ਲੋਕੀ ਮੰਨ ਲੈਂਦੇ ਨੇ ਅੰਨੇ ਹੋ ਕੇ, ਠੀਕ ਹੈ, ਕਿ ਜੋ ਕਿੰਗ ਕਹਿੰਦਾ ਉਹ ਲੋਕਾਂ ਦੇ ਅਕੋਰਡਿੰਗ ਉਹੀ ਸੱਚ ਆ। ਉਹ ਕਹਿੰਦਾ ਕਿ ਜਿਹੜਾ ਕਿੰਗ ਦੀ ਜਿਹੜੀ ਡਿਵਾਈਨ ਰਾਈਟ ਚੁਰੀ ਆ ਉਹਨੂੰ ਡਿਸਕਾਰਡ ਕਰੋ, ਠੀਕ ਹੈ। ਕਿੰਗ ਜਿਹੜਾ ਹੈਗਾ ਇਨਫੈਕਟ ਕਿੰਗ ਨੂੰ ਹੀ ਡਿਸਕਾਰਡ ਕਰ ਦੋ। ਲੋਕੀ ਜਿਹੜੇ ਹੈਗੇ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਜਿਹੜੇ ਹੈਗੇ ਉਹ ਬਣਾਉਣ, ਲੋਕੀ ਆਪਣਾ ਇੱਕ ਰਿਪਬਲਿਕ ਚੁਣਨ, ਵੋਟਿੰਗ ਦੇਣ ਲੋਕਾਂ ਨੂੰ, ਵੋਟਿੰਗ ਰਾਈਟਸ ਮਿਲਣ, ਤੇ ਲੋਕੀ ਆਪ ਵੋਟਾਂ ਪਾ ਕੇ ਆਪਣਾ ਰਿਪਬਲਿਕ ਜਿਹੜਾ ਹੈਗਾ ਉਹਨੂੰ ਚੁਣ ਲੈਣ। ਕਨਸਟੀਟਿਊਸ਼ਨਲਿਜ਼ਮ ਦੀ ਗੱਲ ਉਹਦੇ ਵਿੱਚ ਹੁੰਦੀ ਹੈ ਕਿ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਬਣਾਇਆ ਜਾਏ। ਰਾਜਾ ਜੇ ਤੁਹਾਡੇ ਉੱਤੇ ਹੋਵੇ ਵੀ, ਰਾਜੇ ਦੀਆਂ ਜਿਹੜੀਆਂ ਪਾਵਰ ਜਿਹੜੀਆਂ ਹੈਗੀਆਂ ਉਹਨੂੰ ਮਿਨੀਮਾਈਜ਼ ਕਰ ਦਿਓ, ਤੇ ਉਹਦੀਆਂ ਜਿਹੜੀਆਂ ਪਾਵਰ ਜਿਹੜੀਆਂ ਹੈਗੀਆਂ ਉਹ ਕਨਸਟੀਟਿਊਸ਼ਨ ਦੇ ਵਿੱਚ ਲਿਖ ਦਿਓ, ਠੀਕ ਹੈ। ਇਹ ਕਨਸੈਪਟ ਹੁੰਦਾ ਤੁਹਾਡਾ ਕਨਸਟੀਟਿਊਸ਼ਨਲਿਜ਼ਮ ਦਾ, ਠੀਕ ਹੈ। ਹੁਣ ਤੁਹਾਨੂੰ ਕਨਸਟੀਟਿਊਸ਼ਨਲਿਜ਼ਮ ਵੀ ਸਮਝ ਆ ਗਿਆ, ਅਰਿਸਟੋਕ੍ਰੇਸੀ ਵੀ ਸਮਝ ਆ ਗਿਆ, लिबरलिज्म भी समझ आ गया, फ्यूडलिज्म भी समझ आ गया, ठीक है। तीन चार कंसेप्ट में करवाते हैं। नेक्स्ट की होया कि पावर जी है वो लिख दो। ये सारा की सीगा तुहाडा पॉलिटिकल लिबरलिज्म, कि पॉलिटिकली लिबरलाइज कर दो कंट्री नूं। कितना होएगा जो कॉन्स्टिट्यूशन लिखा जाएगा, लोग अपना राजा जो खुद चुनणगे या अपना प्रधानमंत्री या प्रेजिडेंट खुद चुनणगे। एक ही हो गया पॉलिटिकली लिबरलाइज हो गए लोग। इकनॉमिकली लिबरलाइज कितना हो गए कि लोगों को टैक्सेस उन्होंने घट कर दो, सरकार जी इंटरवेंशन घट कर दे, लोगों को अपने अकॉर्डिंग काम कर दो, ठीक है। थर्ड हैगा सोशल लिबरलिज्म।
सोशल लिबरलिज्म दे विच की सीगा कि लोकी जिहड़े हैगे क्योंकि किंग जिहड़ा सीगा उहनूं डिवाइन मानदे सीगे ते उन्हां ने की किया हुण किंग जिहड़ा हैगा जो कहंदा सीगा वो सच सीगा। ਇਹਦੇ ਵਿੱਚ ਤੁਹਾਡੇ ਥਿੰਕਰ ਜਿਹੜੇ ਹੈਗੇ ਉਹ ਆਉਣਗੇ ਥਾਮਸ ਹੌਬਸ ਜਿਹੜੇ ਹੈਗੇ ਆ ਉਹ ਇੱਕ ਥਿਊਰੀ ਦੇਣਗੇ ਸੋਸ਼ਲ ਕੰਟਰੈਕਟ ਥਿਊਰੀ। ਠੀਕ ਹੈ, ਉਹਦੇ ਵਿੱਚ ਅਲੱਗ-ਅਲੱਗ ਗੱਲਾਂ ਜਿਹੜੀਆਂ ਉਹ ਕੀ ਕਹੀਆਂ ਜਾਣਗੀਆਂ ਉਹ ਮੈਂ ਅੱਗੇ ਦੱਸ ਦਾਂਗਾ। ਠੀਕ ਹੈ, ਥਾਮਸ ਹੌਬਸ ਜਿਹੜੇ ਹੈਗੇ ਸਭ ਤੋਂ ਪਹਿਲੇ ਇਹਦੇ ਉੱਪਰ ਕੰਮ ਕਰਨਗੇ, ਦੈਨ ਉਸ ਤੋਂ ਬਾਅਦ ਜੌਨ ਲੌਕ ਆਉਣਗੇ ਉਹ ਵੀ ਇਹਦੇ ਉੱਪਰ ਕੰਮ ਕਰਨਗੇ, ਦੈਨ ਰੂਸ਼ੋ ਆਏਗਾ ਉਹ ਵੀ ਇਹਦੇ ਉੱਪਰ ਕੰਮ ਕਰੇਗਾ। ਇਹ ਵੇਰੀਅਸ ਅਲੱਗ-ਅਲੱਗ ਆਈਡੀਆਜ਼ ਦੇਣਗੇ, ਜਿਵੇਂ ਰੂਸ਼ੋ ਜਿਹੜਾ ਹੈਗਾ ਡੈਮੋਕ੍ਰੇਸੀ ਦਾ ਆਈਡੀਆ ਦੇਗਾ, ਜੌਨ ਲੌਕ ਜਿਹੜਾ ਹੈਗਾ ਲਿਬਰਟੀ ਦਾ ਆਈਡੀਆ ਦੇਗਾ, ਇਹ ਅਲੱਗ-ਅਲੱਗ ਆਈਡੀਆਜ਼ ਵੀ ਦੇਣਗੇ। ਠੀਕ ਹੈ, ਦੈਨ ਉਹ ਕਹਿਣਗੇ ਕਿ ਆਪਾਂ ਇਹ ਥਾਮਸ ਹੌਬ ਜਦੋਂ ਆਪਣੀ ਸੋਸ਼ਲ ਕੰਟਰੈਕਟ ਥਿਊਰੀ ਦਿੰਦਾ ਉਹਦੇ ਵਿੱਚ ਉਹ ਕੀ ਕਹਿੰਦਾ ਕਿ ਆਪਾਂ ਨਾ ਇੱਕ ਸਿਸਟਮ ਡਿਵੈਲਪ ਕਰਦੇ ਆ, ਇੱਕ ਸੈਕੂਲਰ ਸਿਸਟਮ ਡਿਵੈਲਪ ਕਰਦੇ ਆ। ਆਪਾਂ ਇਸ ਤੋਂ ਪਹਿਲੇ ਕੀ ਕਰ ਰਹੇ ਆ ਕਿ ਰਿਲੀਜਨ ਤੇ ਪੋਲਿਟਿਕਸ ਇਹ ਦੋਨਾਂ ਨੂੰ ਰਿਲੇਟ ਕਰ ਰਹੇ ਆ। ਉਹ ਕਹਿੰਦਾ ਕਿ ਜਿਹੜਾ ਰਿਲੀਜਨ ਜਿਹੜਾ ਹੈਗਾ ਉਹਨੂੰ ਪ੍ਰਾਈਵੇਟ ਅਫੇਅਰ ਬਣਾ ਦਿੱਤਾ ਜਾਏ। ਠੀਕ ਹੈ, ਕਿ ਆਪਾਂ ਕੀ ਕਰਦੇ ਸੀਗੇ, ਜਿਸ ਭਗਵਾਨ ਦੀ ਪੂਜਾ ਰਾਜਾ ਕਰਦਾ ਸੀਗਾ ਉਸੇ ਭਗਵਾਨ ਦੀ ਪੂਜਾ ਜਿਹੜੀ ਉਹਦੀ ਪ੍ਰਜਾ ਜਿਹੜੀ ਹੈਗੀ ਉਹ ਕਰਦੀ ਸੀ। ਉਹਨੇ ਕਿਹਾ ਕਿ ਇਸ ਚੀਜ਼ ਨੂੰ ਖਤਮ ਕਰੋ, ਲੋਕੀ ਕਿਸ ਰਿਲੀਜਨ ਦੀ ਪੂਜਾ ਕਰਨੀ ਚਾਹੁੰਦੇ ਹੋ ਲੋਕਾਂ ਦੀ ਮਰਜ਼ੀ ਆ, ਜਿਹੜਾ ਉਹਦਾ ਰਿਲੀਜਨ ਜਿਹੜਾ ਹੈਗਾ ਉਹਨੂੰ ਪ੍ਰਾਈਵੇਟ ਅਫੇਅਰ ਬਣਾ ਦਿਓ ਤੇ ਜਿਹੜਾ ਪੋਲੀਟੀਕਲ ਅਫੇਅਰ ਜਿਹੜਾ ਹੈਗਾ ਉਹਨੂੰ ਅਲੱਗ ਕਰ ਦਿਓ, ਉਹਨੂੰ ਇੱਕ ਪਬਲਿਕ ਅਫੇਅਰ ਬਣਾ ਦਿਓ। ਠੀਕ ਹੈ, ਕਿ ਜਿਹੜੀ ਪੋਲਿਟਿਕਸ ਤੁਹਾਡੀ ਹੈਗੀ ਉਹ ਪਬਲਿਕ ਅਫੇਅਰ ਆ, ਜੋ ਪਾਲਿਸੀਜ਼ ਡਿਵੈਲਪ ਹੋਣਗੀਆਂ ਉਹ ਪਬਲਿਕ ਨੂੰ ਧਿਆਨ ਦੇ ਵਿੱਚ ਰੱਖ ਕੇ ਡਿਵੈਲਪ ਹੋਣਗੀਆਂ, ਨਾ ਕਿ ਰਿਲੀਜਨ ਨੂੰ ਧਿਆਨ ਦੇ ਵਿੱਚ ਰੱਖ ਕੇ। ਠੀਕ ਹੈ, ਤੇ ਜੋ ਤੁਹਾਡਾ ਰਿਲੀਜਨ ਹੋਏਗਾ ਤੁਹਾਡਾ ਪ੍ਰਾਈਵੇਟ ਅਫੇਅਰ ਹੋਏਗਾ, ਤੁਸੀਂ ਆਪਣਾ ਪ੍ਰਾਈਵੇਟ ਅਫੇਅਰ ਪਬਲਿਕ ਦੇ ਉੱਪਰ ਨਹੀਂ ਥੋਪੋਗੇ। ਠੀਕ ਹੈ, ਇਹ ਥਿਊਰੀ ਦੇਤੀ ਆ ਜਿਹੜੀ ਸੀਗੀ ਇਹਨੇ ਸੈਕੂਲਰ ਆਈਡੀਆ ਦਿੱਤਾ ਇਹਨੇ ਰੂਸ਼ੋ ਨੇ। ਠੀਕ ਹੈ, ਤੇ ਇਹੀ ਆਈਡੀਆਜ਼ ਨੂੰ ਅੱਗੇ ਜਾ ਕੇ ਮੌਂਟੇਸ਼ ਤੇ ਵੋਲਟੇਅਰ ਇਹ ਦੋਨੋਂ ਅੱਗੇ ਜਾ ਕੇ ਇਸੇ ਆਈਡੀਆਜ਼ ਦੇ ਉੱਪਰ ਕੰਮ ਕਰਨਗੇ। ਠੀਕ ਹੈ, ਇਹ ਹੋ ਗਈ ਤੁਹਾਡੀ ਲਿਬਰਲਿਜ਼ਮ ਵੀ ਡਿਸਕਸ ਹੋ ਗਿਆ। ਠੀਕ ਹੈ, ਇਹਨੂੰ ਆਪਾਂ ਹੌਲੀ ਹੌਲੀ ਕਲਾਸਿਸ ਦੇ ਵਿੱਚ ਜਾਂ ਤੁਹਾਡੇ ਨੋਟਸ ਦੇ ਵਿੱਚ ਮੈਂ ਅਲੱਗ ਤੋਂ ਦਿੱਤਾ ਹੋਇਆ। ਠੀਕ ਹੈ, ਅੱਜ ਇਹਨਾਂ ਨੂੰ ਆਪਾਂ ਲਿਖਣਾ ਵੀ ਹੈ। ਨੈਕਸਟ ਅੱਗੇ ਕੀ ਹੁੰਦਾ, ਇੱਕ ਹੋਰ ਥਿੰਕਰ ਆਉਂਦਾ ਐਮਨੁਅਲ ਕਾਂਤ। ਕਾਂਤ ਜਿਹੜਾ ਹੈਗਾ ਹਾਈਪੋਥੇਸਿਸ ਜਿਹੜੇ ਹੈਗੇ ਆ ਉਹ ਦੇ ਦਿੰਦਾ, ਇੱਕ ਪੈਂਫਲੇਟ ਛਪਾਉਂਦਾਗਾ, ਉਹਦੇ ਵਿੱਚ ਲਿਖਦਾਗਾ ਵਾਟ ਇਜ਼ ਇਨਲਾਈਟਨਮੈਂਟ, ਤੇ ਇਹ ਪੈਂਫਲੇਟਸ ਚਰਚਿਸ ਦੇ ਬਾਹਰ ਜਿਹੜੇ ਹੈਗੇ ਉਹਨੂੰ ਫੈਲਾ ਦਿੰਦਾ। ਉਸ ਦੇ ਵਿੱਚ ਇਹ ਕੀ ਕਰਦਾਗਾ ਕਿ ਡੇਅਰ ਟੂ ਆਸਕ, ਇਹ ਗੱਲ ਕਹਿੰਦਾ ਡੇਅਰ ਟੂ ਆਸਕ ਕਿ ਸਵਾਲ ਪੁੱਛਣ ਦੀ ਹਿੰਮਤ ਰੱਖੋ। ਠੀਕ ਹੈ, ਤੁਹਾਡੀ ਪ੍ਰੋਬਲਮ ਕੀ ਆ ਕਿ ਤੁਸੀਂ ਸੋਚਦੇ ਹੀ ਨਹੀਂ ਹੋ। ਜੇ ਤੁਸੀਂ ਸੋਚਦੇ ਨਹੀਂ ਹੋ ਤੁਸੀਂ ਸਵਾਲ ਨਹੀਂ ਪੁੱਛਦੇ, ਜਦ ਤੁਸੀਂ ਸਵਾਲ ਨਹੀਂ ਪੁੱਛਦੇ ਤਾਂ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਪ੍ਰੀਵੇਲ ਕਰ ਜਾਂਦੀਆਂ ਨੇ। ਇਸ ਕਰਕੇ क्वेश्चन पूछने की हिम्मत रखो, सवाल पूछो। जे कोई कहता किंग इज डिवाइन है कि किंग डिवाइन है, ये कहता कि किंग नूं पता गा, कहता कि थोड़ी देर लिए मैं मान लेना किंग डिवाइन है कि किंग ये दस सकता कि अगला अर्थक्वेक कदों आएगा, जो नहीं दस सकता तो फिर वो गॉड नहीं हैगा, जो गॉड नहीं हैगा फिर वो डिवाइन नहीं हैगा। इदां दे आइडियाज कांत ने दिते, एमिनल कांत। ठीक है, हुण ये कहता कि एक होर आइडिया इहदे विच दिता जांदा, इसी इनलाइटनमेंट दी एज दे विच एक होर आइडिया दिता जांदा डाइज़म दा। डाइज़म का आइडिया की कहता कि आप थोड़ी देर वास्ते मान लेने कि भगवान हैगा, भगवान ने की किया यूनीवर्स की रचना करती, हुण यूनीवर्स की रचना करके उन्होंने डेली अफेयर्स के इंटरफेयर करन नहीं आएगा। ठीक है, एक बार उन्हें यूनीवर्स की रचना करती, इंसान बनाते, हुण जिहड़ा यूनीवर्स जिहड़ा हैगा यूनीवर्सल लॉज के अकॉर्डिंग चलेगा, उस दे अकॉर्डिंग गाइड होएगा तो उस दे अकॉर्डिंग यूनीवर्स जिहड़ा हैगा अगे चलता रहेगा, उस तरह ही इंसान भी अगे चलते रहेंगे। भगवान जो है बार बार इंटरवीन करन नहीं आएगा कि तुहानूं जॉब नहीं मिल रही तो भगवान आए वो आके जॉब दिलवाए, अपनी मेहनत करो जॉब ले लो। ठीक है, तुहाडे कोले पैसे नहीं है, तुहाडे कोले घर नहीं है, मेहनत करो पैसे कमाओ घर बनाओ। भगवान वो चीज़ां नहीं करेगा, भगवान ने दुनिया बनाती, वो दूसरी साइड से मुंह करके बैठ गया वा, वो अपने काम कर रहा है। ठीक है, उसनूं होर बथेरे काम आ वो दूसरे काम कर रहा, और रादर दैन तुसीं भगवान की पूजा करी जा रहे हो कि भगवान सानूं हैगा जॉब दिलवा देगा या साडू घर बनवा देगा, सानूं अमीर कर देगा, वो काम भगवान नहीं करेगा। ये आइडिया हैगा डाइज़म का। ठीक है, दैन उस दे नाल जिहड़ा हैगा डाइज़म ने होर की किया कि आपां जिहड़े हैगे वो आपां अदर वर्ल्ड ओरीएंटेड रहने, आपां नूं की कहना दिस वर्ल्ड ओरीएंटेड रहना, अदर वर्ल्ड ओरीएंटेड आपां किद्दां रहने, आपां की करदे हैं कि अपना जन्म हो गया इस अर्थ के उपर, अर्थ के उपर जन्म होया ते आपां किसी गरीब फैमिली दे विच पैदा हो गए। हुण गरीब फैमिली दे विच आपां क्यों पैदा हो गए, क्योंकि आपां पिछले जन्म दे विच बुरे कर्म कीते सीगे। ये कंसैप्ट हैगा अदर वर्ल्ड ओरीएंटेड कंसैप्ट आ कि आप दूसरे वर्ल्ड से ओरीएंटेड रह रहे हैं कि आप गरीब इस करके हैं क्योंकि आप पिछले जन्म के बुरे कर्म किए थे। ठीक है, दैन हुण जे आप मेहनत करके अमीर हो जाइए तो आप ये सोच के जड़ियां हैगियां अपने पैसे का मज़ा ना लै सकीए कि आप जे आप मज़ा लै लवांगे तो आप नैक्सट जन्म के उसका बुरे उसका जोड़ा है फल जोड़ा है वो नैक्सट वो नहीं मिलेगा। जो आप भगवान की पूजा नहीं करांगे, आप पैसे कमा लिया, आप आईफोन खरीद लांगे, छुट्टियां ते चल जाएंगे,
ਜਾਂ ਫਿਰ ਮਹਿੰਗੇ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਲਾਂਗੇ, ਉਸ ਦੀ ਵਜ੍ਹਾ ਨਾਲ ਕੀ ਹੋਏਗਾ, ਭਗਵਾਨ ਜਿਹੜਾ ਹੈਗਾ ਉਹ ਨਾਰਾਜ਼ ਹੋ ਜਾਏਗਾ। ਉਹ ਕਿਉਂ ਨਾਰਾਜ਼ ਹੋਏਗਾ? ਠੀਕ ਹੈ, ਆਪਾਂ ਫਿਰ ਅਦਰ ਵਰਲਡ ਓਰੀਐਂਟਡ ਹੀ ਹੋ ਰਹੇ ਹਾਂ ਕਿ ਆਪਾਂ ਅਗਲੇ ਜਨਮ ਦਾ ਸੋਚ ਰਹੇ ਹਾਂ। ਪਹਿਲਾਂ ਜਦੋਂ ਗਰੀਬ ਸੀਗੇ ਪਿਛਲੇ ਜਨਮ ਦਾ ਸੋਚਦੇ ਰਹੇ, ਹੁਣ ਜਦੋਂ ਅਮੀਰ ਹੋ ਗਏ ਹੁਣ ਅਗਲੇ ਜਨਮ ਦਾ ਸੋਚ ਰਹੇ ਕਿ ਅਗਲਾ ਜਨਮ ਸੁਧਾਰ ਲਈਏ। ਉਹ ਕਹਿੰਦਾ ਕਿ ਦਿਸ ਵਰਲਡ ਓਰੀਐਂਟਡ ਰਹੋ, ਅਗਲੇ ਵਰਲਡ ਤੇ ਜਿਹੜਾ ਹੈਗਾ ਉਹ ਨਾ ਜਾਓ। ਠੀਕ ਹੈ, ਸੇਮ ਆਈਡੀਆ ਆਜੀਵਿਕਾ ਸੈਕਟ ਦੇ ਰਿਹਾ ਸੀਗਾ। ਆਪਾਂ ਪੜ੍ਹਿਆ ਸੀ ਨਾ ਏਸ਼ੀਅਨ ਹਿਸਟਰੀ ਦੇ ਵਿੱਚ, ਆਜੀਵਿਕਾ ਸੈਕਟ ਕੀ ਕਹਿ ਰਿਹਾ ਸੀਗਾ ਕਿ ਭਗਵਾਨ ਜਿਹੜਾ ਹੈਗਾ ਉਹ ਨਹੀਂ ਹੁੰਦਾ, ਉਹ ਆਪਣਾ ਕੰਮ ਕਰਕੇ ਬੈਠ ਜਾਏਗਾ। ਹੁਣ ਤੁਸੀਂ ਆਪਣੀ ਮਿਹਨਤ ਕਰੋ ਤੇ ਜਿਹੜਾ ਹੈਗਾ ਕੀ ਕਹਿੰਦੇ ਆ, ਜੋ ਤੁਸੀਂ ਆਪਣੀ ਮਿਹਨਤ ਦੇ ਨਾਲ ਜੋ ਪੈਸਾ ਕਮਾਉਂਦੇ ਹੋ ਉਹਨੂੰ ਜਿੱਦਾਂ ਮਰਜ਼ੀ ਇਨਵੈਸਟ ਕਰੋ। ਠੀਕ ਹੈ, ਇਨਵੈਸਟ ਕਰੋ, ਵੇਸਟ ਕਰੋ, ਤੁਹਾਡੇ ਤੇ ਆ। ਠੀਕ ਹੈ, ਤੇ ਇਹ ਕਨਸੈਪਟ ਜਿਹੜਾ ਹੈਗਾ ਇਸੇ ਦੇ ਨਾਲ ਆਪਣਾ ਜਿਹੜਾ ਮੋਕਸ਼ ਦਾ ਕਨਸੈਪਟ ਜਿਹੜਾ ਹੈਗਾ ਉਹ ਆਉਂਦਾ ਹੈਗਾ ਕਿ ਜੇ ਆਪਾਂ ਇਸ ਜਨਮ ਦੇ ਵਿੱਚ ਕੀ ਕਰ ਲਵਾਂਗੇ, ਜਿਹੜੀਆਂ ਹੈਗੀਆਂ ਆਪਾਂ ਜੇ ਆਪਣੇ ਪੈਸੇ ਜਿਹੜੇ ਹੈਗੇ ਜੇ ਆਪਾਂ ਨੂੰ ਭਗਵਾਨ ਤੇ ਨਹੀਂ ਉਹ ਦੇਵਾਂਗੇ ਜਾਂ ਆਪਣਾ ਦਾਨ ਆਪਾਂ ਨਹੀਂ ਕਰਾਂਗੇ ਤਾਂ ਆਪਾਂ ਅਗਲੇ ਜਨਮ ਦੇ ਵਿੱਚ ਆਪਾਂ ਨੂੰ ਮੋਕਸ਼ ਨਹੀਂ ਮਿਲੇਗਾ। ਤੇ ਇਸ ਜਨਮ ਦੇ ਵਿੱਚ ਤੇ ਆਪਾਂ ਹਿਊਮਨ ਬਣ ਗਏ, ਹੋ ਸਕਦਾ ਅਗਲੇ ਜਨਮ ਦੇ ਵਿੱਚ ਚੀਂਟੀ ਬਣ ਜੀਏ। ਠੀਕ ਹੈ, ਕੀੜੀ ਬਣ ਜੀਏ। ਠੀਕ ਹੈ, ਤੇ ਇਹੋ ਕਨਸੈਪਟ ਜਿਹੜਾ ਹੈਗਾ ਇਹਨੂੰ ਆਜੀਵਿਕਾ ਸੈਕਟ ਜਿਹੜਾ ਹੈਗਾ ਇਹ ਉਹਦੇ ਅਗੇਂਸਟ ਸੀਗਾ। ਠੀਕ ਹੈ, ਹੁਣ ਕਾਂਤ ਕੀ ਕਹਿੰਦਾ ਹੈ ਇਸ ਦੇ ਉੱਪਰ? ਉਹ ਕਹਿੰਦਾ ਹੈ ਕਿ ਇਦਾਂ ਨਹੀਂ ਹੈ ਕਿ ਜੇ ਆਪਾਂ ਵੈਲਥ ਜਿਹੜੀ ਹੈਗੀ ਉਹ ਐਕਵਾਇਰ ਕਰ ਲਈ ਆ ਤੇ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਜਿਹੜਾ ਭਗਵਾਨ ਜਿਹੜਾ ਹੈਗਾ ਉਹ ਅਮੀਰ ਬੰਦੇ ਦੇ ਜ਼ਿਆਦਾ ਕਰੀਬ ਹੁੰਦਾ। ਫੋਰ ਐਗਜ਼ਾਮਪਲ ਅੰਬਾਨੀ ਹੈਗਾ, ਠੀਕ ਹੈ, ਅੰਬਾਨੀ ਨੇ ਮੰਨ ਲਓ ਵੈਸ਼ਨੋ ਦੇਵੀ ਮੱਥਾ ਟੇਕਣਾ, ਉਹ ਕੀ ਕਰੇਗਾ, ਹੈਲੀਕਾਪਟਰ ਤੇ ਜਾਏਗਾ। ਠੀਕ ਹੈ, ਲਾਈਨ ਦੇ ਵਿੱਚ ਵੀ ਨਹੀਂ ਲੱਗੇਗਾ। ਠੀਕ ਹੈ, ਪੈਸੇ ਦੇ ਕੇ ਅੱਗੇ ਜਾਏਗਾ, ਪੰਡਿਤ ਨੂੰ ਪੈਸੇ ਦੇਗਾ, ਆਰਤੀ ਕਰੇਗਾ। ਠੀਕ ਹੈ, ਰਾਦਰ ਦੈਨ ਦੂਸਰਾ ਬੰਦਾ ਜੋ ਵਿਚਾਰਾ ਹੋ ਸਕਦਾ ਆਪਣੇ ਘਰੋਂ ਹੀ ਚੱਲ ਕੇ ਗਿਆ ਹੋਵੇ, ਸਾਈਕਲ ਤੇ ਗਿਆ ਹੋਵੇ, ਕਿੱਦਾਂ ਮਰਜੀ ਗਿਆ ਹੋਵੇ। ਠੀਕ ਹੈ, ਦੈਨ ਲਾਈਨ 'ਚ ਲੱਗੇਗਾ। ਠੀਕ ਹੈ, ਦੈਨ ਪੰਡਿਤ ਉਹਨੂੰ ਆਰਤੀ ਵੀ ਨਹੀਂ ਕਰਨ ਦੇਗਾ, ਆਰਤੀ ਪੰਡਿਤ ਹੀ ਕਰੇਗਾ। ਠੀਕ ਹੈ, ਤੁਸੀਂ ਆਰਤੀ ਅਟੈਂਡ ਕਰੋ ਤੇ ਨਿਕਲੋ। ਠੀਕ ਹੈ, ਸੇਮ ਕੰਸੈਪਟ ਉਹ ਕੀ ਕਹਿੰਦਾ ਕਿ ਹੋ ਸਕਦਾ ਜੇ ਤੁਸੀਂ ਵੈਲਥ ਐਕਵਾਇਰ ਕਰ ਲਓ, ਕਾਂਤ ਕਹਿੰਦਾ ਹੋ ਸਕਦਾ ਜੇ ਤੁਸੀਂ ਵੈਲਥ ਐਕਵਾਇਰ ਕਰ ਲਓ ਤੁਸੀਂ ਭਗਵਾਨ ਦੇ ਜ਼ਿਆਦਾ ਕਰੀਬ ਚੱਲ ਜਾਓ। ਠੀਕ ਹੈ, ਜਿਹੜਾ ਅੰਬਾਨੀ ਵਾਲਾ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ। ਠੀਕ ਹੈ, ਉਸੇ ਦੇ ਨਾਲ ਇਹ ਕਹਿੰਦਾਗਾ ਕਿ ਤੁਸੀਂ ਭਗਵਾਨ ਤੇ ਜ਼ਿਆਦਾ ਯਕੀਨ ਨਾ ਕਰਕੇ ਜਾਂ ਭਗਵਾਨ ਦੀ ਪੂਜਾ ਜ਼ਿਆਦਾ ਨਾ ਕਰਕੇ ਆਪਣੇ ਜਿਹੜੇ ਤੁਹਾਡੇ ਕਰਮ ਜਿਹੜੇ ਹੈਗੇ ਉਹਦੇ ਉੱਪਰ ਬਿਲੀਵ ਕਰੋ। ਠੀਕ ਹੈ, ਉਹ ਐਸੇ ਚ ਵਰਡ ਜਿਹੜੇ ਹੈਗੇ ਉਹ ਕਰਮਾਂ ਵਾਲੇ ਨਹੀਂ ਯੂਜ਼ ਕਰ ਰਿਹਾ, ਲੇਕਿਨ ਜੋ ਉਹਦਾ ਮੇਨ ਐਬਸਟ੍ਰੈਕਟ ਜਿਹੜਾ ਹੈਗਾ ਕਾਂਤ ਦਾ ਉਹ ਮੈਂ ਤੁਹਾਨੂੰ ਇਦਾਂ ਦੱਸ ਰਿਹਾ। ਠੀਕ ਹੈ, ਕਾਂਤ ਇਹ ਸਾਰੀਆਂ ਗੱਲਾਂ ਕਰਦਾ। ਉਸੇ ਦੇ ਨਾਲ ਆਪਣਾ ਇੱਕ ਕਨਸੈਪਟ ਆ ਜਾਂਦਾ ਵੈਸਟਰਨ ਇਨਲਾਈਟਨਮੈਂਟ ਦਾ। ਵੈਸਟਰਨ ਜਦੋਂ ਇਨਲਾਈਟ ਹੋਇਆ ਉਹ ਕਹਿੰਦੇ ਕਿ ਅਸੀਂ ਜਿਹੜੇ ਹੈਗੇ ਅਸੀਂ ਮਟੀਰੀਅਲਿਸਟਿਕ ਇਨਲਾਈਟਨ ਹੋਏ। ਠੀਕ ਹੈ, ਤੇ ਅਸੀਂ ਸਾਇੰਟੀਫਿਕਲੀ ਇਨਲਾਈਟਡ ਹੋਏ, ਜਦਕਿ ਜਿਹੜਾ ਇੰਡੀਆ ਸੀਗਾ ਵੈਸਟਰਨ ਦੇ ਵਿੱਚ ਇਨਲਾਈਟਨਮੈਂਟ ਆਈ ਹੈ 1700 ਦੇ ਵਿੱਚ। 1600 ਦੇ ਵਿੱਚ ਉਹਨਾਂ ਨੇ ਸਭ ਕੁਝ ਇਹ ਸਾਰੇ ਕੰਮ ਜਿਹੜੇ ਹੈਗੇ ਉਹ ਹੋ ਰਹੇ ਸੀਗੇ। ਠੀਕ ਹੈ, ਉਸ ਤੋਂ ਇਲਾਵਾ ਹੋਰ ਵੀ ਵਾਹੀਆਤ ਚੀਜ਼ਾਂ ਉੱਥੇ ਹੋ ਰਹੀਆਂ ਸੀਗੀਆਂ, ਉਹ ਵੀ ਡਿਸਕਸ ਕਰਦੇ ਹਾਂ ਥੋੜੀ ਟਾਈਮ ਦੇ ਵਿੱਚ ਹੀ। ਵੈਸਟਰਨ ਦੇ ਵਿੱਚ ਇਨਲਾਈਟਨਮੈਂਟ ਆਈ 1700 ਦੇ ਆਸ-ਪਾਸ। ਉਦੋਂ ਲੋਕਾਂ ਨੇ ਸਮਝ ਲਿਆ ਕਿ ਭਗਵਾਨ ਵਰਗੀ ਕੋਈ ਚੀਜ਼ ਨਹੀਂ ਹੈਗੀ। ਠੀਕ ਹੈ, ਉਹ ਮੰਨ ਗਏ ਉਸ ਚੀਜ਼ ਨੂੰ। ਵੈਸਟਰਨ ਕੀ ਕਹਿੰਦਾ, ਇੰਡੀਆ ਨੂੰ ਇਹ ਆਈਡੀਆ 600 BC ਦੇ ਵਿੱਚ ਆ ਗਿਆ ਸੀਗਾ, ਇਹਨਾਂ ਨੂੰ AD ਦੇ ਵਿੱਚ ਆਉਂਦਾ, ਇਹਨਾਂ ਨੂੰ 600 BC 400 to 600 BC ਦੇ ਆਸ-ਪਾਸ ਹੀ ਇਹਨਾਂ ਨੂੰ ਇਹ ਆਈਡੀਆ ਮਿਲ ਗਿਆ ਸੀਗਾ। ਤੁਹਾਨੂੰ ਕੁਐਸਚਨ ਕੌਣ ਦਿੰਦਾ ਇਹ ਆਈਡੀਆ? ਥੋੜਾ ਜ਼ੋਰ ਦੀ ਬੋਲਿਓ। ਕੌਣ ਕਹਿੰਦਾ ਭਗਵਾਨ ਨਹੀਂ ਹੈਗਾ? ਇਹ ਛੱਡ ਦੋ, ਕੌਣ ਕਹਿੰਦਾ ਭਗਵਾਨ ਨਹੀਂ ਹੈਗਾ? ਅਜੀਵਿਕਾ ਸੈਕਟ ਕਹਿ ਰਿਹਾ, ਬੁੱਧਿਜ਼ਮ ਕਹਿ ਰਿਹਾ, ਜੈਨਿਜ਼ਮ ਕਹਿ ਰਿਹਾ। ਠੀਕ ਹੈ, ਇਹ ਕਨਸੈਪਟ ਪਹਿਲੇ ਹੀ ਦੇ ਕੇ ਜਾ ਚੁੱਕੇ ਸੀਗੇ। ਪਰ ਕਾਂਤ ਕੀ ਕਹਿੰਦਾ ਜਾਂ ਜਿਹੜੇ ਵੈਸਟਰਨ ਥਿੰਕਰਸ ਜਿਹੜੇ ਹੈਗੇ ਉਹ ਕੀ ਕਹਿੰਦੇ ਆ, ਇੰਡੀਆ ਨੂੰ ਇਨਲਾਈਟਨਮੈਂਟ ਮਿਲੀ ਲੇਕਿਨ ਉਹ ਉਸ ਇਨਲਾਈਟਨਮੈਂਟ ਨੂੰ ਸਪਿਰਿਚੁਅਲੀ ਲੈ ਗਿਆ, ਉਸਨੂੰ ਸਮਝਿਆ ਹੀ ਨਹੀਂ ਇੰਡੀਆ ਕਦੀ ਵੀ। ਠੀਕ ਹੈ, ਇਸ ਕਰਕੇ ਜਿਹੜਾ ਇੰਡੀਆ ਦਾ ਇਨਲਾਈਟਨਮੈਂਟ ਦਾ ਕਨਸੈਪਟ ਹੈ ਉਹ ਬੈਕਵਰਡ ਰਹਿ ਗਿਆ। ਠੀਕ ਹੈ, ਤੇ ਸਾਡਾ ਇਨਲਾਈਟਨਮੈਂਟ ਦਾ ਕਨਸੈਪਟ ਜਿਹੜਾ ਹੈਗਾ ਜ਼ਿਆਦਾ ਫਾਰਵਰਡ ਹੋ ਗਿਆ। ਉਸ ਤੋਂ ਇਲਾਵਾ ਆਪਾਂ ਇਹਨਾਂ ਨੂੰ ਡਿਸਕਾਰਡ ਕਰਤਾ। ਬੁੱਧਾ ਕਹਿੰਦੇ ਸੀਗੇ ਭਗਵਾਨ ਹੈਗਾ ਨਹੀਂ, ਜੈਨਿਜ਼ਮ ਕਹਿੰਦਾ ਭਗਵਾਨ ਨਹੀਂ ਹੈਗਾ, ਆਪਾਂ ਉਹਨਾਂ ਨੂੰ ਹੀ ਭਗਵਾਨ ਬਣਾਤਾ। ਇਨਫੈਕਟ ਆਪਾਂ ਉੱਥੇ ਤੱਕ ਚੱਲ ਗਏ, ਆਪਾਂ ਇਹ ਕਹਿਣਾ ਸਟਾਰਟ ਕਰਤਾ ਕਿ ਜਿਹੜਾ ਬੁੱਧਾ ਜਿਹੜਾ ਹੈਗਾ ਉਹ ਵਿਸ਼ਨੂੰ ਦਾ ਹੀ ਅਵਤਾਰ ਹੈਗਾ। ਠੀਕ ਹੈ, ਇਹ ਕਹਾਣੀ ਮੈਂ ਤੁਹਾਨੂੰ ਦੱਸੀ ਸੀਗੀ। ਚਲੋ ਨੈਕਸਟ, ਹੁਣ ਇਸ ਤੋਂ ਪਹਿਲੇ ਕੀ ਹੁੰਦਾ ਸੀਗਾ ਕਿ ਜਿਹੜਾ ਵੈਸਟਰਨ ਦੇ ਵਿੱਚ ਜਦੋਂ ਆਇਆ ਇਨਲਾਈਟਨਮੈਂਟ ਆਈ ਤੇ ਉਦੋਂ ਉੱਥੇ ਕਨਸੈਪਟ ਆਇਆ ਰੈਨੇਸਾਂ ਦਾ। ਠੀਕ ਹੈ, ਇੰਡੀਆ ਦੇ ਵਿੱਚ ਵੀ ਰੈਨੇਸਾਂ ਜਿਹੜਾ ਸੀਗਾ ਉਹ ਆਇਆ। ਰੈਨੇਸਾਂ ਦਾ ਮਤਲਬ ਕੀ ਹੈਗਾ ਕਿ ਜਦੋਂ ਇਨਲਾਈਟਨਮੈਂਟ ਵਾਲੀ ਏਜ ਆ ਜਾਵੇ ਉਸ ਏਜ ਨੂੰ ਰੈਨੇਸਾਂ ਜਿਹੜਾ ਹੈਗਾ, ਜਦੋਂ ਜੋ ਉਸਦਾ ਪ੍ਰੋਸੈਸ ਹੈਗਾ ਉਹ ਪ੍ਰੋਸੈਸ ਰੈਨੇਸਾਂ ਤੋਂ ਹੋ ਕੇ ਗੁਜ਼ਰੇਗਾ। ਜਦੋਂ ਆ ਸਾਰੇ ਬੰਦੇ ਆਉਣਗੇ, ਡਾਇਜ਼ਮ ਦਾ ਕਨਸੈਪਟ ਆਏਗਾ, ਕਾਂਤ ਦਾ ਕਨਸੈਪਟ ਆਏਗਾ, ਵੋਲਟੇਅਰ ਦਾ ਕਨਸੈਪਟ ਆਏਗਾ, ਰੂਸ਼ੋ ਦਾ ਕਨਸੈਪਟ ਆਏਗਾ। ਠੀਕ ਹੈ, ਐਰਿਸਟੋਟਲ ਛੱਡ ਦਿੰਦੇ ਫਿਲਹਾਲ, ਕਾਂਤ ਕਰਾਤੇ, ਵੋਲਟੇਅਰ ਦਾ ਕਨਸੈਪਟ ਆਏਗਾ। ਉਹ ਸਾਰਾ ਪੀਰੀਅਡ ਜਿਹੜਾ ਹੈਗਾ ਉਹ ਹੈਗਾ ਰੈਨੇਸਾਂ ਦਾ ਪੀਰੀਅਡ। ਉਸ ਦੇ ਦੌਰਾਨ ਕੀ ਹੋ ਰਹੇ ਸੀਗੇ, ਚਰਚਿਸ ਜਿਹੜੇ ਸੀਗੇ ਉਹ ਜ਼ਿਆਦਾ ਫੇਮਸ ਸੀਗੇ। ਜਦੋਂ ਮੈਂ ਦੱਸਿਆ ਸੀ ਨਾ ਕਿ 1600 ਚ ਕਾਫੀ ਵਾਹੀਆ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੋ ਰਹੀਆਂ ਸੀਗੀਆਂ, ਉਹ ਕੌਣ ਕਰ ਰਹੇ ਸੀਗੇ? ਚਰਚਿਸ ਕਰ ਰਹੇ ਸੀਗੇ।
उस पीरियड ਨੂੰ ਕਿਹਾ ਜਾਂਦਾ ਡਾਰਕ ਏਜਸ। ਡਾਰਕ ਏਜਸ ਜਿਹੜਾ ਹੈਗਾ ਉੱਥੇ ਚਰਚਸ ਦਾ ਰੂਲ ਹੁੰਦਾ ਸੀਗਾ। ਡਾਰਕ ਏਜਸ ਦੇ ਵਿੱਚ ਕੀ ਹੁੰਦਾ ਸੀਗਾ, ਮੈਂ ਤੁਹਾਨੂੰ ਇੱਕ ਸਟੇਟਮੈਂਟ ਦੱਸਦਾ, ਮੈਨੂੰ ਟਰੂ ਤੇ ਫਾਲਸ ਦੱਸਣਾ। सन rises in the east and sets in the west, true के false? True, false। सन ਤੇ स्टेशनरी है, सन किदा ईस्ट तो राइज कर सकता ते वेस्ट तो फॉल कर सकता, ठीक है। सन ते स्टेशनरी है, यही गल्लां उस टाइम ते थिंकर जिहड़े हैगे वो कह रहे सीगे, लेकिन क्योंकि रूल चर्चेस कर रहे सीगे, जो बंदा इदां दीयां गल्लां करदा सीगा उन्हां नूं मरवा दित्ता जांदा सीगा। सुकरात, सोक्रेट्स, वन ऑफ देम, ठीक है। दूसरा, अपने दिमाग दे विच वो चीज़ां इन्नियां ज़्यादा इनवाइव कर दित्तियां गईयां कि उस चीज़ नूं की कह दित्ता गया, यूनीवर्सल ट्रुथ ने, ठीक है। अज भी उस चीज़ नूं कहा जाता कि सन राइजेस इन द ईस्ट सेट्स इन द वेस्ट, इट इज़ अ यूनीवर्सल ट्रुथ, लेकिन ये चीज़ तो ट्रुथ है ही नहीं, ठीक है। सन तो स्टेशनरी है, अर्थ रोटेट कर रहा है, ठीक है। चर्च जी सी वो चाहती सी कि अपना माइंड जो है वो करप्ट कर सके, तो अज के तुहाडे आंसर ने उस तो भी डिक्लेयर करता कि अपना माइंड ऑलरेडी करप्ट कर चुके हैं, ठीक है। उन्होंने माइंड अपना इस करके करप्ट किया कि जे माइंड करप्ट नहीं होएगा तो लोग की करेंगे, लोग पढ़ना स्टार्ट करेंगे, लोग पढ़ना स्टार्ट करेंगे तो की करेंगे, लोग क्वेश्चन करेंगे। चर्च चाहती ही नहीं सी कि लोग जड़े क्वेश्चन करन। अज भी कोई भी धर्म होवे, बीट सिखिज्म, जैनिज्म, एनीथिंग, ठीक है, हिंदुइज्म, कोई भी, इस्लाम, वो चाहते नहीं कि तुम क्वेश्चन करो, ठीक है। जेड़ा बंदा क्वेश्चन करता उन्होंने बिठा दिता जाता, ठीक है। उन्होंने क्वेश्चन सब तो पहले उन्होंने वो किया जाता, डीमोरलाइज किया जाता कि उन्हें क्वेश्चन पूछ ही क्यों लिया। फॉर एग्जाम्पल किसी ने क्वेश्चन पूछ भी लिया, उन्होंने डीमोरलाइज किया जाता कि तू क्वेश्चन पूछ कितना लिया, ठीक है। इस वास्ते क्यों, क्योंकि हर क्वेश्चन का लॉजिकल आंसर नहीं होता। लॉजिकल आंसर उदों ही होता जो चीज़ां साइंटिफिक होण, जो तक चीज़ां सिर्फ स्पिरिचुअल बेसिस से चल रही होंदियां, साइंटिफिक नहीं होंदियां, उन्हां दा लॉजिकल आंसर होंदा ही नहीं है, ठीक है। हुण जदों लॉजिकल आंसर नहीं होएगा तो लॉजिकल आंसर दे नहीं पाउणगे। जदों तक किसी बंदे नूं लॉजिकल आंसर नहीं दोगे वो नहीं मनेगा। दूसरा, जदों वो बंदा नहीं मनेगा दूसरे बंदे नूं भड़काएगा, ठीक है, उन्हां दी लैंग्वेज दे विच भड़काएगा, उस बंदे दी लैंग्वेज दे विच उन्हां नूं समझाएगा या सही रस्ते ते लैके आएगा, ठीक है। हुण जदों दूजे नूं भड़काएगा तो की करेगा, उन्हां दा भी विश्वास जिहड़ा हैगा वो करदा जाएगा रिलीजियस इंस्टीट्यूशनस तो। हुण रिलीजियस इंस्टीट्यूशनस किस तरीके नाल पैसे कमाउंदे सीगे, मैं एग्जांपल चर्च दा लवांगा, तुसीं जो रिलीजन तो बिलोंग करदे हो तुसीं उहदे अकॉर्डिंग उसनूं रिलेट कर दोगे, ठीक है। हुंदा की आ कि चर्च ते स्टेट जिहड़ी सीगी वो कदी चाहुंदी नहीं सीगी कि तुसीं जिहड़ी हैगी वो नॉलेज लैके आओ। उस टाइम ते एक बंदा आया, रेने डिस्कार्ट, उन्हें एक स्टेटमेंट दी कि आई डाउट देयरफॉर आई थिंक एंड देयरफॉर आई एम, ठीक है। उस बंदे ने की किया कि जे तुसीं जानना चाहते हो ना कोई भी स्टेटमेंट तो तुसीं सब तो पहले उस पर डाउट करो। फॉर एग्जाम्पल उन्हें अपनी एग्जिस्टेंस से ही डाउट किया कि मैं डाउट किया कि मैं एग्जिस्ट करदा कि नहीं करदा। फिर उसने सोचा कि जे मैं एग्जिस्ट करदा ही नहीं हुंदा तो मैं सोचदा किदां इस बारे, तो इन्ना तो क्लीयर हो गया कि मैं तो हैगा। हुण सेम कंसैप्ट के नाल मैनूं ये डिसाइड कर दो कि गॉड है कि नहीं है, ठीक है। आ गल किहने कीती, रेने डिस्कार्ट ने, ठीक है। दैन हुण की हुंदा, जो चर्चिस जिहड़ियां सीगियां उस टाइम ते रेनेसां ते नाल रीफॉर्मेशन आई। चर्चिस की करदियां सीगियां, चर्चिस दे दो कंसैप्ट जिहड़े हैगे वो लैके आए, ठीक है। एक सीगा आइडिया ऑफ इंडलजेंस ते दूसरा सीगा आइडिया ऑफ रेलिक्स। आइडिया ऑफ इंडलजेंस दे विच इन्हें की किया, चर्च ने की किया, कहंदी कि फॉर एग्जाम्पल तुसीं ना कोई सिन कर लियागा, ठीक है। हुण तुसीं वो सिन कर लियागा तो तुसीं इदां करो, फादर दे कोल आओ, उसदे कोल कन्फेस करो, ठीक है। हुण जदों तुसीं उत्थे आओगे तो कन्फेस करोगे तो कुछ पैसे भी दोगे फादर नूं, ठीक है। उस दे नाल चर्चे जिहड़े हैगे वो चलदे रहणगे, ठीक है। सेम कंसैप्ट हैगा सिखिज्म दे विच। सिखिज्म दे विच हैगा पंथ तो छेदना, ठीक है। सिखिज्म दे विच हुंदा कि तुसीं कोई बहुत वड्डा पाप करता ना तो तुहानूं पंथ तो छेद दिता जाता। हुण तुसीं अपने पंथ दे विच वापस आना चाहते हो, ठीक है, तो तुसीं की करो, गुरुद्वारिਆਂ ਦੇ ਵਿੱਚ ਜਾਓ, ਉੱਥੇ ਤੁਸੀਂ ਸੇਵਾ ਕਰੋ, ਲੋਕਾਂ ਦੇ ਜੁੱਤੇ ਜਿਹੜੇ ਹੈਗੇ ਉਹਨੂੰ ਸਾਫ਼ ਕਰੋ, ਲੰਗਰ ਦੀ ਸੇਵਾ ਕਰੋ। ਜਦੋਂ ਤੁਸੀਂ ਇਹ ਸਭ ਕਰ ਰਹੇ ਹੋਵੋਗੇ, ਜੋ ਉੱਥੇ ਚੰਗੀਆਂ ਆਤਮਾਵਾਂ ਆ ਰਹੀਆਂ ਨਾ, ਇਹ ਚੰਗੀਆਂ ਸੋਲਸ ਆ ਰਹੀਆਂ, ਉਹ ਤੁਹਾਡੇ ਜਦੋਂ ਇਹ ਕੰਮ ਨੂੰ ਦੇਖਣਗੀਆਂ ਉਹ ਮਿਲ ਕੇ ਸਾਰੇ ਮਿਲ ਕੇ ਤੁਹਾਡੇ ਵਾਸਤੇ ਪ੍ਰੇਅਰ ਕਰਨਗੇ। ਤੇ ਹੋ ਸਕਦਾ ਜਦੋਂ ਸਾਰੇ ਮਿਲ ਕੇ ਤੁਹਾਡੇ ਵਾਸਤੇ ਪ੍ਰੇਅਰ ਕਰਨ ਤੇ ਤੁਹਾਡਾ ਜਿਹੜਾ ਰੱਬ ਜਿਹੜਾ ਹੈਗਾ, ਤੁਹਾਡਾ ਵਾਹਿਗੁਰੂ ਜਿਹੜਾ ਹੈਗਾ ਉਹ ਕੀ ਕਰੇਗਾ, ਉਹ ਤੁਹਾਨੂੰ ਮਾਫ ਕਰ ਦੇਗਾ ਜੋ ਤੁਹਾਡੇ ਤੋਂ ਗਲਤੀ ਹੋਈ ਆ, ठीक है। जो माफ कर देगा तो तुसी ऑटोमैटिकली, ठीक है, फिर तुहानूं किसी दी अथॉरिटी की लोड़ थोड़ी है कि तुसी सिख हैगे हो कि नहीं हैगे, तुहानूं पता है, तुहाडे रब नूं पता कि तुहानूं माफ कर दिता गया, ठीक है। तो तुसी अपने धर्म दे विच वापस आ गए हो, ठीक है। ये कंसैप्ट हैगा सिखिज्म दे विच। सेम कंसैप्ट सीगा चर्च दे विच। वो की कहंदे कि फॉर एग्जाम्पल तुहाडे तो पाप हो गया, फादर दे कोल आओ, ठीक है, संडेज नूं आओ, उत्थे सेवा वगैरह जिहड़ी हैगी वो करो, अपने सिंस जिहड़े हैगे उहनूं कन्फेस करो, तो तुहानूं जिहड़ा पाप जिहड़ा हैगा उस तो तुहानूं मुक्ति मिल जाएगी, ठीक है।
ਗੋ ਟੂ ਫਾਦਰ ਤੇ ਕਨਫੈਸ ਯੋਰ ਸਿਨ, ਠੀਕ ਹੈ। ਹੁਣ ਜਦੋਂ ਉੱਥੇ ਜਾਓਗੇ ਪੈਸੇ ਦੋਗੇ। ਹੁਣ ਓਵਰ ਦਾ ਟਾਈਮ ਕੀ ਹੋਇਆ, ਇਹ ਕਨਸੈਪਟ ਜਿਹੜਾ ਸੀਗਾ ਇੰਡਲਜੈਂਸ ਵਾਲਾ ਇਹ ਥੋੜਾ ਠੰਡਾ ਪੈਣਾ ਸ਼ੁਰੂ ਹੋ ਗਿਆ। ਹੁਣ ਉਹਨਾਂ ਨੇ ਕੀ ਕਿਹਾ, ਲੋਕੀ ਥੋੜੇ ਜਿਹੇ ਅਮੀਰ ਹੋ ਗਏ। ਹੁਣ ਉਹ ਕਹਿੰਦੇ ਕਿ ਦੇਖੋ ਅਸੀਂ ਪਾਪ ਤੇ ਕਰ ਦਿੰਦੇ ਹਾਂ, ਪਰ ਸਾਡੇ ਕੋਲ ਨਾ ਟਾਈਮ ਨਹੀਂ ਹੈਗਾ ਕਿ ਅਸੀਂ ਚਰਚ ਆਈਏ ਤੇ ਦੈਨ ਫਾਦਰ ਨੂੰ ਜਿਹੜਾ ਹੈਗਾ ਉਹ ਕੀ ਕਹਿੰਦੇ ਆ ਉਹ ਕਰੀਏ, ਕਨਫੈਸ ਕਰੀਏ। ਉਹ ਕਹਿੰਦੇ ਠੀਕ ਆ, ਨਾ ਆਓ, ਪੈਸੇ ਭੇਜ ਦਿਓ, ਆਪਣਾ ਨਾਮ ਦੱਸ ਦਿਓ, ਅਸੀਂ ਸਾਰੇ ਮਿਲ ਕੇ ਤੁਹਾਡੇ ਵਾਸਤੇ ਪ੍ਰੇਅਰ ਕਰ ਦਾਂਗੇ, ਠੀਕ ਹੈ। ਚਰਚਿਸ ਨੇ ਇੱਥੋਂ ਫਿਰ ਪੈਸੇ ਕਮਾਏ। ਦੈਨ ਹੌਲੀ ਹੌਲੀ ਕੀ ਹੋਇਆ ਕਿ ਸੈਚੂਰੇਸ਼ਨ ਆ ਗਈ, ਠੀਕ ਹੈ। ਮਾਰਕੀਟ ਦੇ ਵਿੱਚ ਸਾਰੇ ਲੋਕਾਂ ਨੇ ਆਪਣੇ ਪਾਪ ਜਿਹੜੇ ਸੀਗੇ ਉਹ ਤੁਲਵਾ ਲਏ, ਠੀਕ ਹੈ। ਹੁਣ ਅੱਗੇ ਨਵਾਂ ਕਨਸੈਪਟ ਲੈ ਕੇ ਆਈ। ਹੁਣ ਉਹ ਕਹਿੰਦੀ ਕਿ ਤੁਸੀਂ ਆਪਣੇ ਪਾਪਾਂ ਦੀ ਤੇ ਸਜ਼ਾ ਜਿਹੜੀ ਹੈਗੀ ਉਹ ਮਾਫ ਕਰਵਾ ਹੀ ਸਕਦੇ ਹੋ, ਤੁਸੀਂ ਦੂਸਰੇ ਦੇ ਪਾਪਾਂ ਦੀਆਂ ਸਜ਼ਾ ਵੀ ਮਾਫ ਕਰਵਾ ਸਕਦੇ ਹੋ। ਫੋਰ ਐਗਜ਼ਾਮਪਲ ਇੱਕ ਪੋਸਟਰ ਜਿਹੜਾ ਹੈਗਾ ਉਹ ਛਿਪਵਾਇਆ ਗਿਆ, ਇੱਕ ਬਲੈਕ ਸੋਲ ਜਿਹੜੀ ਸੀਗੀ ਉਹਨੂੰ ਇਦਾਂ ਕਰਕੇ ਇਦਾਂ ਜਾਂਦੀ ਆ, ਇੱਥੇ ਇੱਕ ਸਿੱਕਾ ਜਿਹੜਾ ਹੈਗਾ ਕੁਆਇਨ ਉਹ ਇਦਾਂ ਕਰਕੇ ਉਛਾਲਿਆ ਜਾਂਦਾ ਤੇ ਇੱਥੇ ਤੁਹਾਡੀ ਸੋਲ ਜਿਹੜੀ ਹੈਗੀ ਉਹ ਵਾਈਟ ਹੋ ਕੇ ਨਿਕਲ ਜਾਂਦੀ ਆ, ਠੀਕ ਹੈ। ਇਹ ਕਨਸੈਪਟ ਜਿਹੜਾ ਹੈ ਇਹ ਲੈ ਕੇ ਆਏ ਕਿ ਤੁਸੀਂ ਕੀ ਕਰਦੇ ਹੋ, ਤੁਸੀਂ ਮੰਨ ਲਓ ਪਿਛਲੇ ਜਨਮ ਦੇ ਵਿੱਚ ਕੁਝ ਪਾਪ ਕੀਤੇ ਆ, ਠੀਕ ਹੈ। ਤੁਸੀਂ ਉਹ ਪਿਛਲੇ ਜਨਮ ਦੇ ਪਾਪਾਂ ਦੇ ਬਦਲੇ ਸਾਨੂੰ ਪੈਸੇ ਦਿਓ, ਠੀਕ ਹੈ, ਤੇ ਤੁਹਾਡੀ ਜਿਹੜੀ ਪਿਛਲੀ ਜਿਹੜੀ ਆਤਮਾ ਜਿਹੜੀ ਹੈਗੀ ਆ ਜਿਹੜੀ ਉਹ ਮੁਕਤ ਨਹੀਂ ਹੋ ਪਾ ਰਹੀ ਉਹਨੂੰ ਅਸੀਂ ਮੁਕਤ ਕਰਵਾ ਦਾਂਗੇ, ਠੀਕ ਹੈ। ਇਹ ਕਨਸੈਪਟ ਦੈਨ ਫੇਸ ਸੈਚੂਰੇਸ਼ਨ ਆ ਗਈ, ਸਾਰੇ ਲੋਕਾਂ ਨੇ ਆਪਣੀਆਂ ਆਤਮਾਵਾਂ ਸਾਫ਼ ਕਰਵਾ ਲਈਆਂ, ਠੀਕ ਹੈ, ਸਾਰੇ ਚਿੱਟੇ ਹੋ ਗਈਆਂ ਆਤਮਾਵਾਂ। ਹੁਣ ਅਗਲਾ ਕਨਸੈਪਟ ਆਇਆ। ਹੁਣ ਕੀ ਕਹਿੰਦੇ ਕਿ ਤੁਹਾਡੇ ਪੂਰਵਜ ਜਿਹੜੇ ਹੈਗੇ ਆ, ਤੁਹਾਨੂੰ ਤੇ ਸਾਫ਼ ਕਰਤਾ, ਹੁਣ ਤੁਹਾਡੇ ਪੂਰਵਜ ਤੇ ਰਹਿ ਗਏ। ਹੁਣ ਤੁਸੀਂ ਕੀ ਕਰਨਾਗਾ, ਤੁਹਾਡੇ ਪੂਰਵਜ ਜਿਹੜੇ ਹੈਗੇ ਆ ਉਹਨਾਂ ਦੀਆਂ ਆਤਮਾਵਾਂ ਜਿਹੜੇ ਨਰਕ ਦੇ ਵਿੱਚ ਉਹ ਫਸੇ ਪਏ ਆ, ਉਹਨਾਂ ਦੀਆਂ ਆਤਮਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਾਂ ਕਲੀਨ ਕਰਾਂਗੇ, ਠੀਕ ਹੈ। ਉਸ ਦੇ ਬਦਲੇ ਪੈਸੇ ਦਿਓ ਤੇ ਆਪਣੀਆਂ ਜਿਹੜੀਆਂ ਪੂਰਵਜਾਂ ਦੀਆਂ ਆਤਮਾਵਾਂ ਜਿਹੜੀਆਂ ਹੈਗੀਆਂ ਉਹ ਕਲੀਨ ਕਰਵਾ ਲਓ, ਠੀਕ ਹੈ। ਹੁਣ ਲੋਕਾਂ ਨੇ ਉਹ ਵੀ ਕਲੀਨ ਕਰਵਾਉਣੀਆਂ ਸਟਾਰਟ ਕਰਤੀਆਂ, ਲੇਕਿਨ ਉਹਦੇ ਵਿੱਚ ਵੀ ਸੈਚੂਰੇਸ਼ਨ ਆ ਗਈ, ਠੀਕ ਹੈ। ਕਿਸੇ ਨੇ ਆਪਣੇ ਤਾਏ ਦੀ ਆਤਮਾ ਕਲੀਨ ਕਰਵਾਤੀ, ਦੈਨ ਆਪਣੇ ਚਾਚੇ ਦੀ ਕਰਵਾਤੀ। ਹੁਣ ਕਹਿੰਦੇ ਫੁੱਫੜ ਦੇ ਮਾੜਾ ਹੀ, ਫੁੱਫੜ ਦੀਆਂ ਨਹੀਂ ਕਰਵਾਉਣੀਆਂ, ਠੀਕ ਹੈ। ਉਹਦੇ ਉੱਤੇ ਪਕੌੜੇ ਤਲਣ ਦਿਓ ਹੈਲ ਦੇ ਵਿੱਚ ਹੀ, ਠੀਕ ਹੈ। ਹੁਣ ਫੇਰ ਸੈਚੂਰੇਸ਼ਨ ਆ ਗਈ। ਹੁਣ ਚਰਚ ਨਵਾਂ ਕਨਸੈਪਟ ਲੈ ਕੇ ਆਈ। ਹੁਣ ਚਰਚ ਕੀ ਕਹਿੰਦੀ ਆ ਕਿ ਦੇਖੋ ਪਾਪ ਤੁਸੀਂ ਇੱਕ ਵਾਰੀ ਕਰ ਲਿਆ, ਠੀਕ ਹੈ। ਹੁਣ ਇਦਾਂ ਤੇ ਨਹੀਂ ਹੈਗਾ ਨਾ ਕਿ ਅੱਗੇ ਪਾਪ ਨਹੀਂ ਕਰੋਗੇ, ਤੁਸੀਂ ਇਹ ਕਰੋ ਕਿ ਜਿਹੜੇ ਤੁਸੀਂ ਅੱਗੇ ਪਾਪ ਕਰਨੇ ਆ ਨਾ ਉਸਦੇ ਪਹਿਲਾਂ ਹੀ ਸਾਡੇ ਤੋਂ ਸਰਟੀਫਿਕੇਟਸ ਲੈ ਲਓ, ਠੀਕ ਹੈ। ਹੁਣ ਉਹਦੇ ਉੱਪਰ ਵੀ ਪੈਸੇ ਲੈਤੇ ਗਏ ਲੋਕਾਂ ਤੋਂ ਕਿ ਪਹਿਲੇ ਹੀ ਸਰਟੀਫਿਕੇਟ ਜਿਹੜੇ ਹੈਗੇ ਉਹ ਲੈ ਲੈਤੇ ਗਏ। ਲੋਕਾਂ ਨੇ ਕਿਹਾ ਕਿ ਹਾਂ ਮੈਂ ਅਮੀਰ ਹੋ ਗਿਆਗਾ, ਹੁਣ ਮੈਂ 5-6 ਮਰਡਰ ਵੀ ਕਰਨੇ ਆ, 2-4 ਰੇਪਸ ਵੀ ਕਰਨੇ ਆ, ਤੇ ਜਦੋਂ ਮੇਰੀ ਮੌਤ ਹੋਈ ਤੇ ਮੈਂ ਰੱਬ ਨੂੰ ਉਹ ਸਰਟੀਫਿਕੇਟ ਜਿਹੜੇ ਹੈਗੇ ਮੈਂ ਦਿਖਾ ਦਾਂਗਾ ਕਿ ਐਦਾਂ ਕਰਕੇ ਮੈਂ ਚਰਚ ਤੋਂ ਆਲਰੇਡੀ ਸਰਟੀਫਿਕੇਟ ਜਿਹੜੇ ਸੀਗੇ ਉਹ ਲੈ ਲੈਤੇ ਸੀਗੇ, ਤੇ ਮੈਂ ਜਿਹੜਾ ਹੈਗਾ ਉਹਦੇ ਵਿੱਚ ਚੱਲ ਜਾਵਾਂਗਾ, ਸਵਰਗ ਦੇ ਵਿੱਚ ਜਿਹੜੀ ਹੈਗੀ ਹੈ ਮੇਰੀ ਐਂਟਰੀ ਹੋ ਜਾਏਗੀ, ਠੀਕ ਹੈ। ਹੁਣ ਇਹਨਾਂ ਸਾਰੀਆਂ ਵਾਹੀਆਂ ਚੀਜ਼ਾਂ ਦੇ ਉੱਪਰ ਮਾਰਟਿਨ ਲੂਥਰ ਨਾਮ ਦਾ ਇੱਕ ਬੰਦਾ ਆਂਦਾ, ਉਹ 95 ਥੀਸਿਸ ਜਿਹੜੇ ਹੈਗੇ ਆ ਉਹ ਲਿਖਦਾਗਾ, ਉਹਨਾਂ ਨੂੰ ਪ੍ਰਿੰਟ ਕਰਵਾ ਕੇ ਚਰਚਿਸ ਦੇ ਜਿਹੜੇ ਡੋਰ ਨੇਲਸ ਜਿਹੜੇ ਹੁੰਦੇ ਆ ਉੱਥੇ ਕੱਢ ਕੇ ਆ ਜਾਂਦਾਗਾ ਕਿ ਕੀ ਆ ਵਾਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ, ਮੈਨੂੰ ਇਹਦੇ ਜਵਾਬ ਦਿਓ ਕਿ ਕਿੰਨੀਆਂ ਇਹ ਰੈਸ਼ਨਲ ਨੇ, ਠੀਕ ਹੈ। ਹੁਣ ਕੀ ਹੋਈ, ਜਿਹੜੀ ਤੁਹਾਡੀ ਚਰਚ ਜਿਹੜੀ ਸੀਗੀ ਉਹ 2 ਪਾਰਟਸ ਦੇ ਵਿੱਚ ਡਿਵਾਈਡ ਹੋ ਗਈ, ਇੱਕ ਆ ਗਏ ਕੈਥੋਲਿਕਸ, ਦੂਸਰੇ ਆ ਗਏ ਪ੍ਰੋਟੈਸਟੈਂਟਸ, ਠੀਕ ਹੈ। ਜਿਹੜੇ ਚਰਚ ਦੇ ਉੱਪਰ ਬਿਲੀਵ ਕਰਦੇ ਸੀਗੇ ਕਿ ਜੋ ਚਰਚ ਕਰ ਰਹੀ ਹੈ ਉਹ ਸਹੀ ਆ, ਉਹ ਬਣ ਗਏ ਤੁਹਾਡੇ ਕੈਥੋਲਿਕਸ, ਜੋ ਉਸਦੇ ਅਗੇਂਸਟ ਸੀਗੇ ਉਹ ਬਣ ਗਏ ਤੁਹਾਡੇ ਪ੍ਰੋਟੈਸਟੈਂਟਸ, ਠੀਕ ਹੈ। ਹੁਣ ਜਦੋਂ ਲੋਕੀ ਇਦਾਂ ਡਿਵਾਈਡ ਹੋ ਗਏ, ਕਿੰਗਸ ਵੀ ਡਿਵਾਈਡ ਹੋ ਗਏ, ਠੀਕ ਹੈ। ਕੁਝ ਕਿੰਗ ਜਿਹੜੇ ਸੀਗੇ ਉਹ ਚਾਹੁੰਦੇ ਸੀਗੇ ਕਿ ਚਰਚ ਜਿਹੜੀ ਹੈ ਉਹ ਰੈਜ਼ਿਸਟੈਂਸ ਦੇ ਵਿੱਚ ਰਵੇ, ਉਹ ਹੋ ਗਏ ਕੈਥੋਲਿਕਸ। ਕੁਝ ਜਿਹੜੇ ਕਿੰਗਸ ਜਿਹੜੇ ਸੀਗੇ ਉਹਨਾਂ ਨੂੰ ਸੀਗਾ ਕਿ ਸਾਨੂੰ ਚਰਚ ਨੂੰ ਪੈਸਾ ਦੇਣਾ ਪੈਂਦਾ ਵਾ, ਉਹ ਹੋ ਗਏ ਪ੍ਰੋਟੈਸਟੈਂਟ ਕਿ ਅਸੀਂ ਇਹਨਾਂ ਦੇ ਚਰਚ ਦੇ ਇਸ ਦੇ ਜੋ ਵੀ ਇਹ ਕਹਿ ਰਹੀ ਆਪਾਂ ਚਰਚ ਦੇ ਅਗੇਂਸਟ ਆ ਗਏ, ਠੀਕ ਹੈ, ਉਹ ਹੋ ਗਏ ਪ੍ਰੋਟੈਸਟੈਂਟ। ਹੁਣ ਜਿਹੜੇ ਕਿੰਗ ਕੈਥੋਲਿਕ ਸੀਗੇ ਬਾਈ ਡਿਫਾਲਟ ਉਹਦੀ ਪ੍ਰਜਾ ਜਿਹੜੀ ਸੀਗੀ ਉਹਨੂੰ ਵੀ ਕੈਥੋਲਿਕ ਹੋਣਾ ਪੈਂਦਾ ਸੀਗਾ, ਜਿਹੜੇ ਕਿੰਗਸ ਪ੍ਰੋਟੈਸਟੈਂਟ ਸੀਗੇ ਬਾਈ ਡਿਫਾਲਟ ਉਹਦੀ ਪ੍ਰਜਾ ਜਿਹੜੀ ਸੀਗੀ ਉਹਨੂੰ ਵੀ ਪ੍ਰੋਟੈਸਟੈਂਟ ਹੋਣਾ ਪੈਂਦਾ ਸੀ। ਪਰ ਲੋਕੀ ਕਿੱਥੇ ਸੁਣਦੇ ਆ, ਲੋਕੀ ਵੀ ਅਲੱਗ-ਅਲੱਗ ਤਰੀਕੇ ਦੇ ਆ। ਹੁਣ ਜਿਹੜੇ ਇਸ ਕੈਥੋਲਿਕ ਦੇ ਅੰਦਰ ਪ੍ਰੋਟੈਸਟੈਂਟ ਸੀਗੇ ਤੇ ਇਸ ਪ੍ਰੋਟੈਸਟੈਂਟ ਦੇ ਅੰਦਰ ਕੈਥੋਲਿਕ ਸੀਗੇ, ਠੀਕ ਹੈ। ਹੁਣ ਜ਼ਿਆਦਾ ਸਟਰੋਂਗ ਕਿਹੜੇ ਹੋ ਗਏ, ਜਿਹੜੇ ਕੈਥੋਲਿਕ ਸੀਗੇ, ਕਿਉਂਕਿ ਧਰਮ ਦੇ ਨਾਮ ਤੇ ਬਹੁਤ ਕੁਝ ਚੱਲਦਾ ਵਾ, ਠੀਕ ਹੈ। ਜ਼ਿਆਦਾ ਸਟਰੋਂਗ ਇਹੀ ਹੋ ਸੀਗੇ। ਹੁਣ ਇਹ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਸਾਡੀ ਗੱਲ ਮੰਨ ਹੀ ਨਹੀਂ ਗਈ, ਜੇ ਤੁਸੀਂ ਇਸ ਤੇ ਬਿਲੀਵ ਹੀ ਨਹੀਂ ਕਰਦੇ ਤੇ ਛੱਡ ਜਾਓ, ਸਾਡਾ ਦੇਸ਼ ਛੱਡ ਜਾਓ ਤੇ ਅੱਗੇ ਚੱਲ ਜਾਓ, ਕਿਤੇ ਹੋਰ ਚੱਲ ਜਾਓ। ਹੁਣ ਅਮਰੀਕਾ USA ਵਰਗੇ ਦੇਸ਼ਾਂ ਦੀ ਖੋਜ ਹੋਏਗੀ। ਜਿਹੜਾ USA ਹੋਏਗਾ, ਜਿਹੜੇ ਬ੍ਰਿਟੇਨ ਦੇ ਲੋਕੀ ਹੋਣਗੇ ਇੰਟੈਲੈਕਚੁਅਲ ਲੋਕੀ ਜਿਹੜੇ ਚਰਚ ਤੇ ਬਿਲੀਵ ਨਹੀਂ ਕਰਦੇ ਸੀਗੇ ਉਹ ਚੱਲ ਜਾਣਗੇ USA, ਜਿਹੜੇ ਫ੍ਰੈਂਚ ਦੇ ਲੋਕੀ ਹੋਣਗੇ ਉਹ ਚੱਲ ਜਾਣਗੇ ਕੈਨੇਡਾ, ਠੀਕ ਹੈ। ਇਦਾਂ USA ਤੇ ਕੈਨੇਡਾ ਦੇ ਵਿੱਚ ਬ੍ਰਿਟਿਸ਼ ਲੋਕੀ ਜਾਂ ਯੂਰੋਪੀਅਨ ਲੋਕੀ ਇਦਾਂ ਹੈ, ਠੀਕ ਹੈ। ਤੇ ਇੱਥੇ ਕੌਣ ਰਹਿ ਰਹੇ ਸੀਗੇ, ਰੈਡ ਇੰਡੀਅਨਸ ਰਹਿ ਰਹੇ ਸੀਗੇ। ਮਾਸ ਮਰਡਰਸ ਕੀਤੇ ਗਏ ਰੈਡ ਇੰਡੀਅਨਸ ਦੇ ਤੇ ਉਹਨਾਂ ਨੂੰ ਜਾਂ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ। 90% ਆਫ ਰੈਡ ਇੰਡੀਅਨਸ ਮਾਰ ਦਿੱਤੇ ਗਏ। ਜਿਹੜੇ 10% ਬਚੇ ਉਹ ਇਸ ਕਰਕੇ ਬਚ ਗਏ ਕਿਉਂਕਿ ਉਹ ਟ੍ਰਾਈਬਲ ਏਰੀਆਜ਼ ਦੇ ਵਿੱਚ ਜਾ ਕੇ ਲੁਕ ਗਏ। ਸੇਮ ਬ੍ਰਿਟਿਸ਼ ਵਾਲਿਆਂ ਨੇ ਕੀਤਾ, ਸੇਮ ਫ੍ਰੈਂਚ ਵਾਲਿਆਂ ਨੇ ਕੀਤਾ। ਰੈਡ ਇੰਡੀਅਨਸ ਜੋ ਉੱਥੇ ਦੇ ਓਰੀਜਨਲ ਲੋਕੀ ਸੀਗੇ, ਜੋ ਉੱਥੋਂ ਦੇ ਰਹਿਣ ਵਾਲੇ ਸੀਗੇ। ਤੁਸੀਂ ਫੋਰਨ ਮੂਵੀਜ਼ ਨਹੀਂ ਨਾ ਦੇਖਦੇ ਤਾਂ ਨਹੀਂ ਤੁਹਾਨੂੰ ਪਤਾ। ਰੈਡ ਇੰਡੀਅਨਸ ਦੀ ਸ਼ਕਲ ਬਿਲਕੁਲ ਆਪਣੇ ਨਾਲ ਮਿਲਦੀ ਹੈ, ਬਸ ਉਹਨਾਂ ਦਾ ਫੇਸ ਜਿਹੜਾ ਹੁੰਦਾ ਨਾ ਥੋੜਾ ਜਿਹਾ ਰੈਡਿਸ਼ ਹੁੰਦਾ, ਠੀਕ ਹੈ। ਬਹੁਤ ਉਹਨਾਂ ਦੇ ਫੀਚਰਸ ਆਪਣੇ ਨਾਲ ਮਿਲਦੇ ਆ।
जो ओरिजिनल अमेरिका के लोग ने, ठीक है। तो उन्होंने मार दिता गया, 90% ऑफ लोगों को मार दिता गया। तो ਜਿਹੜੇ ਹਵਾਈ ਆਈਲੈਂਡਸ ਜਿਹੜੇ ਹੈਗੇ ਨਾ, ਹਵਾਈ ਆਈਲੈਂਡਸ ਉੱਥੇ ਜ਼ਿਆਦਾ ਪੋਪੂਲੇਸ਼ਨ ਹੈਗੀ ਆ ਇਹਨਾਂ ਦੀ ਰੈਡ ਇੰਡੀਅਨਸ ਦੀ, ਠੀਕ ਹੈ। ਹਵਾਈਅਨ ਆਈਲੈਂਡਸ ਹੋ ਗਏ ਜਾਂ ਹੋਰ ਮੈਨੂੰ ਆਈਲੈਂਡਸ ਦਾ ਨਾਮ ਨਹੀਂ ਯਾਦ ਆ ਰਿਹਾ। ਰੌਕ ਦੇਖਿਆ ਤੁਸੀਂ, ਰੌਕ ਰੈਸਲਿੰਗ ਵਾਲਾ, ਚਲੋ ठीक है। वो रेड इंडियंस ਜਿਹੜੇ ਸੀਗੇ ਉਹ ਪਿੱਛੇ ਗਏ ਹੋ ਗਏ ਤੇ ਇੱਥੇ ਯੂਐਸਏ ਤੇ ਬ੍ਰਿਟੇਨ ਵਾਲਿਆਂ ਦਾ ਕਬਜ਼ਾ ਹੋ ਗਿਆ ਤੇ ਕੈਨੇਡਾ ਤੇ ਫ੍ਰੈਂਚ ਵਾਲੇ ਜਿਹੜੇ ਸੀਗੇ ਉਹਨਾਂ ਦਾ ਕਬਜ਼ਾ ਹੋ ਗਿਆ। ਹੁਣ ਕੀ ਹੋਇਆ, ਹੁਣ ਇਹ ਦੋਨੋਂ ਆਪਸ ਦੇ ਵਿੱਚ ਲੜਨਗੇ ਵੀ, ਠੀਕ ਹੈ। ਹੁਣ ਕੀ ਹੋ ਗਿਆ, ਏਦਾਂ ਮੰਨ ਲਓ ਤੁਸੀਂ ਕਿ ਆ ਬ੍ਰਿਟੇਨ ਵਾਲੇ ਜਿਹੜੇ ਹੈਗੇ ਇਹ ਇੰਡੀਅਨਸ ਨੇ ਤੇ ਆ ਹੈਗੇ ਆ ਤੁਸੀਂ ਹੋ ਇੰਡੀਅਨ ਤੇ ਆ ਪਾਕਿਸਤਾਨੀ ਮੈਂ ਹੋ ਗਿਆ, ਠੀਕ ਹੈ। ਹੁਣ ਕੀ ਹੋਇਆ, ਹੁਣ ਆਪਾਂ ਕਿਸੇ ਦੂਸਰੇ ਦੇਸ਼ ਦੇ ਵਿੱਚ ਬੈਠੇ ਆ, ਤੀਸਰੇ ਦੇਸ਼ ਦੇ ਵਿੱਚ ਅਲੱਗ ਜਾ ਕੇ ਆਪਾਂ ਬੈਠੇ ਆ, ਠੀਕ ਹੈ। ਤੇ ਆਪਾਂ ਜਿਹੜੇ ਹੈਗੇ ਆਪਸ ਦੇ ਵਿੱਚ, ਕਿਉਂਕਿ ਬ੍ਰਿਟੇਨ ਤੇ ਫਰਾਂਸ ਇੱਧਰ ਵੀ ਲੜਦੇ ਰਹਿੰਦੇ ਆ, ਠੀਕ ਹੈ। ਤੇ ਆਪਣੀ ਅਦਰਵਾਈਜ਼ ਵੀ ਲੜਾਈ ਰਹਿੰਦੀ ਆ। ਤੇ ਦੂਸਰਾ ਬਾਈ ਚਾਂਸ ਕੀ ਹੋਇਆ, ਆਪਾਂ ਕਿਸੇ ਦਿਨ ਇਕੱਠੇ ਬੈਠੇ ਸੀਗੇ ਤੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਸਟਾਰਟ ਹੋ ਗਿਆ, ਠੀਕ ਹੈ। ਤੇ ਉਧਰ ਕੀ ਹੋਇਆ ਕਿ ਇੰਡੀਆ ਜਿਹੜਾ ਸੀਗਾ ਉਹ ਜਿੱਤ ਰਿਹਾ ਸੀਗਾ, ਤੁਸੀਂ ਖੁਸ਼ੀ ਮਨਾ ਰਹੇ ਸੀਗੇ, ਮੈਂ ਉਧਰ ਆਪਣਾ ਟੀਵੀ ਤੋੜ ਰਿਹਾ ਸੀਗਾ, ਠੀਕ ਹੈ। ਹੁਣ ਕੀ ਹੋਇਆ, ਆਪਸ ਦੇ ਵਿੱਚ ਆਪਣੀ ਵੀ ਲੜਾਈ ਹੋ ਗਈ, ਠੀਕ ਹੈ। ਹੁਣ ਬ੍ਰਿਟੇਨ ਨੇ ਤੁਸੀਂ ਬ੍ਰਿਟੇਨ ਵਾਲਿਆਂ ਨੂੰ ਕੀ ਕੀਤਾ ਕਿ ਮੇਰੀ ਇੱਧਰ ਲੜਾਈ ਹੋ ਗਈ ਆ ਤੇ ਤੁਸੀਂ ਇੱਧਰ ਆ ਕੇ ਮੇਰੀ ਮਦਦ ਕਰੋ। ਮੈਂ ਇੱਧਰ ਫ੍ਰੈਂਚ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਆ ਕੇ ਮੇਰੀ ਮਦਦ ਕਰੋ। ਹੁਣ ਇਹ ਇੰਡੀਅਨ ਤੇ ਫ੍ਰੈਂਚ ਜਿਹੜੇ ਹੈਗੇ ਆ, ਸੌਰੀ ਬ੍ਰਿਟਿਸ਼ ਤੇ ਫ੍ਰੈਂਚ ਫੋਰਸਿਸ, ਇਹਨਾਂ ਨੇ ਆਪਣੀਆਂ ਅਸੈਂਬਲੀਜ਼ ਨਹੀਂ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ, ਹਾਂ ਕੌਂਸੂਲੇਟ ਜਿਹੜੀਆਂ ਹੈਗੀਆਂ, ਕੁਛ ਹੋਰ ਕਹਿੰਦੇ ਵੈਸੇ ਇਸ ਤੋਂ ਰਿਲੇਟਡ ਹੀ ਹੁੰਦਾ, ਠੀਕ ਹੈ। ਉਹ ਇੱਥੇ ਬਣਾਤੀਆਂ ਤੇ ਫ੍ਰੈਂਚ ਵਾਲਿਆਂ ਨੇ ਇੱਥੇ ਬਣਾਤੀਆਂ, ਆਪਣੀ ਆਰਮੀ ਵੀ ਇਹਨਾਂ ਨੇ ਇੱਥੇ ਭੇਜਤੀ, ਬ੍ਰਿਟੇਨ ਵਾਲਿਆਂ ਨੇ ਵੀ ਆਰਮੀ ਆਪਣੀ ਇੱਥੇ ਭੇਜਤੀ। ਹੁਣ ਚੱਲਦੇ ਆ ਅੱਗੇ। ਬ੍ਰਿਟੇਨ ਜਿਹੜਾ ਸੀਗਾ ਨਾ, ਉਹਨੇ ਇਹਦੇ ਸਟੈਚੂਟਰੀ ਨਿਗਲੈਕਟ ਦੀ ਪਾਲਿਸੀ ਅਪਣਾਈ। ਸਟੈਚੂਟਰੀ ਨਿਗਲੈਕਟ ਦਾ ਮਤਲਬ ਕੀ ਹੁੰਦਾ ਸੀਗਾ, ਬ੍ਰਿਟੇਨ ਕਹਿੰਦਾ ਸੀਗਾ ਕਿ ਦੇਖੋ ਮੇਰੇ ਕੋਲ ਨਾ ਬਹੁਤ ਕੁਝ ਹੈਗਾ, ਮੇਰੇ ਕੋਲ ਇੱਧਰ ਜਾਪਾਨ ਵੀ, ਮੇਰੇ ਕੋਲ ਇੱਧਰ ਚਾਈਨਾ ਵੀ ਹੈਗਾ, ਠੀਕ ਹੈ। ਥੋੜਾ ਹੋਰ ਇੱਧਰ ਆਈਏ ਮੇਰੇ ਕੋਲ ਇੰਡੀਆ ਵੀ ਹੈਗਾ, ਥੋੜਾ ਇਹ ਹੋਰ ਇੱਧਰ ਆਈਏ ਮੇਰੇ ਕੋਲ ਅਫਰੀਕਾ ਵੀ ਹੈਗਾ, ਤੇ ਥੋੜਾ ਜਿਹਾ ਇੱਧਰ ਆਈਏ ਤੇ ਮੇਰੇ ਕੋਲ ਯੂਐਸਏ ਵੀ ਹੈਗਾ। ਇਸ ਦੇ ਲਈ ਜਿਹੜਾ ਆ ਸੀਗਾ ਇਹ ਇਕਨੋਮਿਕਲੀ ਇੰਪੋਰਟੈਂਟ ਸੀਗਾ ਹੀ ਨਹੀਂ ਯੂਐਸਏ ਕਦੀ ਵੀ, ਇਸ ਦੇ ਲਈ ਸਿਰਫ ਸਟ੍ਰੈਟੇਜਿਕ ਇੰਪੋਰਟੈਂਸ ਸੀਗੀ। ਤੇ ਦੂਸਰਾ ਫਿਜ਼ੀਕਲ ਉਹ ਸੀਗਾ ਸਾਈਕੋਲੋਜੀਕਲ ਮਾਈਂਡ ਵਾਰ ਸੀਗੀ ਇਹਦੀ, ਠੀਕ ਹੈ। ਉਹਦੇ ਵਿੱਚ ਇਹ ਕੀ ਕਰਦਾ ਸੀਗਾ ਕਿ ਜਿਹੜਾ ਬ੍ਰਿਟੇਨ ਦੇ ਵਿੱਚ ਕਦੀ ਵੀ ਸੂਰਜ ਜਿਹੜਾ ਹੈਗਾ ਉਹ ਨਹੀਂ ਢਲੇਗਾ, ਠੀਕ ਹੈ। ਹੁਣ ਜੇ ਯੂਐਸਏ ਨੇ ਕੋਲ ਆਪਣੇ ਕੋਲ ਰੱਖਦਾਗਾ ਤੇ ਉਸਨੂੰ ਉਹ ਸਟ੍ਰੈਟੇਜਿਕ ਜਿਹੜੀ ਇੰਪੋਰਟੈਂਸ ਜਿਹੜੀ ਹੈਗੀ ਉਹਨੂੰ ਮਿਲ ਜਾਂਦੀ ਹੈ, ਉਹ ਕਦੀ ਉਹਨੂੰ ਇਕਨੋਮਿਕਲੀ ਇੰਪੋਰਟੈਂਟ ਦੇਖਦਾ ਹੀ ਨਹੀਂ ਸੀਗਾ। ਇਸ ਕਰਕੇ ਉਹਨੇ ਸਟੈਚੂਟਰੀ ਨਿਗਲੈਕਟ ਦੀ ਪਾਲਿਸੀ ਅਪਣਾਉਂਦਾਗਾ। ਇੱਥੇ ਜਿਹੜੇ ਯੂਐਸਏ ਦੇ ਲੋਕੀ ਆਏ ਹੁੰਦੇ ਆ, ਕਿਉਂਕਿ ਉਹੀ ਆਏ ਹੁੰਦੇ ਆ ਤੇ ਉਹ ਰਿਵੋਲਟ ਉਧਰੋਂ ਕਰਕੇ ਆਏ ਹੁੰਦੇ ਆ, ਠੀਕ ਹੈ। ਇਸ ਕਰਕੇ ਉਹ ਇਹਨਾਂ ਤੇ ਇੰਨੇ ਇੰਪੋਜ਼ ਟੈਕਸਿਸ ਜਿਹੜੇ ਹੈਗੇ ਉਹ ਇੰਪੋਜ਼ ਹੀ ਨਹੀਂ ਕਰੇਗਾ, ਠੀਕ ਹੈ। ਇਹਨਾਂ ਨੂੰ ਕਹੇਗਾ ਤੁਸੀਂ ਆਪਣੇ ਆਰਾਮ ਨਾਲ ਜੋ ਤੁਸੀਂ ਇੱਥੇ ਕਰਨਾਗਾ ਉਹ ਕਰੀ ਚੱਲੋ, ਠੀਕ ਹੈ। ਮੈਂ ਤੁਹਾਡੇ ਉੱਪਰ ਕੋਈ ਵੀ ਟੈਕਸਿਸ ਜਿਹੜੇ ਹੈਗੇ ਉਹ ਇੰਪੋਜ਼ ਨਹੀਂ ਕਰਾਂਗਾ। ਪਰ ਹੁਣ ਕਿਉਂਕਿ ਵਾਰ ਦਾ ਟਾਈਮ ਆ ਗਿਆ, ਠੀਕ ਹੈ, ਤੇ ਇਹਨੇ ਇਸ ਤੋਂ ਆਪਣੀ ਆਰਮੀ ਜਿਹੜੀ ਹੈਗੀ ਉਹ ਭੇਜਣੀ ਪੈ ਗਈ, ਠੀਕ ਹੈ। ਤੇ ਫ੍ਰੈਂਚ ਵਾਲੇ ਸੀਗੇ ਉਹਨਾਂ ਨੂੰ ਵੀ ਇੱਥੇ ਆਪਣੀ ਆਰਮੀ ਜਿਹੜੀ ਸੀਗੀ ਉਹ ਭੇਜਣੀ ਪੈ ਗਈ। ਉਸ ਤੋਂ ਇਲਾਵਾ ਇੱਥੇ ਦੇ ਲੋਕੀ ਜਿਹੜੇ ਸੀਗੇ ਉਹ ਕੀ ਕਹਿੰਦੇ ਆ, ਜਦੋਂ ਇਹਨਾਂ ਦੇ ਉੱਪਰ ਕੋਈ ਵੀ ਉਹ ਨਹੀਂ ਸੀਗਾ, ਕੀ ਕਹਿੰਦੇ ਆ, ਨਾ ਕੋਈ ਟੈਕਸਿਸ ਸੀਗੇ ਤੇ ਨਾ ਕੁਝ ਸੀਗੇ, ਦੂਸਰੇ ਇੰਟੈਲੈਕਚੁਅਲ ਲੋਕੀ ਹੀ ਇੱਥੇ ਪਹੁੰਚੇ ਜਿਹੜੇ ਧਰਮ ਤੇ ਯਕੀਨ ਨਹੀਂ ਕਰਦੇ, ਠੀਕ ਹੈ। ਲਿਬਰਟੀ, ਇਕੁਐਲਿਟੀ, ਉਦਾਂ ਦੀਆਂ ਚੀਜ਼ਾਂ ਤੇ ਬਿਲੀਵ ਕਰਦੇ ਆ, ਯਾਨੀ ਕਿ ਆਲਰੇਡੀ ਇੰਟੈਲੈਕਚੁਅਲ ਆ। ਹੁਣ ਉਹ ਕੀ ਹੋ ਗਏ, ਉਹ ਹੋਰ ਜ਼ਿਆਦਾ ਉਹਨਾਂ ਦਾ ਮਾਈਂਡ ਜਿਹੜਾ ਸੀਗਾ ਉਹ ਡਿਵੈਲਪ ਹੋ ਗਿਆ, ਠੀਕ ਹੈ। ਹੁਣ ਉਹ ਕਿਸੇ ਦੇ ਅੰਦਰ ਬੰਦ ਕੇ ਉਹ ਰਹਿ ਹੀ ਨਹੀਂ ਸਕਦੇ, ਠੀਕ ਹੈ। ਯੂਐਸਏ ਵਾਲੇ ਲੋਕੀ ਜੋ ਕਿ ਬ੍ਰਿਟੇਨ ਤੋਂ ਆਏ ਨੇ, ਹੁਣ ਕੀ ਹੋਏਗਾ ਜਦੋਂ ਪਰ ਇਹ ਕੀ ਕਰਦੇ ਸੀਗੇ, ਥੋੜੀ ਨਾ ਬ੍ਰਿਟੇਨ ਦੀ ਗੱਲ ਮੰਨ ਲੈਂਦੇ ਸੀਗੇ। ਉਹ ਕੇਸ ਕਰਕੇ ਕਿਉਂਕਿ ਉਹਨਾਂ ਦੇ ਬਾਰਡਰਸ ਤੇ ਕੌਣ ਬੈਠੇ ਸੀਗੇ, ਫ੍ਰੈਂਚ ਬੈਠੇ ਸੀਗੇ, ਠੀਕ ਹੈ। ਇਸ ਕਰਕੇ ਇਹਨਾਂ ਨੂੰ ਫ੍ਰੈਂਚ ਦਾ ਥੋੜਾ ਡਰ ਸੀਗਾ ਤੇ ਇੱਥੇ ਬ੍ਰਿਟੇਨ ਦੀ ਆਰਮੀ ਸੀਗੀ, ਥੋੜਾ ਬਹੁਤਾ ਟੈਕਸ ਇਹਨਾਂ ਨੂੰ ਆਪੇ ਹੀ ਦੇ ਦਿੰਦੇ ਸੀਗੇ ਇਹ, ਠੀਕ ਹੈ, ਜਿੰਨੀ ਕਿ ਬ੍ਰਿਟੇਨ ਡਿਮਾਂਡ ਕਰਦਾ ਸੀਗਾ। ਕਿਉਂਕਿ ਇੱਥੇ ਫ੍ਰੈਂਚ ਕੈਨੇਡਾ ਬਾਰਡਰਸ ਦੇ ਉੱਪਰ ਫ੍ਰੈਂਚ ਬੈਠੇ ਆ, ਇਹਨਾਂ ਨੂੰ ਇਹ ਆ ਕਿ ਜੇ ਕਿਤੇ ਫ੍ਰੈਂਚ ਆ ਗਏ, ਬ੍ਰਿਟੇਨ ਤੇ ਸਾਡੇ ਤੋਂ ਥੋੜਾ ਹੀ ਟੈਕਸ ਮੰਗਦਾ, ਫ੍ਰੈਂਚ ਵਾਲੇ ਪਤਾ ਨਹੀਂ ਕਿੰਨਾ ਟੈਕਸ ਮੰਗ ਲੈਣਗੇ, ਠੀਕ ਹੈ। ਇਸ ਕਰਕੇ ਫ੍ਰੈਂਚ ਦੇ ਡਰ ਦਾ ਕਰਕੇ ਥੋੜਾ ਜਿਹਾ ਟੈਕਸ ਜਿਹੜਾ ਹੈਗਾ ਉਹ ਦੇ ਦਿੰਦੇ ਸੀਗੇ। ਪਰ 1756 ਤੋਂ ਲੈ ਕੇ 63 ਦੇ ਵਿੱਚ 3 ਕਾਰਨੈਟਿਕ ਵਾਰਸ ਹੁੰਦੀਆਂ ਫ੍ਰੈਂਚ ਤੇ ਬ੍ਰਿਟੇਨ ਦੇ ਵਿੱਚ, ਠੀਕ ਹੈ। ਆਪਾਂ ਦੇਖਿਆ ਸੀਗਾ ਕਿ ਇੰਡੀਆ ਦੇ ਵਿੱਚ ਵੀ ਵਾਰ ਹੁੰਦੀਆਂ, ਉਸ ਦੇ ਵਿੱਚ ਕੌਣ ਜਿੱਤ ਜਾਂਦਾ, ਬ੍ਰਿਟੇਨ ਜਿਹੜਾ ਹੈਗਾ ਉਹ ਜਿੱਤ ਜਾਂਦਾ, ਨਾਲ ਹੀ ਇੱਥੇ ਫ੍ਰੈਂਚ ਜਿਹੜੇ ਹੈਗੇ ਆ ਉਹ ਹਾਰ ਜਾਂਦੇ ਆ। ਹੁਣ ਇਹਨਾਂ ਦੇ ਮਨ ਤੋਂ ਆਹ ਵਾਲਾ ਡਰ ਜਿਹੜਾ ਹੈਗਾ ਉਹ ਚੱਕਿਆ ਜਾਂਦਾ ਵਾ, ਠੀਕ ਹੈ। ਬ੍ਰਿਟੇਨ ਕੀ ਕਰਦਾ, ਇਸ ਨੂੰ ਵੀ ਜਿੱਤ ਲੈਂਦਾ ਵਾ, ਠੀਕ ਹੈ। ਫ੍ਰੈਂਚ ਆਰਮੀ ਇੱਥੇ ਚੱਲ ਗਈ, ਦੋਨਾਂ ਤੇ ਬ੍ਰਿਟੇਨ ਦਾ ਹੀ ਰੂਲ ਜਿਹੜਾ ਹੈਗਾ ਉਹ ਹੋ ਗਿਆ ਵਾ, ਠੀਕ ਹੈ। ਫ੍ਰੈਂਚ ਇੱਥੋਂ ਜਾ ਚੁੱਕੇ ਆ। ਹੁਣ ਬ੍ਰਿਟੇਨ ਕੀ ਕਹੇਗਾ ਕਿ ਦੇਖੋ
मैं कार्नेटिक वॉर्स लड़िया ने, ठीक है। दूसरा मैं तुहानू इत्थों फ्रेंच तो वो भी करवाएगा, ठीक है। आज़ादी दिलवाई है हुण फ्रेंच ते, तुहानू फ्रेंच का कोई डर नहीं हैगा। हुण जिहड़ी मैं जंग लड़ी है ना, जंग लड़न वेले बहुत सारे पैसे लगते हैं। हुण जिहड़े पैसे हैगे वापस भी तो लैणे आ। हुण इन्हां दे उपर टैक्सिस लगाने ब्रिटेन स्टार्ट करेगा। हुण ये लोग सीगे ऑलरेडी इंटलैक्चुअल हो चुके सीगे, ऑलरेडी इंपावर्ड हो चुके सीगे। हुण ये कहणगे नो टैक्सेशन विदाउट रिप्रजेंटेशन, ठीक है। सानू रिप्रजेंटेशन दो फिर साडे तो टैक्स लियो, उस तो पहले साडे नाल टैक्स की गल नहीं करनी, ठीक है। हुण ये ब्रिटेन के अगेंस्ट हो जाएंगे। हुण इत्थे की होएगा, ब्रिटेन किंग ने जिद्दां ही कहा कि मैं टैक्स लगावांगा, फ्रेंच वाले नूं ये गल दा पता चल गया। फ्रेंच कहते कि ब्रिटेन ने साडे तो एक तो कैनेडा खो लिया, दूसरा इंडिया भी साडे हथों चल गया। हुण जे यूएसए ब्रिटेन तो आज़ाद होना चाहता, मैं यूएसए की मदद करांगा। फ्रेंच ने अपनी आर्मीज इन्होंने यूएसए की मदद करने वास्ते भेज दिया, इत्थों यूएसए नूं हराया गया। यूएसए तो सॉरी ब्रिटिश तो इत्थों हराया गया। ब्रिटेन वाले हार के मुंह लटका के वापस चले गए, ठीक है। फ्रेंच वाले ने भी हुण वापस आना, ठीक है, जंग जुंग इन्होंने जिताती है। मीनवाइल जो फ्रेंच उत्ते वापस गए अपने फ्रांस दे विच, इस दे नाल ही जो अमेरिका आज़ाद हो गया, अमेरिकन वॉर ऑफ इंडिपेंडेंस खत्म हो, ठीक है। उन्हें वापस जा रहा इत्थों के सैनिक लड़के, नेपोलियन इत्थे लड़के फ्रांस वापस जा रहा, ठीक है। जो फ्रांस जाएगा इत्थे किहड़े आइडियाज फेमस सीगे, जो ये जिते इन्होंने अपना कॉन्स्टिट्यूशन बनाया, कॉन्स्टिट्यूशन के विच उन्होंने गल की कि सैपरेशन ऑफ पावर होएगी, ठीक है। सैपरेशन ऑफ पावर जो इन्होंने गल की कि सैपरेशन ऑफ पावर होएगी अपनी कॉन्स्टिट्यूशन के विच, फ्रेंच कहते ये तो साडे मोंटेश का आइडिया गा, ठीक है। सैपरेशन ऑफ पावर आइडिया ऑफ मोंटेश, ठीक है। दूसरा उन्होंने अपने उहदे विच की कहा कि यूएसए दे विच डेमोक्रेसी होएगी, फ्रेंच कहते ये तो साडे जॉन रूसो का आइडिया गा, ठीक है। तीसरी गल की कहते हैं कि इत्थे सारिਆਂ ਨੂੰ फ्रीडम ऑफ स्पीच होएगी, फ्रेंच कहते हैं कि ये वॉल्टेयर का आइडिया गा, ठीक है। दैन जो ये सारे आइडियाज लैके फ्रेंच अलॉन्ग विद नेपोलियन फ्रांस दे विच पहुंचे। हुण फ्रांस दे विच उत्थे लुई 16 जिहड़ा हैगा वो रूल कर रहा सीगा। लुई 16 की कहता क्योंकि फ्रांस ने बहुत बड़ी जंग लड़ी आ, इस करके फ्रांस नूं हुण होर ज्यादा टैक्सेस देने पैणगे। इन्होंने जाके उही स्लोगन देता, नो रिप्रेजेंटेशन विदाउट सॉरी नो टैक्सेशन विदाउट रिप्रेजेंटेशन, कोई टैक्स नहीं दिता जाएगा जदों तक साडा रिप्रेजेंटेटिव नहीं चुनिया जाएगा। इस दौरान नेपोलियन का राइज हो जाएगा, ठीक है। तो नेपोलियन जिहड़ा हैगा वो की करेगा, सारा जिहड़ा हैगा उन्होंने जित लेगा, लेकिन नेपोलियन हजे ऐसा इन्नी जल्दी नहीं आएगा, ठीक है। अमेरिका दे विच की सीगा, अमेरिका दे विच ऑलरेडी इन्होंने डिसाइड किया होया सीगा कि इदां करके इन्ने साडे प्रोविंसेस बनणगे, इस प्रोविंसेस तो आपां आह वाला बंदा इहनूं आपां प्रेजिडेंट चुनांगे, दैन आपां अपना कॉन्स्टिट्यूशन लिखांगे, अपने कॉन्स्टिट्यूशन दे आपां विच आपां ये चीज़ां लिखांगे, फंडामेंटल राइट्स प्रोवाइड करवाए जाएंगे, डेमोक्रेसी प्रोवाइड करवाई जाएगी, ये सारियां चीज़ां अपने कॉन्स्टिट्यूशन दे विच होणगीआं, ठीक है। फ्रेंच ने हवाबाजी दे विच आके मंग कर ली कि राजे नूं हटाओ, इन्नी ज्यादा मंग की कि लुई 16 जिहड़ा सीगा उहनूं गिलोटाइन कर दिता गया, ठीक है। उत्थे जाके जदों ही रेवोल्यूशन हुई अपना राजा ही मारता उन्होंने, पर प्लैनिंग कोई है ही नहीं, पता ही नहीं कि अगे कौन रूल करेगा, किद्दां रूल करेगा। इस वजह दे नाल फ्रेंच दे विच उत्थे बहुत टाइम तक ये चलता रहा, पता ही नहीं लगा उन्होंने कि राजा कौन बनेगा, ठीक है। बाद विच उन्होंने डिसाइड किया कि आ जिहड़ा बंदा जिहड़ा हैगा इहनूं राजा बना दिंदे, ठीक है। वो बंदा कहता कि देखो मैनू समझ आ गया कि फ्रेंच दे विच प्रॉब्लम की है, तुसीं इदां करो मैनू राजा बना दो तो मैं तुहाडीआं प्रॉब्लम जिहड़ियां कि मैं सॉल्व कर दांगा, ठीक है। वो बंदा जो राजा बनया वो कहता कि देखो ਆਪਾਂ ना जे फ्रेंच दे विच आपां शांति चाहते हैं, आ जिहड़े 5-6 बंदे हैं ना इन्होंने रेवोल्यूशन करवाई सी कि इन्हां नूं मार दो, तो लोग उहदी काही च आके ते उहनूं मार दिंदे आ, ते फिर कहता हुण जिहड़े आ 5 लोग इन्हां नूं भी मरवाउणा पएगा, वो फ्रेंच वाले मिल के उहनूं राजे नूं ही मार दिंदे आ, वो जिहड़ा किंग बनाया सीगा। दैन एक मैडम आउंदी है, मैडम रोलैंड, मैडम रोलैंड कहती मैं गेम समझ गई हाँ, ठीक है। हुण तुहाडे वधिया चंगे दिन आने वाले आ, ते मैनूं जिहड़ा हैगा तुसीं फ्रेंच का एंपरर जिहड़ा हैगा वो बना दो, ते मैं दस्सांगी कि प्रॉब्लम आ। वो कहती कि देखो फ्रेंच दे विच शांति लैके आउणी है ना, पहले तो 5 लोग जिहड़े हैगे इन्हां नूं मारना पएगा। वो कहते फिर उही गेम, कहती कोई नहीं इन्हां नूं मारो फिर दस दिंदा तुहानूं। वो 5 बंदे मारते, दैन वो कहती हुण आ 5 बंदे नूं भी मारना, वो कहते मैडम तू जा, मैडम नूं मार दिंदे आ। दैन उस तो बाद 2-3 बंदे होर हुंदे आ, फिर एक उत्थे हुंदा रॉबेसपेयर। रॉबेसपेयर वो कहता कि देखो मैनू गेम समझ आ गई आ, असल में ना बंदे बुंदे नहीं मारते, तो वो की कहता पब्लिक सेफ्टी बिल जिहड़ा हैगा वो इंट्रोड्यूस कर दिंदा वा, जिहदे विच की हुंदा कि जो भी रेवोल्यूशन की गल करदा गा उसनूं उसदे उपर सडिशन के चार्जिस लगा के वो बंदे नूं मार दिता जांदा। इस वजह नाल जिन्ने भी ओपोजिशन के बंदे सीगे जो इसका विरोध कर रहे सीगे वो सारिਆਂ ਦੇ उपर सडिशन के चार्जिस लगाए गए, तो दैन उन्हां नूं मार दिता जांदा सीगा। इस पीरियड नूं कहा जांदा रेन ऑफ टैरर इन फ्रांस, रेन ऑफ टैरर इन फ्रांस।
ठीक है। फ्रांस दे विच टैरर दा रेन जिहड़ा सीगा वो आ गया ते बाद दे विच लोकी इस तो भी तंग आ जाणगे ते इस तो भी मार दिता जाएगा। हुण फ्रांस वाले की कहते हैं कि एक एक बंदे तो नहीं संभेगी, आपां की करते हैं 5 मैंबर्स की डायरैक्टरी बना दिंदे आ, वो जिहड़े हैगे वो फ्रांस नूं रूल करनगे। 5 बंदे की डायरैक्टरी बना दी जाती है, पर 5 बंदे की करते हैं कुछ बेकार डिसीजन जिहड़े है गलत डिसीजन लै लैंदे आ। उन्हां विचों मोस्ट इंपॉर्टेंट डिसीजन सीगा डीवैल्यूएशन ऑफ करंसी। जिहड़ी करंसी जिहड़ी हैगी वो अपनी करंसी नूं डीवैल्यूएट कर दिंदे आ, जिस दी वजह नाल इन्फ्लेशन इंक्रीज कर जाती है ते लोकी जिहड़े हैगे वो इन्हां दे ही अगेंस्ट हो जाते हैं। हुण इन्हां विचों एक बंदा जिहड़ा हैगा वो जांदा नेपोलियन दे कोल, वो नेपोलियन नूं कहंदा कि आपां जिहड़े 4 बंदे हैगे ना, 4 डायरैक्टर्स जिहड़े हैगे उन्हां नूं आपां रिमूव करदे आ ते आपां दोनों पावर शेयर कर लांगे। नेपोलियन कहना आइडिया बड़ा वधिया ते मैं कल्ला ही पावर शेयर कर लेना, मैं लोकां दे नाल क्यों करना। नेपोलियन फेमस हो चुकिया सीगा क्योंकि हले तक कोई भी वॉर नहीं हारिया, सारियां वॉर जित रहा गा। ठीक है। लोकी की करते हैं नेपोलियन नूं अपना किंग जिहड़ा हैगा वो चुन लैंदे, हाले किंग नहीं चुनते, उन्होंने हैड बना दिता जाता डायरैक्टरी का। ठीक है। डायरैक्टरी का उन्होंने हैड बना दिता जाता। नेपोलियन अपने काम कर रहा सीगा, मीनवाइल नेपोलियन इजिप्ट जाता, उत्थे जंग हार जाता ब्रिटेन तो। ठीक है। वापस आता मुंह लटका के वापस आ रहा होंगे, लोग उन्होंने पूछते हैं कि नेपोलियन इन्ना तगड़ा एंपरर सॉरी इन्ना एबल्ड कमांडर ते तू जंग किवें हार सकदा। वो कहता यार तुहाडी जिहड़ी डायरैक्टरी बनाई हुई है ना, इहदियां पॉलिसीज ही इन्नियां खराब आ कि ये मैनूं जितन नहीं दे रही, इन्हां दी वजह नाल हारिया मैं, अदरवाइज मैं नहीं हार सकदा सीगा। लोग कहते ठीक आ आपां डायरैक्टरी नूं ही खत्म करदे हां ते तैनूं जिहड़ा हैगा फर्स्ट काउंसलर बना दिंदे आ। नेपोलियन फर्स्ट काउंसलर जिहड़ा हैगा वो बन जाता। नाल ही नेपोलियन की कह दिंदा, कहंदा देखो फ्रांस दे विच ना पिछले 200-300 सालों तो बहुत ज्यादा डेवस्टेशन आई हुई है, वो हुण 1-2 सालों के विच ते मैं नहीं खत्म कर सकता, तुसीं मैनूं इदां करो वो 5-10 सालों के विच नहीं होएगी, तुसीं मैनूं लाइफ टाइम लई काउंसलर बना दो। नेपोलियन लाइफ टाइम लई काउंसलर जिहड़ा हैगा वो बना दिता जाता। उस तो इलावा एक रॉबर्ट ब्राउनी नाम का ना एक राइटर होया, वो एक पोएम लिखता द पैट्रियट। उस पैट्रियट दे विच उस इसके उपर ना मूवी भी बनी है, पर क्योंकि तुसीं नहीं देखी होगी इस करके द पैट्रियट दे विच यह कहा जाता कि बहुत टाइम बाद ना कोई एक इदां दा लीडर होंदा जो इन्ना ज़्यादा कैरिजमैटिक होंदा या इन्ना ज़्यादा इन्फ्लुएंशियल होंदा कि वो लोगों ने जे ये भी कह दे ना कि सूरज तो छलांग मार दो, लोग ये नहीं पूछणगे कि किद्दां जाना उत्थे की करना गा, लोग उन्होंने कहणगे सूरज तो छलांग मार देंगे तू अगे दस की करना गा। मतलब वो इन्ना ज़्यादा इन्फ्लुएंशियल होंदा। नेपोलियन भी उन्ना ज़्यादा इन्फ्लुएंशियल सीगा, अगे जाके हिटलर भी उन्ना ही ज़्यादा इन्फ्लुएंशियल होएगा। ठीक है। अगे चलते हैं, कितने सीगे आपां काउंसल बनाता, लाइफ टाइम लिए काउंसल बनाता, कहता 5-6 साल च काम नहीं होएगा, 5-10 साल च नहीं हो सकता, मैनू लाइफ टाइम काउंसलर बना दो। लोग उसके वास्ते भी मान जाते हैं। और नेपोलियन कहता कि जो लाइफ टाइम वास्ते होंगे काउंसलर थोड़ी होंगे, वो तो कहता एंपरर होंगे। लोग आए करके देखते वो वाल, वो कहते कि हूँ ये असी उस करके तो अपना एंपरर मारिया, कहता नहीं, वो जो एंपरर सीगा ना वो एंपरर सीगा फ्रांस का। मैं फ्रांस का एंपरर नहीं बनना, मैं फ्रेंच का एंपरर बनना कि मैं लोगों की सेवा करनी है। ठीक है। लोग इदां दी गल्लां तो बड़े खुश होंदे हुंदे आ, लोगों ने बनाता नाल ही उन्होंने एंपरर बनाता। हुण कहंदा कि हुण मैं एंपरर बन गया गा, लाइफ टाइम लिए एंपरर बन गया वा। जिहड़ा तुहाडा कॉन्स्टिट्यूशन लिखना गा ना वो आपां लिखांगे जरूर, पर लिखांगे उहदे अकॉर्डिंग जिद्दां मैं तुहानूं कहांगा। ठीक है। हुण अपने अकॉर्डिंग जिहड़ा हैगा कॉन्स्टिट्यूशन जिहड़ा हैगा वो लिखवाएगा। इस दे नाल एक चीज़ होर हो जाती है, एक ना कस्टम बनया होया सीगा कि जो बंदा फ्रांस से रूल करेगा उसे दा कजन जिहड़ा हैगा वो स्पेन से रूल करेगा। ठीक है। पहले जो फ्रांस का किंग हुंदा सीगा उसे दा कजन स्पेन का किंग बनदा हुंदा सीगा। नेपोलियन कहंदा कि हुण क्योंकि मैं फ्रांस का किंग हैगा ते ऑब्वियसली जिहड़ा मेरा छोटा ब्रदर हैगा उन्होंने स्पेन का किंग जिहड़ा हैगा वो बनाया जाएगा। ते जोसेफ बोनापार्ट जिहड़ा सीगा उसको कहना कि मैं उसमें स्पेन का किंग जिहड़ा बनावांगा। ठीक है। इदा टैरिटरी जित के स्पेन इधरली साइड है मैं उधर लिखता गा। ठीक है। टैरिटरी जिद्दां 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 स्पेन पहुंच जाता है। ठीक है। जो स्पेन के लोग इनू जाके पुछते वो कहते हैं कौन है तू, कहना मैं नेपोलियन हाँ, कहता कितों आया तू, कहना मैं फ्रांस तो आया, कहते किहड़ा फ्रांस, कहता उही फ्रांस जिते डेमोक्रेसी के आइडियाज जिहड़े हैगे वो चलते हैं, इक्वैलिटी के आइडियाज चलते हैं, फ्रैटर्निटी के आइडियाज चलते हैं, लिबर्टी के आइडियाज चलते हैं, रिपब्लिक के आइडियाज चलते हैं, लोग अपना किंग जिहड़ा हैगा वो आप चाहते हैं। ये कह के फ्रांस स्पेन वाले ने इहनूं वेलकम किया, पर जदों ही इन्हें अपने ब्रदर नूं उत्थों का मोनार्क बनाया लोग ये खिलाफ हो गए, रिवोल्ट करता। हुण ये बन गया नेपोलियन बन गया जैकान शिकरे। ठीक है। उन्हें इस चीज़ को अपनी ईगो ते ले लिया, वो उदों तक उत्थे रहा फ्रांस दे विच जदों तक रिवोल्ट खत्म नहीं होंदा। इस दी वजह नाल उत्थे एक स्पेनिश अल्सर जिहड़ा सीगा वो डेवलप हो गया, इडियोमैटिक टर्म है। ठीक है। असल में कोई अल्सर उत्थे डेवलप नहीं होया सीगा। ਇਹਦੀ ਡੈਥ हो जाएगी इस स्पेनिश अल्सर के
ਦੀ ਵਜ੍ਹਾ ਨਾਲ ਜੇ ਇਹ ਇੱਥੇ ਨੂੰ ਇਸਟੈਬਲਿਸ਼ ਕਰਕੇ ਇੱਥੋਂ ਚੱਲ ਜਾਂਦਾ ਅੱਗੇ ਕੁਛ ਨਾ ਕੁਛ ਹੋਰ ਕਰਨ ਲੱਗ ਜਾਂਦਾ ਅਗਲੀ ਟੈਰੀਟਰੀ ਜਿੱਤਣ ਲੱਗ ਜਾਂਦਾ ਹੋ ਸਕਦਾ ਇਹ ਇੱਥੇ ਨਾ फंस जा ये इतने ईगो ते लै गया ठीक है जयकांत शिकरे बन गया कुछ भी करने का मेरी ईगो नहीं हट करने का लोगों ने ईगो हट करती ये उदों तक उत्थे रहेगा जदों तक उन्होंने प्रॉपर लीडर जो है नहीं बना पाएंगे लोग ये खिलाफ रिवोल्ट कर देंगे लोग इतों ये अगेंस्ट हो जाएंगे ठीक है नाल ही एक चीज़ होर होएगी एक बैटल होती है बैटल ऑफ ट्रफालगर यस बैटल ऑफ ट्रफालगर होती है 1805 ਦੇ ਵਿੱਚ ਉਸ ਦੇ ਵਿੱਚ ਕੀ ਹੁੰਦਾ ਬ੍ਰਿਟੇਨ ਦਾ ਜਿਹੜੀ ਨੇਵਲ ਬੈਟਲ ਸੀਗੀ ਇਹ ਬ੍ਰਿਟੇਨ ਦੀ ਨੇਵੀ ਜਿਹੜੀ ਹੈਗੀ ਆ ਉਹ ਇਹਨੂੰ ਹਰਾ ਦਿੰਦੀ ਆ ਇਹ ਫਿਰ ਆਪਣੀ ਈਗੋ ਤੇ ਲੈ ਲੈਂਦਾ ਤੇ ਇਹ ਜਿਹੜਾ ਹੈਗਾ ਬ੍ਰਿਟੇਨ ਦੇ ਨਾਲ ਕੰਟੀਨੈਂਟਲ ਬਲੌਕੇਡ ਲਗਾ ਦਿੰਦਾ ਠੀਕ ਹੈ ਦੁਬਾਰਾ ਤੋਂ ਮੈਪ ਦੇਖਦੇ ਆ पोर्चुगल स्पेन बोली चलो फ्रेंच अगे अगे रशिया थले गुड इतने फ्रेंच इतने सीगा ब्रिटेन थोड़ा इतने सीगा ठीक है रशिया इधर जर्मनी जित चुकिया ठीक है ऑस्ट्रिया हंगरी भी जितेगा ते आ इटली जो है इनू भी जितेगा ठीक है नैक्सट स्पेन जित चुकिया पोर्चुगल भी जित चुकिया हुणे आना सीगा इन्हें ब्रिटेन के वाल ब्रिटेन अलग बैठा ठीक है ब्रिटेन ने इन्हों नेवल बैटल के इतने हराता हुण इन्हें की किया इतने ब्लॉकेट लगाता इन्हें कहा कि कोई भी ये नाल डील नहीं करेगा ठीक है रशिया के नाल हले दी फाइट जी सी नहीं हुई सी हुण फाइट होगी ये रशिया के नाल ठीक है इन्हें की किया ब्लॉकेट लगाता कहता कि कोई भी ब्रिटेन के नाल ट्रेड नहीं करेगा ब्रिटेन के नाल ट्रेड नहीं करेगा तो ये पैसे नहीं आएंगे कमजोर हो जाएगा मैनू हरा दूंगा लेकिन ब्रिटेन के कोले थले इतने वो है अफ्रीका सारा है इतने इंडिया है एशिया है वो इस करके यदा ब्लॉकेट इधरों तो चल नहीं पाया पर क्योंकि इतने 1805 का टाइम चल रहा ना इतने इंडस्ट्रीयल रेवोल्यूशन नहीं आई इन्होंने लोगों तो ब्रिटेन के प्रोडक्ट्स जोड़े लोड़ हैगी रशिया जो सब तो ज़्यादा वीक सीगा इकनोमिकली ठीक है या तुम कह लो कि उत्थे रेवोल्यूशन बहुत एंड के आएगी रशिया के ठीक है जो इंडस्ट्रीयल रेवोल्यूशन करवावांगे ना वो दसांगा रशिया के रेवोल्यूशन बहुत अखीर के आती है इनफैक्ट सब तो बाद इंडस्ट्रीयल रेवोल्यूशन रशिया के आएगी ठीक है रशिया के कोले तो कुछ भी नहीं है तो इस रस्ता भी नहीं है कि कितना मैं ब्रिटेन के कोले जावां इस करके रशिया फ्रेंच के अगेंस्ट वॉर जी है डिक्लेयर कर देगा तो समर के वॉर होएगी इनू लगेगा कि गर्मियां की वॉर हैगी रशिया क्योंकि ठंडा एरिया का तो मैं 1-1.5 महीने के वॉर खत्म करके रशिया को हरा के मैं आ जावांगा रशिया की करेगा ये हमेशा रिट्रीट की पॉलिसी अपनाएगा ठीक है ये की करेगा जिदा जिदा रशिया एडा वड्डा ना जो अपने इतों तो जो चीज़ा जिदा जिदा अगे बढ़ते जाएंगे ये अपने रिसोर्सिस खुद ही तबाह करता होया ताकि फ्रेंच को भी कुछ भी खाने ना मिले फॉर एग्जाम्पल इतने खेत आ गए ये खेतों को अग लगा देगा ठीक है ताकि फ्रेंच को भी कुछ भी खाने ना मिले ठीक है होर पिछे जाएगा अपने खेतों को अग लगा देगा होर पिछे जाएगा खेतों को अग लगाता जाएगा या इतों की फसल कट के अपने नाल लेके चल जाएगा ठीक है हुण की होएगा फ्रेंच हौली हौली अगे बढ़ रहे हैं ठीक है तो रशिया जो रहेगा वो हौली हौली पिछे होंदा जा रहेगा ठीक है रिट्रीट की पॉलिसी अपना रहा मीनवाइल की होएगा सर्दियां आ जाएंगियां तो रशिया दी सर्दियां बहुत ठंडियां होंदियां ने ठीक है रशिया क्योंकि रशियन लोग उत्थों दे वो उन्होंने बेयर कर सकते हैं ये फ्रेंच के कोले कोई आइडिया ही नहीं सीगा कि सर्दियां पै जाएगियां सोल्जर जोड़े है गर्मियों दी वर्दियां पा के अद्धियां निकरां पा के अद्धियां बावां दी शर्टां पा के वो लड़न गए हुए ठीक है वो ठंड के नाल ही मर जाएंगे तो वाटरलू की लड़ाई जी हैगी जोड़ा है फ्रांस हार जाएगा की कहते हैं नेपोलियन जो रहेगा ये लड़ाई हार जाएगा ठीक है देन कांग्रेस ऑफ वियना सदी जाएगी ऑस्ट्रिया हंगरी सेम स्टोरी रिपीट हो रही है ये मैटरनिस्ट सिस्टम आएगा सैपरेशन ऑफ पावर लेके आई जाएगी फ्रांस को आइसोलेट किया जाएगा ठीक है वो स्टोरी जो है ये अगे रिएक्शन जोड़े है मैटरनिस्ट सिस्टम के अगे रिएक्शन जोड़े है ठीक है तो अज मैं तुम्हें 3 स्टोरीज इकट्ठियां सुनातियां एक मैं 4 स्टोरीज सुनाई एक ओवरऑल 5 स्टोरीज सुनाई एक ओवरऑल स्टार्टिंग तो लैके एनलाइटनमेंट तो लैके वर्ल्ड कोल्ड वॉर तक की स्टोरी सैकेंड स्टोरी सुनाई है बैक स्टोरी जो अपने सिलेबस का पार्ट नहीं सी पर क्योंकि जो रूशो वर्गे लोगों को समझना गा वो स्टोरी इंपॉर्टेंट सी ठीक है डार्क एजिस की स्टोरी चर्चिस की कर रही वो स्टोरी उस तो इलावा 3 इंपॉर्टेंट स्टोरीज सुनाई ने एनलाइटनमेंट दैन उस तो बाद आप अमेरिकन वॉर ऑफ इंडिपेंडेंस ते दैन हुण आप रशियन रेवोल्यूशन सॉरी फ्रेंच रेवोल्यूशन जी है वो कवर की है हुण जो मैं अलग तो लिखवागा स्टूडेंट्स वास्ते ऑनलाइन स्टूडेंट्स वास्ते तो इनलाइटनमेंट तो रिलेटेड जो क्वेश्चन पूछे जा सकते हैं वो मैं क्वेश्चन लिखवा रहा सब तो पहले तो पूछा जा सकता कि व्हाट इज इनलाइटनमेंट की है ठीक है सैकेंड
ਇਹ ਲਾਈਟ ਦੇ ਵਿੱਚ ਕਿੱਦਾਂ ਆਈ, ਹਾਊ ਇਟ ਕਮਸ ਟੂ ਲਾਈਟ। ਉਸ ਤੋਂ ਇਲਾਵਾ ਇਸ ਦਾ ਨੇਚਰ ਕੀ ਆ, ਕਰੈਕਟਰ ਕੀ ਆ ਤੇ ਫੀਚਰਸ ਕੀ ਨੇ ਆਪਾਂ ਲਿਖਣੇ ਆ, ਠੀਕ ਹੈ। ਉਸ ਤੋਂ ਇਲਾਵਾ ਇਸ ਦੇ ਆਈਡੀਆ ਜਿਹੜੇ ਸੀਗੇ ਉਹ ਕਿੱਦਾਂ ਸਪਰੈਡ ਹੋਏ, ਇਹ ਕੁਐਸਚਨ ਆ ਸਕਦਾ। ਉਸ ਤੋਂ ਇਲਾਵਾ ਇਨਲਾਈਟਨਮੈਂਟ ਦਾ ਐਂਡ ਕਿੱਦਾਂ ਆਇਆ, ਉਹ ਇਸ ਦੇ ਉੱਪਰ ਕੁਐਸਚਨ ਆ ਸਕਦਾ। ਉਸ ਤੋਂ ਇਲਾਵਾ ਤੁਹਾਡੇ ਥਿੰਕਰਸ ਬਣਦੇ ਆ 8-10 ਥਿੰਕਰਸ ਬਣਦੇ ਆ, ਉਹ ਮੈਂ ਤੁਹਾਨੂੰ ਨਾਲ ਦੀ ਨਾਲ ਕਰਵਾਉਂਦਾ ਜਾਵਾਂਗਾ ਤੇ ਉਸ ਦੇ ਉੱਪਰ ਤੁਹਾਨੂੰ ਕੁਐਸਚਨ ਜਿਹੜੇ ਹੈਗੇ ਆ ਉਹ ਆ ਸਕਦੇ, ਠੀਕ ਹੈ। ਇਨਲਾਈਟਨਮੈਂਟ ਦੇ ਉੱਪਰ ਇੰਨੇ ਹੀ ਕੁਐਸਚਨਸ ਮੇਨਸ ਦੇ ਉੱਪਰ ਬਣਦੇ ਆ, ਇਸ ਤੋਂ ਬਾਅਦ ਕੋਈ ਕੁਐਸਚਨ ਤੁਹਾਨੂੰ ਜਿਹੜਾ ਹੈਗਾ ਇਨਲਾਈਟਨਮੈਂਟ ਤੋਂ ਨਹੀਂ ਹੋਏਗਾ, ਠੀਕ ਹੈ। ਤੇ ਅੱਜ ਦੀ ਜਿਹੜੀ ਕਲਾਸ ਸੀਗੀ ਉਹ ਤੁਹਾਡੀ ਉਹ ਇੱਥੋਂ ਤੱਕ ਹੀ ਸੀਗੀ। ਹੁਣ ਜਿਹੜੀ ਨੈਕਸਟ ਕਲਾਸ ਹੈਗੀ ਆ ਉਹਦੇ ਵਿੱਚ ਆਪਾਂ ਇਹਦੇ ਉੱਪਰ ਨੋਟਸ ਜਿਹੜੇ ਹੈਗੇ ਉਹ ਬਣਾਵਾਂਗੇ ਤੇ ਜਿਹੜੇ ਆਨਲਾਈਨ ਸਟੂਡੈਂਟਸ ਦੀ ਜਿਹੜੀ ਨੈਕਸਟ ਕਲਾਸ ਆਏਗੀ ਉਹ ਕਲਾਸ ਆਏਗੀ ਅਮਰੀਕਨ ਵਾਰ ਆਫ ਇੰਡੀਪੈਂਡੈਂਸ, ਠੀਕ ਹੈ। ਤੇ ਅੱਜ ਦੀ ਤੁਹਾਡੀ ਕਲਾਸ ਜਿਹੜੀ ਸੀਗੀ ਉਹ ਇੱਥੋਂ ਤੱਕ ਹੀ ਸੀਗੀ। ਥੈਂਕ ਯੂ ਸੋ ਮਚ।